ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਜੋਗੀ ਕਹਿ ਜੋਗ ਫਲ ਮੀਠਾ, ਅਵਰ ਨਾ ਦੂਜਾ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਔਰ ਲੜੀਵਾਰ ਕਥਾ ਦਾ ਆਨੰਦ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਭਗਤਾਂ ਦੀ ਬਾਣੀ ਵਿੱਚ ਗੌੜੀ ਰਾਗ ਦੀ ਭਗਤ ਬਾਣੀ ਹੈ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ। ਗੌੜੀ ਰਾਗਣੀ ਹੈ। ਇਸ ਦੇ ਵਿੱਚ ਸ਼ਬਦ ਦੇ ਉਚਾਰਨ ਕਰਨ ਦਾ ਜੋ ਨਿਮਿਤ ਬਣਿਆ, ਕਾਰਨ ਬਣਿਆ, ਉਹ ਇਸ ਤਰ੍ਹਾਂ ਸੀ ਵੀ ਇੱਕ ਵਿਧਵਾ ਮਾਈ ਸੀ, ਧਨ ਪਦਾਰਥ ਉਹਦੇ ਕੋਲ ਕਾਫੀ ਸੀ। ਕੁੰਭ ਦਾ ਮੇਲਾ ਲੱਗਿਆ ਹੋਇਆ ਸੀ। ਉਹਨੇ ਸੋਚਿਆ ਵੀ ਮੈਂ ਸਾਧੂਆਂ ਨੂੰ ਨਿਉਂਦਾ ਕਰ ਦਿਆਂ, ਪਰ ਪਖੰਡੀ ਸਾਧੂ ਨਾ ਹੋਣ, ਮਹਾਂਪੁਰਸ਼ ਹੋਣ ਬੰਦਗੀ ਵਾਲੇ, ਮੇਰਾ ਧਨ ਸਫਲਾ ਹੋ ਜਾਊਗਾ। ਮੈਂ ਉਹਨਾਂ ਨੂੰ ਲੰਗਰ ਛਕਾਵਾਂ, ਲੰਗਰ ਦਾ ਮਹੱਤਮ ਵੱਡਾ ਹੈ। ਇਹ ਸੋਚ ਕੇ ਕੁੰਭ ਦੇ ਮੇਲੇ ਤੇ ਜਮਾਤਾਂ ਉਤਰੀਆਂ ਹੋਈਆਂ ਸੀ। ਉਹ ਸੰਨਿਆਸੀਆਂ ਦੇ ਕੋਲ ਚਲੇ ਤੇ ਜਦੋਂ ਜਾ ਕੇ ਪੁੱਛਿਆ ਵੀ ਮੈਂ ਉੱਤਮ ਸਾਧੂਆਂ ਨੂੰ ਭੋਜਨ ਕਰਾਉਣਾ ਚਾਹੁੰਦੀ ਹਾਂ, ਕਹਿੰਦੇ ਮਾਈ ਸਾਤੋਂ ਉੱਤਮ ਤਾਂ ਕੋਈ ਹੈ ਹੀ ਨਹੀਂ। ਹੋਰ ਸੰਨਿਆਸੀ ਐਸੇ ਉੱਤਮ ਬ੍ਰਾਹਮਣ ਵੀ ਇਹਨਾਂ ਨੂੰ ਗੁਰੂ ਧਾਰਨ ਕਰਦੇ। ਉਹਦੇ ਮਨ ਦੇ ਵਿੱਚ ਸ਼ੱਕ ਪੈ ਗਈ ਵੀ ਆਪਣੇ ਆਪ ਨੂੰ ਚੰਗਾ ਕਹਿਣ ਵਾਲਾ ਤੇ ਉਹ ਚੰਗਾ ਹੁੰਦਾ ਨਹੀਂ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਉਹ ਕਹਿੰਦੇ ਵੀ ਸਾਤੋਂ ਬਿਨਾਂ ਤਾਂ ਸਾਰੇ ਪਖੰਡੀ ਨੇ, ਉਹਨਾਂ ਦਾ ਉਪਜਾ। ਫਿਰ ਉਹ ਜੋਗੀਆਂ ਦੇ ਚਲੇ ਗਈ। ਗੋਰਖਨਾਥ ਦੇ ਜਿਹੜੇ ਜੋਗੀ ਸਨ ਉਹ ਕਹਿੰਦੇ ਵੀ ਸਾਤੋਂ ਉੱਤਮ ਕੋਈ ਵੀ ਨਹੀਂ ਹੈ। ਸਾਡਾ ਪੰਥ ਸ਼ਿਵ ਜੀ ਤੋਂ ਚੱਲਿਆ, ਸ਼ਿਵ ਜੀ ਦਾ ਪੁੱਤਰ ਹੈ ਗੋਰਖਨਾਥ ਮਛੰਦਰਨਾਥ, ਇਸ ਕਰਕੇ ਸਾਤੋਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਮਾਈ ਦੀ ਸ਼ੱਕ ਵੱਧਦੀ ਗਈ ਵੀ ਇਹਦਾ ਇੱਕ ਦੂਜੇ ਦੀ ਨਿੰਦਿਆ ਕਰਨ ਵਾਲੇ ਨੇ, ਪ੍ਰਸ਼ਾਦੇ ਛਕ ਕੇ ਕੀ ਕਰਨਗੇ। ਤੇ ਹੋਰ ਵੀ ਕਈਆਂ ਥਾਵਾਂ ਤੇ ਗਏ, ਆਪਣੇ ਆਪਣੇ ਮਤ ਨੂੰ ਵੱਡਾ ਕਹਿੰਦੇ ਰਹੇ, ਦੂਜਿਆਂ ਨੂੰ ਨਿੰਦਿਆ ਅਪਜਸ ਕਰਕੇ ਛੋਟਾ ਕਹਿੰਦੇ ਰਹੇ। ਤੇ ਮਾਈ ਨੇ ਸੋਚਿਆ ਵੀ ਆਪਣੇ ਆਪਣੇ ਪੰਥ ਕੀ ਸਵੇ ਮਨਾਵੈਂ ਟੇਕ। ਇਹ ਜੇ ਆਪਣੇ ਆਪਣੇ ਪੰਥ ਦੀ ਇੰਨੀ ਮੇਰ ਕਰਦੇ ਨੇ, ਚੰਗਾ ਸਮਝਦੇ ਨੇ। ਉਹਨੇ ਕਿਹਾ ਵੀ ਮੈਂ ਵੀ ਵਿਧਵਾ। ਬਹੁਤ ਸਾਰੀਆਂ ਔਰਤਾਂ ਕੁੰਭ ਦੇ ਮੇਲੇ ਤੇ ਚਿੱਟੇ ਵਸਤਰ ਪਾ ਕੇ ਵਿਧਵਾ ਆਈਆਂ ਹੋਈਆਂ ਸੀ। ਤੇ ਹੁਣ ਵੀ ਸਨਾਤਨ ਮਤ ਵਿੱਚ ਕੁਝ ਐਸੀਆਂ ਥਾਵਾਂ ਨੇ, ਜਿਵੇਂ ਮਥੁਰਾ ਦੇ ਵਿੱਚ ਜਾਓ, ਗੋਕਲ ਦੇ ਵਿੱਚ ਜਾਓ, ਉੱਥੇ ਵਿਧਵਾ ਬੀਬੀਆਂ ਜਿਹੜੀਆਂ ਨੇ ਉਹਨਾਂ ਦੇ ਲਈ ਆਸ਼ਰਮ ਬਣੇ ਹੋਏ ਨੇ ਤੇ ਚਿੱਟੇ ਵਸਤਰ ਰੱਖਣੀਆਂ, 6-6 ਘੰਟੇ ਹਰ ਰੋਜ਼ ਸਿਮਰਨ ਕਰਨਾ। ਇਹ ਮੈਂ ਵੇਖਿਆ ਆਪਣੀ ਅੱਖਾਂ ਦੇ ਨਾਲ। ਤੋ ਇਸ ਕਰਕੇ ਉਹਨੇ ਕਿਹਾ ਵੀ ਜਿਹੜੀਆਂ ਵਿਧਵਾ ਹੋਈਆਂ ਬੀਬੀਆਂ ਨੇ, ਮੇਰਾ ਤਾਂ ਅਸਲੀ ਪੰਥ ਇਹ ਹੈ, ਸੰਨਿਆਸੀਆਂ ਨੂੰ ਸੰਨਿਆਸੀ ਪਿਆਰੇ ਨੇ, ਜੋਗੀਆਂ ਨੂੰ ਜੋਗੀ ਪਿਆਰੇ ਨੇ, ਰੋਡੇ ਭੋਡਿਆਂ ਨੂੰ ਰੋਡੇ ਪਾਏ ਹੋਏ ਜਾਂਦੇ ਨੇ, ਵੀ ਮੇਰੀਆਂ ਜਿਹੜੀਆਂ ਸਾਥਣਾਂ ਨੇ ਇਹ ਵੀ ਵਿਧਵਾ ਹੋਈਆਂ। ਚੰਗੀ ਗੱਲ ਹੈ, ਮੈਂ ਭੋਜਨ ਇਹਨਾਂ ਨੂੰ ਛਕਾ ਦਾਂ। ਉਹਨੇ ਵਿਧਵਾ ਮਾਈਆਂ ਇਕੱਠੀਆਂ ਕੀਤੀਆਂ, ਭੋਜਨ ਛਕਾਤਾ ਉਹਨਾਂ ਨੂੰ। ਨਾ ਜੋਗੀਆਂ ਨੂੰ ਛਕਾਇਆ, ਨਾ ਸੰਨਿਆਸੀਆਂ ਨੂੰ, ਨਾ ਹੋਰ ਕਿਸੇ ਨੂੰ, ਬਰਾਗੀਆਂ ਨੂੰ। ਉਦੋਂ ਬਾਅਦ ਫਿਰ ਉਹ ਮਾਈ ਕਬੀਰ ਸਾਹਿਬ ਕੋਲ, ਕਿਉਂਕਿ ਪਤਾ ਸੀ ਵੀ ਕਬੀਰ ਸਾਹਿਬ ਜਿਹੜੇ ਨੇ ਅਦਵੈਤਵਾਦੀ ਨੇ, ਦਵੈਸ਼ ਨਹੀਂ ਕਰਦੇ ਕਿਸੇ ਨੂੰ, ਚੰਗੀ ਸਿੱਖਿਆ ਦਿੰਦੇ ਨੇ, ਦੁਸ਼ਮਣਾਂ ਨੂੰ ਵੀ ਚੰਗੀ ਸਿੱਖਿਆ ਦਿੰਦੇ ਨੇ। ਜਿਵੇਂ ਯੁਧਿਸ਼ਟਰ ਧਰਮ ਪੁੱਤਰ, ਉਹਦਾ ਭਾਵੇਂ ਵਿਰੋਧ ਕਰਦਾ ਸੀ ਦੁਰਯੋਧਨ, ਉਹਨੂੰ ਵੀ ਸਿੱਖਿਆ ਮਾੜੀ ਨਹੀਂ ਦਿੱਤੀ ਉਹਨੂੰ ਕਦੇ। ਉਹਨੇ ਆ ਕੇ ਕਿਹਾ ਮਹਾਰਾਜ ਮੈਂ ਪ੍ਰਸ਼ਾਦਾ ਛਕਾਉਣਾ ਸੀ, ਸਾਰੀ ਜਗ੍ਹਾ ਗਈ, ਇੱਕ ਦੂਜੇ ਦੀ ਨਿੰਦਿਆ ਕਰਨ ਵਾਲੇ ਮਿਲਦੇ ਰਹੇ। ਉਹ ਮਾਈ ਦੇ ਸਾਰੇ ਭਾਵ ਨੂੰ ਲੈ ਕੇ
ਪਖੰਡ ਦਾ ਨਿਸ਼ੇਧ ਵੀ ਕਰਦੇ ਆ ਤੇ ਨਾਲ ਫਿਰ ਇਹ ਇਸ ਸ਼ਬਦ ਦੇ ਵਿੱਚ ਸਾਰਾ ਉਹੀ ਵਿਚਾਰ ਗੁੰਥਨ ਕੀਤੀ ਹੈ। ਅੱਗੇ ਸੁਣੋ ਜੀ। ਜੋਗੀ ਕਹੈ ਜੋਗ ਭਲ ਮੀਠਾ। ਜਿਹੜੇ ਗੋਰਖਨਾਥ ਦੇ ਮਤ ਵਾਲੇ ਜੋਗੀ ਨੇ ਉਹ ਆਪਣੇ ਆਪ ਨੂੰ ਜੋਗ ਮਤ ਭੇਖ ਨੂੰ ਸਾਰਿਆਂ ਤੋਂ ਤੇ ਭਲ ਨਾਮ ਚੰਗੇ ਦਾ ਸ੍ਰੇਸ਼ਟ ਕਹਿੰਦੇ ਨੇ। ਮੀਠਾ ਨਾਮ ਹੈ ਪਿਆਰੇ ਦਾ, ਵੀ ਪਿਆਰਾ ਵੀ ਹੈ ਤੇ ਸਭ ਤੋਂ ਸ੍ਰੇਸ਼ਟ ਵੀ ਹੈ। ਇਸ ਕਰਕੇ ਅਵਰ ਨਾ ਦੂਜਾ ਭਾਈ। ਉਹ ਕਹਿੰਦੇ ਨੇ, ਇਸ ਕਰਕੇ ਕਹਿੰਦੇ ਨੇ ਕਿ ਹੇ ਭਾਈ ਭਰਾਵੋ, ਜੋਗ ਤੋਂ ਬਿਨਾ ਅਵਰ ਹੋਰ ਕੋਈ ਦੂਸਰਾ ਮਤ ਪਰਮਾਰਥ ਦੀ ਪ੍ਰਾਪਤੀ ਦਾ ਨਹੀਂ ਹੈ। ਸਾਡਾ ਮਤ ਹੀ ਰੱਬ ਨੂੰ ਮਿਲਾਉਣ ਵਾਲਾ ਹੈ। ਰੁੰਡਤ ਮੁੰਡਤ ਏਕੈ ਸਬਦੀ। ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਰੁੰਡਤ ਤੇ ਮੁੰਡਤ ਜਿਹੜੇ ਨੇ ਵੱਖਰੇ ਵੱਖਰੇ ਨੇ। ਰੁੰਡਤ ਹੁੰਦਾ ਹੈ ਜਿਹੜਾ ਬਿਲਕੁਲ ਜਿਵੇਂ ਬਲੇਡ ਫੇਰ ਕੇ ਐਨ ਸਾਫ਼ ਜਿਵੇਂ ਟਿੰਡ ਵਰਗਾ ਕੱਢ ਦਿੰਦੇ ਆ ਸਿਰ ਨੂੰ, ਤੇ ਇਸ ਤਰ੍ਹਾਂ ਦਾ ਉਹਨੂੰ ਤਾਂ ਉਹ ਸਰੇਵਣਿਆਂ ਤੇ ਆ ਗੱਲ। ਮੁੰਡਤ ਹੁੰਦੇ ਨੇ ਜਿਹੜੇ ਕੈਂਚੀ ਨਾਲ ਕੇਸ ਨੂੰ ਕੱਟਦੇ ਨੇ। ਮੁੰਡਨ ਕਰਨਾ, ਕੈਂਚੀ ਨਾਲ ਕੱਟਣਾ, ਇਹ ਮੁੰਡਤ ਕਰਨਾ। ਕਹਿੰਦੇ ਇਹ ਜਿਹੜੇ ਜਿਵੇਂ ਸਰੇਵੜੇ ਨੇ ਜਾਂ ਫਿਰ ਇਹਨਾਂ ਦੇ ਵਿੱਚ ਕੁਛ ਐਸੇ ਸੀ ਸ਼ਿਸ਼ਨ ਇੰਦਰਾ ਕੱਟ ਦਿੰਦੇ ਵੀ ਸਾਨੂੰ ਮੰਦੀ ਵਾਸ਼ਨਾ ਤੰਗ ਨਾ ਕਰੇ, ਕਾਮ ਵਾਸ਼ਨਾ, ਤੇ ਉਹ ਵੀ ਅਪਰਾਧੀ ਹੋਈ ਹੈ ਇੱਕ ਕਿਸਮ ਦੇ। ਪ੍ਰਮਾਤਮਾ ਦੀ ਰਚਨਾ ਹੈ, ਫਿਰ ਉਹਨਾਂ ਦੀ ਮੰਦੀ ਵਾਸ਼ਨਾ ਥੋੜੀ ਮਿਟਦੀ ਹੈ, ਉਹਨੂੰ ਵੀ ਰੁੰਡਤ ਕਹਿੰਦੇ ਨੇ। ਇਸ ਪ੍ਰਕਾਰ ਇਹ ਜਿਹੜੇ ਕੇਸ ਆਦਿ ਮਨਾਉਣ ਵਾਲੇ ਜਾਂ ਚੰਗੀ ਤਰ੍ਹਾਂ ਘਸਾ ਕੇ ਕੱਟਣ ਵਾਲੇ ਜਾਂ ਬਾਲ ਪੁੱਟ ਕੇ ਜਿਵੇਂ ਬਿਲਕੁਲ ਰੁੰਡਤ ਕਰਨ ਵਾਲੇ, ਇੱਕ ਹੈ ਸ਼ਬਦੀ। ਇੱਕ ਹੈ ਸ਼ਬਦੀ ਜਿਹੜੇ ਨੇ ਇੱਕ ਸ਼ਬਦ ਬੋਲੇ ਨੇ, ਔਲਖ ਨਰੰਜਨ ਐ ਕਹਿੰਦੇ ਨੇ, ਔਲਖ ਇਹ ਕਹਿ ਕੇ ਭੀਖ ਮੰਗਦੇ ਫਿਰਦੇ ਆ ਘਰਾਂ ਦੇ ਵਿੱਚ। ਉਹ ਕਹਿੰਦੇ ਸਾਡੇ ਵਰਗਾ ਕੋਈ ਫਕੀਰ ਨਹੀਂ ਹੈ। ਇੱਕ ਹੈ ਸ਼ਬਦੀ ਵਿਆਕਰਨ ਵਾਲੇ, ਉਹ ਕਹਿੰਦੇ ਨੇ ਵੀ ਸ਼ਬਦ ਦੀ ਸ਼ੁੱਧੀ ਅਸ਼ੁੱਧੀ ਵਿਆਕਰਨ ਤੋਂ ਬਿਨਾਂ ਹੋ ਨਹੀਂ ਸਕਦੀ ਹੈ। ਇਸ ਕਰਕੇ ਗਿਆਨ ਬੋਧ ਨਹੀਂ ਹੁੰਦਾ। ਇਤਿਆਦਿਕ ਇਹ ਜਿਹੜੇ ਸਾਰੇ ਹਨ, ਇਹ ਕਹਿ ਸਿੱਧ ਪਾਈ। ਭਾਈ ਧਿਆਨ ਰੱਖਣ ਦੀ ਲੋੜ ਹੈ। ਦੋ ਈੜੀਆਂ ਆ ਗਈਆਂ, ਇੱਕ ਈੜੀ ਨੂੰ ਲਾਂ ਲੱਗੀ ਹੋਈ ਹੈ, ਦੂਜੀ ਈੜੀ ਨੂੰ ਸਿਹਾਰੀ ਲੱਗੀ ਹੋਈ ਹੈ। ਇਹਦੇ 'ਚ ਇੱਕ ਈੜੀ ਲੋਪ ਨਾ ਹੋ ਜਾਵੇ, ਕੱਲਾ ਇਹ ਕਹਿਤਾ ਤਾਂ ਅਗਲੀ ਈੜੀ ਤੇ ਸਿਹਾਰੀ ਲੋਪ ਹੋ ਗਈ। ਇਹ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਕਹਿ ਕਹਿੰਦੇ ਹਨ। ਇੱਕ ਐਸੇ ਨੇ ਕਿ ਅਸਾਂ ਨੇ ਸਿੱਧ ਮੁਕਤੀ ਪ੍ਰਾਪਤ ਕੀਤੀ ਹੈ, ਹੋਰ ਕੋਈ ਮੁਕਤੀ ਨਹੀਂ ਪਾ ਸਕਦਾ। ਇਹ ਇਸ ਪ੍ਰਕਾਰ ਖਿਚਾ ਖਿਚੀ ਸੰਸਾਰ ਦੇ ਵਿੱਚ ਹੈ। ਹਰ ਬਿਨ ਭਰਮ ਭੁਲਾਨੇ ਅੰਧਾ। ਵੀਰ ਸਾਹਿਬ ਜੀ ਕਹਿੰਦੇ ਮਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਅਗਿਆਨੀ ਨੇ, ਚਾਹੇ ਕੋਈ ਭੇਖ ਸੰਨਿਆਸੀਆਂ ਦਾ ਬਣਾ ਲਿਆ ਉਹਦੇ 'ਚ ਵੀ ਅਗਿਆਨੀ ਨੇ, ਉਹਦੇ 'ਚ ਕੋਈ ਗਿਆਨਵਾਨ ਵੀ ਹੋ ਸਕਦਾ ਹੈ। ਸਾਰਾ ਭੇਖ ਮਾੜਾ ਨਹੀਂ ਹੁੰਦਾ। ਜੋਗੀਆਂ ਦੇ ਵਿੱਚ ਵੀ ਚੰਗੇ ਜੋਗੀ ਨੇ। ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਨੂੰ ਮਿਲੇ ਨੇ, ਉਹਦੇ 'ਚ ਮੰਗਲਨਾਥ ਵਰਗੇ, ਭਰਥਰੀਨਾਥ ਵਰਗੇ ਚੰਗੇ ਵੀ ਤਾਂ ਹੈਗੇ ਸੀ। ਇਸ ਕਰਕੇ ਸਾਰਿਆਂ ਨੂੰ ਨਹੀਂ ਮਾੜਾ ਕਹਿ ਸਕਦੇ, ਪਰ ਬਹੁਤੀ ਗਿਣਤੀ ਇਹਨਾਂ 'ਚ ਅਗਿਆਨੀ ਨੇ, ਪਰਮਾਤਮਾ ਦਾ ਭਜਨ ਨਹੀਂ ਕਰਦੇ, ਭਰਮ ਦੇ ਵਿੱਚ ਭੁੱਲੇ ਹੋਏ ਨੇ। ਭਰਮ ਦੇ ਭੁਲੇਖੇ ਵਿੱਚ ਅਗਿਆਨੀ ਹੋਣ ਕਰਕੇ, ਬੈਰਾਗ ਵਿਵੇਕ ਦੇ ਨੇਤਰ ਨਾ ਹੋਣ ਕਰਕੇ ਅੰਧੇ ਹਨ, ਭੁੱਲੇ ਫਿਰਦੇ ਹਨ। ਜਾ ਪਹਿ ਜਾਓ ਆਪ ਛੁਟਕਾਵਨ। ਕਹਿੰਦੇ ਮਾਤਾ ਕਿਹਦੇ ਕੋਲ ਤੂੰ ਜਾ ਜਾ ਕੇ ਦੇਖ ਲਿਆ। ਹੁਣ ਗੱਲ ਕਰ ਰਹੀ ਜਾਂ ਜਿਨ੍ਹਾਂ ਦੇ ਪਹਿ ਪਾਸ ਆਪ ਆਪਾ ਭਾਵ ਹੰਕਾਰ, ਜਾਂ ਇਉਂ ਕਹੋ ਆਪਾ ਭਾਵ ਦੇਹ ਅਧਿਆਸ। ਤੇ ਉਹਨਾਂ ਨੂੰ ਫਿਰ ਜਿਨ੍ਹਾਂ ਦੇ ਕੋਲ ਐਸਾ ਹੈ, ਜਮਾਂ ਦੇ ਬੰਧਨ ਤੋਂ ਉਹ ਛੁਟਕਾਵਨ ਛਡਾਉਣ ਵਾਸਤੇ ਜਾਓ ਜਾਈਏ। ਜੇ ਉਹਨਾਂ ਦੇ ਕੋਲ ਵੀ ਇਹ ਸਾਡੇ ਜਮਾਂ ਦੇ ਬੰਧਨ ਛਡਾ ਦੇਣ, ਉਹਨਾਂ ਦੇ ਕੋਲ ਜਾ ਕਰਕੇ ਕੀ ਕਰਾਂਗੇ? ਉਹ ਖੁਦ ਹੀ ਹੰਕਾਰ ਦੇ ਬੰਨੇ ਹੋਏ ਹਨ। ਤੇ ਬਾਧੇ ਬਹੁ ਫੰਦਾ। ਤੇ ਜੇ ਉਹਨਾਂ ਦੇ ਕੋਲ ਜਾਓ ਤਾਂ
ਕਾਮ ਆਦਿਕ ਵਿਕਾਰਾਂ ਦੇ ਵਿੱਚ ਬੰਧਨਾਂ 'ਚ ਇਹਨਾਂ ਫੰਦਿਆਂ ਦੇ ਵਿੱਚ ਪਹਿਲੇ ਬੰਨੇ ਹੋਏ ਨੇ ਉਹਨਾਂ ਦੇ ਮਨ, ਉਹਨਾਂ ਦੀਆਂ ਬਿਰਤੀਆਂ, ਉਹਨਾਂ ਦਾ ਜੀਵਨ ਇਸ ਪ੍ਰਕਾਰ ਬਰਕ ਹੋਇਆ ਹੈ। ਇਹਨਾਂ ਦਾ ਜੀਵਨ ਇਉਂ ਬਰਬਾਦ ਹੋ ਰਿਹਾ ਤੇ ਇਸ ਪ੍ਰਕਾਰ ਦੱਸਦੇ ਹਨ ਤੇ ਬਾਧੇ ਬਹੁ ਫੰਦਾ। ਤੇ ਇਹ ਜਿਹੜੇ ਤੇ ਦਾ ਅਰਥ ਹੈ ਸਾਰੇ ਜਿਹੜੇ, ਤੇ ਉਹ ਸਾਰੇ ਹੀ ਬਹੁਤ ਸਾਰੇ ਕਾਮ ਆਦਿਕਾਂ ਦੇ ਵਿਕਾਰਾਂ ਦੇ ਫੰਦਾ ਬੰਧਨਾਂ ਦੇ ਵਿੱਚ ਬਾਧੇ ਬੰਨੇ ਹੋਏ ਹਨ ਜੀ। ਰਹਾਉ ਅਸਤਾਈ ਦੇ ਕੇ ਫਰਮਾਉਂਦੇ ਨੇ ਜਹ ਤੇ ਉਪਜੀ ਤਹੀ ਸਮਾਨੀ। ਜਹ ਜਿੱਥੇ ਤੋਂ ਇਹ ਜੀਵ ਕਲਾ ਉਪਜੀ ਪੈਦਾ ਹੋਈ ਹੈ, ਜਿੱਥੋਂ ਜੀਵਨ ਬਣੇ ਨੇ ਜੀਵਾਂ ਦੇ, ਤੇ ਤਹੀਂ ਉਸੇ ਵਿੱਚ ਹੀ ਸਮਾਨੀ ਸਮਾਉਣੀ ਹੈ। ਪਰਮਾਤਮਾ ਤੋਂ ਪੈਦਾ ਹੋਏ ਨੇ, ਪਰਮਾਤਮਾ 'ਚ ਸਮਾਉਣੇ ਆ। ਤੇ ਇਹ ਜੋ ਐਸੀ ਵਿਚਾਰ ਸੀ, ਐਸੀ ਜੁਗਤੀ ਸੀ, ਇਹ ਵਿਦ ਬਿਸਰੀ ਤਬ ਹੀ। ਇਹ ਵਿਦ ਵਿਧੀ ਤਬ ਤਦੋਂ ਹੀ ਨਿਸ਼ਚੈ ਕਰਕੇ ਫਿਰ ਬਿਸਰੀ ਭੁੱਲਦੀ ਹੈ। ਕਦੋਂ ਭੁੱਲਦੀ ਹੈ? ਇਹਦੇ ਵਿੱਚ ਇਹ ਵਿਚਾਰ ਹੈ। ਕਹਿੰਦੇ ਜਦੋਂ ਇਹ ਜੀਵ, ਅੱਗੇ ਬੋਲ ਦੋ ਜੀ। ਪੰਡਿਤ ਗੁਣੀ ਸੂਰ ਹਮ ਦਾਤੇ। ਸਾਰੀ ਇਹ ਕਹਿ ਵੱਡ ਹਮ ਹੀ। ਜਦੋਂ ਇਹ ਦਾ ਮਤਲਬ ਇਹ ਜੀਵ ਕਹਿ ਹੈ, ਕਹਿੰਦੇ ਨੇ ਕਿ ਹਮ ਅਸੀਂ ਸਭ ਤੋਂ ਵੱਡੇ ਹਾਂ ਅਤੇ ਅਸੀਂ ਪੰਡਿਤ ਵਿਦਵਾਨ, ਗੁਣੀ ਗੁਣਵਾਨ, ਸੂਰ ਸੂਰਮੇ, ਦਾਤੇ ਦਾਨੀ ਹਾਂ। ਇਹ ਹੰਕਾਰ ਹੈ। ਕਿਉਂਕਿ ਪੰਡਤਾਂ ਕੋਲ ਜਾਈਏ ਕਹਿੰਦੇ ਨੇ ਅਸੀਂ ਸਭ ਤੋਂ ਵੱਡੇ ਹਾਂ, ਤਿੰਨੇ ਵਰਨ ਸਾਡੀ ਪੂਜਾ ਕਰਦੇ ਨੇ, ਬ੍ਰਾਹਮਣ ਇਹ ਗੱਲ ਕਹਿੰਦੇ ਨੇ। ਪੰਡਿਤ ਵਿਦਵਾਨ ਹਾਂ ਅਸੀਂ, ਚਾਰੇ ਵੇਦਾਂ ਦੇ ਗਿਆਨ ਸਾਡੇ ਕੋਲ ਹੈ। ਜਦੋਂ ਗੁਣੀਆਂ ਦੇ ਕੋਲ ਜਾਈਏ, ਜਿਹੜੇ ਗਵਈਏ ਲੋਕ ਨੇ, ਗਾਉਣ ਦਾ ਗੁਣ ਹੈ, ਉਹ ਕਹਿੰਦੇ ਸਾਡੇ ਵਰਗਾ ਸ੍ਰੇਸ਼ਟ ਗੁਣੀ ਗੁਣਵਾਨ ਕੌਣ ਹੈ? ਹੋਰ ਸਾਡੇ ਵਰਗਾ ਗਵਈਆ ਕੋਈ ਨਹੀਂ। ਅਸੀਂ ਸੰਗੀਤ ਕਲਾ ਦੇ ਜਾਣੂ ਹਾਂ। ਤੇ ਜੇ ਕਿਤੇ ਚਾਰ ਸ਼ਸਤਰ ਚਲਾਉਣੇ ਜਿਹਨੇ ਸਿੱਖ ਲਏ, ਉਹ ਕਹਿੰਦੇ ਅਸੀਂ ਵੱਡ ਸੂਰਾ ਸੂਰਮੇ ਅਸੀਂ ਹਾਂ, ਸਾਰਿਆਂ ਤੋਂ ਸੂਰਮੇ ਹਾਂ। ਔਰ ਜੇ ਕਿਤੇ ਚੂਲੀ ਪਰ ਪਾਣੀ ਦਾਨ ਕਰਨ ਵਾਲਿਆਂ ਕੋਲ ਜਾਈਏ, ਉਹ ਕਹਿੰਦੇ ਅਸੀਂ ਦਾਤੇ ਹਾਂ, ਦਾਨ ਦੇਣ ਵਾਲੇ ਹਾਂ, ਸਾਡੇ ਵਰਗਾ ਕੌਣ ਹੈ? ਇਸ ਕਰਕੇ ਇਹ ਸਾਰੇ ਹੰਕਾਰ ਦੇ ਮਾਰੇ ਹੋਏ ਕਹਿੰਦੇ ਹਨ ਕਿ ਅਸੀਂ ਹੀ ਨਿਸ਼ਚੈਵਾਚਕ ਸ਼ਬਦ ਹੈ। ਨਿਸ਼ਚੈ ਕਰਕੇ ਸਭ ਨਾਲੋਂ ਵੱਡੇ ਹਾਂ, ਵੱਡ ਨਾਮ ਵੱਡੇ ਦਾ। ਤੇ ਇਸ ਕਰਕੇ ਫਿਰ ਕਹਿੰਦੇ ਨੇ ਇਹ ਵਿਦ ਵਿਸਰੀ ਤਬ ਹੀ। ਇਹਦੇ ਇਸ ਤਰ੍ਹਾਂ ਅਨਵੇਂ ਕਰਕੇ ਅਰਥ ਨੇ ਇਸ ਤੁਕ ਦੇ। ਇਹ ਜੋ ਅੰਦਰ ਵਿਦ ਵਿਧੀ ਹੈ, ਇਹ ਜੋ ਵਿਧੀ ਹੈ ਕਿ ਮੈਂ ਵਿਦਵਾਨ ਹਾਂ, ਮੈਂ ਜੋਗੀ ਹਾਂ, ਮੈਂ ਸਰੇਵੜਾ ਹਾਂ, ਮੈਂ ਪਰਮਹੰਸ ਹਾਂ, ਮੈਂ ਸੂਰਮਾ ਹਾਂ, ਇਹ ਹੰਗਤਾ ਜਦੋਂ ਵਿਸਰ ਗਈ। ਤੇ ਇਸ ਕਰਕੇ ਨਾ ਤਦੋਂ ਉਸ ਵੇਲੇ ਜਹ ਤੇ ਉਪਜੀ, ਜਿਸ ਵਾਹਿਗੁਰੂ ਸਰੂਪ ਤੋਂ ਅਗਿਆਨ ਕਰਕੇ ਇਹ ਸੰਸਾਰਾਕਾਰ ਬਿਰਤੀ ਉਪਜੀ ਪੈਦਾ ਹੋਈ ਸੀ, ਤਹੀਂ ਸਮਾਨੀ, ਉੱਥੇ ਜੋਤੀ ਸਰੂਪ ਪਰਮੇਸ਼ਰ ਦੇ ਸਮਾਨੀ ਅਭੇਦ ਹੋ ਜਾਂਦੀ ਹੈ। ਇਹ ਵਿਦ ਵਿਸਰੀ ਤਬ ਹੀ। ਇਹ ਜਿਹੜੇ ਇਸ ਤਰ੍ਹਾਂ ਦੀ ਬਿਰਤੀ ਸੀ ਨਾ, ਮੈਂ ਵਿਦਵਾਨ ਹਾਂ, ਮੈਂ ਜੋਗੀ ਹਾਂ, ਮੈਂ ਹਾਂ, ਮੈਂ ਸੂਰਮਾ, ਮੈਂ ਦਾਨੀ ਹਾਂ, ਇਹ ਭਾਵਨਾ ਜਦੋਂ ਵਿਸਰ ਗਈ, ਉਸ ਵੇਲੇ ਫਿਰ ਜਹ ਤੇ ਉਪਜੀ। ਇਹ ਜੀਵ ਕਲਾ ਜਿੱਥੋਂ ਪੈਦਾ ਹੋਈ ਤਾਂ ਉਹਦੇ ਵਿੱਚ ਤਹੀਂ ਸਮਾਨੀ, ਬ੍ਰਹਮ ਗਿਆਨ ਹੋਣ ਦੇ ਨਾਲ ਉਹਦੇ ਅਭੇਦ ਹੋ ਜਾਂਦੇ ਨੇ। ਇਸ ਪ੍ਰਕਾਰ ਦੱਸਦੇ ਹਨ ਜੀ। ਜਿਸ ਹੈ ਬੁਝਾਏ ਸੋਈ ਬੂਝੈ। ਜਿਸ ਦੇ ਤਾਈਂ ਪਰਮੇਸ਼ਰ ਗੁਰਾਂ ਦੁਆਰਾ ਤਤ ਦਾ ਜਿਹੜਾ ਲਖਾਇਕ ਤਤ ਪਦ ਦਾ ਲੱਖ ਅਰਥ ਬੁਝਾਏ ਸਮਝਾ ਦਿੰਦਾ, ਸੋਈ ਉਹੀ ਤੂੰ ਪਦ ਦੇ ਲੱਖ ਅਰਥ ਨੂੰ ਬੂਝੇ ਸਮਝਦਾ। ਜਿਸ ਨੂੰ ਗੁਰੂ ਸਾਹਿਬ ਉਪਦੇਸ਼ ਦੁਆਰਾ ਬੁਝਾਏ ਸਮਝਾ ਦਿੰਦੇ ਨੇ, ਤੇ ਸੋਈ ਉਹ ਸਰਵਣ ਕਰਕੇ ਫਿਰ ਮੰਨਣ ਕਰਦਾ, ਫਿਰ ਨਿਧਿਆਸਨ ਕਰਕੇ ਤਤ ਤੇ ਤੂੰ ਪਦ ਦਾ ਸੰਸ਼ੋਧਨ ਕਰਕੇ ਸਾਖਸ਼ਾਤ ਨੂੰ ਤੇ ਫਿਰ ਉਹ ਬੂਝੇ ਸਮਝਦਾ ਹੈ। ਬਿਨ ਬੂਝੇ ਕਿਉਂ ਰਹੀਐ। ਗੁਰਾਂ ਤੋਂ ਬੂਝੇ ਸਮਝ ਤੋਂ ਬਿਨ ਬਗੈਰ ਆਤਮਿਕ ਆਨੰਦ ਨੂੰ ਕਿਵੇਂ
ਰਹੀਏ ਰਹਿ ਸਕੀਦਾ ਹੈ। ਆਤਮ ਆਨੰਦ ਵਿੱਚ ਕਿਵੇਂ ਰਹਿ ਸਕੀਦਾ ਹੈ? ਜੰਮਣ ਮਰਨ ਤੋਂ ਰਹਿਤ, ਹੰਕਾਰ ਆਦਿਕ ਵਿਸ਼ਿਆਂ ਤੋਂ ਰਹਿਤ ਕਿਵੇਂ ਰਹੀਏ ਰਹੇਗਾ? ਨਹੀਂ ਰਹਿ ਸਕਦਾ। ਭਾਵ ਗੁਰੂ ਤੋਂ ਬਿਨਾ ਐਸਾ ਨਹੀਂ ਹੋ ਸਕਦਾ ਹੈ। ਸਤਿਗੁਰ ਮਿਲੈ ਅੰਧੇਰਾ ਚੂਕੈ। ਜੇ ਸਤਿਗੁਰੂ ਜੀ ਮਿਲ ਜਾਣ, ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਸਤਿਗੁਰੂ ਮਿਲ ਜਾਣ, ਫਿਰ ਇਹ ਜੀਵ ਜਦੋਂ ਪੂਰਨ ਸਤਿਗੁਰਾਂ ਦੇ ਨਾਲ ਮਿਲਦਾ ਹੈ, ਜਨਮਾਂ ਜਨਮਾਤਰਾਂ ਦੇ ਇਹਦੇ ਅੰਦਰ ਜਿਹੜਾ ਅਵਰਨ ਅਗਿਆਨ ਦਾ ਹਨੇਰਾ ਜਿਹੜਾ ਪਿਆ ਹੋਇਆ ਹੈ, ਉਹ ਫਿਰ ਚੁੱਕਿਆ ਜਾਂਦਾ ਹੈ। ਗੁਰੂ ਦੇ ਕੋਲ ਗਿਆਨ ਅੰਜਨ ਹੈ। ਗਿਆਨ ਅੰਜਨ ਗੁਰੂ ਦੀ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸੋ ਇਸ ਕਰਕੇ ਹੀ ਇਨ ਵਿਦ ਮਾਣਕ ਲਹੀਐ। ਇਸ ਵਿਦ ਤਰੀਕੇ ਨਾਲ ਸਰਬਨ ਮੰਨਨ ਨਿਧਿਆਸਨ ਦੁਆਰਾ ਆਤਮ ਸਰੂਪ ਇਹ ਮਾਨਕ ਰਤਨ ਰੂਪ ਪਰਮੇਸ਼ਰ ਹੈ, ਉਹ ਲਹੀਆ ਪ੍ਰਾਪਤ ਹੁੰਦਾ ਹੈ। ਮਾਨਕਾਂ ਦੀ ਨਹੀਂ, ਅਮੋਲਕ ਹੈ। ਪਰਮਾਤਮਾ ਦਾ ਨਾਮ ਵੀ ਅਮੋਲਕ, ਉਹ ਵੀ ਅਮੋਲਕ ਹੈ, ਤੇ ਉਹ ਫਿਰ ਲਹੀ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੇ ਚ ਅਭੇਦਤਾ ਹੋ ਜਾਂਦੀ ਹੈ। ਤਜ ਵਾਵੇ ਦਾਹਨੇ ਵਿਕਾਰਾ। ਇਹ ਭਾਈ ਬਾਵੇ ਤੇ ਦਾਹਨੇ, ਬਾਮ ਕਹਿੰਦੇ ਨੇ ਖੱਬੇ ਅੰਗ ਨੂੰ ਤੇ ਦਹਿਣਾ ਕਹਿੰਦੇ ਨੇ ਸੱਜੇ ਅੰਗ ਨੂੰ। ਇਸ ਕਰਕੇ ਇਸਲਾਮ ਦੇ ਵਿੱਚ, ਇਸਲਾਮ ਦੀਆਂ ਪੁਸਤਕਾਂ ਦੇ ਵਿੱਚ ਉਹਨਾਂ ਦਾ ਇਹ ਵਿਸ਼ਵਾਸ ਹੈ, ਕਥਨ ਹੈ ਕਿ ਮਨੁੱਖ ਦੇ ਜਿਹੜੇ ਪਾਪ ਨੇ ਉਹ ਖੱਬੇ ਪਾਸੇ ਰਹਿੰਦੇ, ਜਿਹੜੇ ਪੁੰਨ ਕਰਮ ਨੇ ਉਹ ਸੱਜੇ ਪਾਸੇ ਰਹਿੰਦੇ। ਇਸ ਕਰਕੇ ਇਹ ਮਰਿਆਦਾ ਬਣੀ ਕਿ ਆਪਣੇ ਇਸ਼ਟ ਨੂੰ ਹਮੇਸ਼ਾ ਆਪਣੇ ਸੱਜੇ ਪਾਸੇ ਰੱਖੋ। ਪਾਪ ਆਪਣੇ ਨੇ, ਇਸ ਕਰਕੇ ਸੱਜੇ ਪਾਸੇ ਰੱਖਣਾ ਕਰੋ। ਪ੍ਰਕਰਮਾ ਕਰਦੇ ਹਾਂ ਤਾਂ ਵੀ ਸੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਪ੍ਰਕਰਮਾ ਕਰੀਦੀ ਹੈ। ਔਰ ਇਸ ਕਰਕੇ ਸਾਧ ਸੰਜੀ, ਕਿਉਂਕਿ ਸਤਕਾਰ ਰੱਖਣ ਵਾਸਤੇ ਐਸਾ ਹੈ, ਤੇ ਖੱਬੇ ਪਾਸੇ ਕਹਿੰਦੇ ਪਾਪ ਰਹਿੰਦੇ ਆ। ਤਜ ਵਾਵੇ ਦਾਹਨੇ ਵਿਕਾਰਾ। ਇਹਦੇ ਨਾਲ ਹੁਣ ਇੱਕ ਹੋਰ ਵੀ ਗੱਲ ਕਰਦੇ ਨੇ ਕਬੀਰ ਸਾਹਿਬ, ਕਹਿੰਦੇ ਜਿਵੇਂ ਜਿਹੜੇ ਵਿਕਾਰ ਨੇ ਕਾਮ ਆਦਿ ਖੱਬੇ ਪਾਸੇ ਰਹਿਣ ਵਾਲੇ, ਤਜ ਛੱਡਣਾ ਕਰ। ਅੱਛਾ, ਦੂਸਰੀ ਗੱਲ ਕਹਿੰਦੇ ਤਜ ਵਾਵੇ ਦਾਹਨੇ ਵਿਕਾਰਾ, ਕਿ ਜਿਹੜਾ ਜੋਸ ਵਿਦਿਆ ਅਨੁਸਾਰ ਰੱਖੇ। ਜੀ ਮੇਰੀ ਹੁਣ ਖੱਬੀ ਅੱਖ ਫੜਕਦੀ ਹੈ, ਹੁਣ ਸੱਜੀ ਅੱਖ ਫੜਕਦੀ ਹੈ, ਇਹ ਕੋ ਸਗਨ ਤੇ ਸਗਨ ਮੰਨਦੇ ਆ। ਜਿਹੜਾ ਕਹਿੰਦੇ ਇਸ ਭਰਮ ਨੂੰ ਤਜ ਛੱਡਣਾ ਕਰ। ਬਾਵੇਂ ਦੀ ਨਿਆਈ ਪਾਪ ਤੇ ਦਹਿਣੇ ਦੀ ਨਿਆਈ ਪੁੰਨ, ਖੱਬੇ ਸੱਜੇ ਰਹਿਣ ਵਾਲੇ, ਇਹਨਾਂ ਦੋਹਾਂ ਦਾ ਅਧਿਆਸ ਹੀ ਛੱਡ ਦੇ। ਕਿਉਂ? ਕਹਿੰਦੇ ਜਿਹੜੇ ਪੁੰਨ ਨੇ ਉਹ ਤਾਂ ਸੋਨੇ ਦੀ ਬੇੜੀ ਹੈ, ਜਿਹੜੇ ਪਾਪ ਨੂੰ ਲੋਹੇ ਦੀ ਬੇੜੀ ਹੈ ਤਾਂ ਬੰਧਨ ਰੂਪ ਦੋਨੇ। ਦੋਨਾਂ ਦੇ ਵਿੱਚ ਇੱਕ ਬੰਨਣ ਦੀ ਉਹ ਭਾਵਨਾ ਹੈ, ਪੁੰਨ ਵੀ ਬਣਦਾ ਹੈ, ਪਾਪ ਵੀ ਬਣਦਾ ਹੈ। ਤੋ ਇਸ ਕਰਕੇ ਇਹਨਾਂ ਦੋਨਾਂ ਨੂੰ ਫਰਕ ਇੰਨਾ ਹੀ ਹੈ ਵੀ ਪੁੰਨਾਂ ਦਾ ਫਲ ਜਿਹੜਾ ਹੈ ਸੁੱਖ ਹੈ, ਸਵਰਗ ਦੇ ਸੁੱਖ, ਪਰ ਬੰਨਿਆ ਤਾਂ ਗਿਆ, ਫਿਰ ਉੱਥੋਂ ਸਿੱਟਿਆ ਜਾਂਦਾ ਹੈ। ਜਿਵੇਂ ਪਹਾੜਾਂ ਤੋਂ ਰੋੜ ਸਿੱਟ ਦਈਦਾ, ਛੋਟਾ ਪੱਥਰ ਰੋੜ ਦਈਦਾ, ਐਂ ਫਿਰ ਸਵਰਗ ਤੋਂ ਰੁੜਦੇ ਮਾਤ ਲੋਕ। ਜਿਹੜੇ ਪਾਪ ਕਰਮ ਹੈ ਉਹ ਨਰਕਾਂ ਦੇ ਵਿੱਚ ਜਾ ਕੇ ਦੁੱਖ ਭੋਗਦਾ, ਫਿਰ ਨਰਕਾਂ ਚੋਂ ਫਿਰ ਮੁੜ ਕੇ ਇੱਥੇ ਮਾਤ ਲੋਕ ਜਾ ਜਾਂਦਾ। ਇਸ ਕਰਕੇ ਇਹਨਾਂ ਨੂੰ ਤਜ ਦਿਓ, ਛੱਡ ਦਿਓ। ਤੇ ਅੱਗੇ ਕਰਨਾ ਕੀ ਹੈ ਮੁਕਤ ਹੋਣ ਵਾਸਤੇ ਦੱਸਦੇ ਹਨ। ਹਰ ਪਦ ਦ੍ਰਿੜ ਕਰ ਰਹੀਐ। ਇਹ ਭਾਈ ਇਹਨਾਂ ਨੂੰ ਛੱਡ ਕੇ ਬੰਧਨ ਰੂਪਨ ਦੋਨੇ, ਹਰ ਪਰਮੇਸ਼ਰ ਦਾ ਨਾਮ ਹੈ, ਉਹਦੀ ਪਦ ਪਦਵੀ ਜੋ ਆਤਮਿਕ ਆਨੰਦ ਦੀ ਪ੍ਰਾਪਤੀ ਹੈ, ਜਾਂ ਇਉਂ ਕਹੋ ਵੀ ਹਰ ਪਰਮੇਸ਼ਰ ਦੇ ਪਦ ਚਰਨ, ਜਿਹੜੇ ਚਰਨ ਕਮਲ, ਪਦ ਨਾ ਚਰਨਾਂ ਦਾ ਵੀ ਹੁੰਦਾ ਪਾਦ, ਹਿਰਦੇ ਦੇ ਵਿੱਚ ਦ੍ਰਿੜ ਸਥਿਤ ਕਰਕੇ ਰਹੀਏ, ਰਹਿਣਾ ਕਰੀਏ। ਫਿਰ ਕੀ ਹੋਏਗਾ? ਆਨੰਦ ਪ੍ਰਾਪਤ ਹੋਵੇਗਾ। ਕਹੋ ਕਬੀਰ ਗੂੰਗੇ ਗੁੜ ਖਾਇਆ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਸ ਪ੍ਰਕਾਰ, ਜਿਵੇਂ ਗੂੰਗਾ ਪੁਰਸ਼ ਹੈ ਜਿਹਦੇ ਕੋਲ ਜ਼ਬਾਨ ਨਹੀਂ, ਸ਼ਬਦ ਨਹੀਂ ਹੈ, ਲਫ਼ਾਜ਼ ਹੈ ਨਹੀਂ ਉਹਦੇ ਕੋਲ, ਉਹ ਬੋਲਣ ਤੋਂ ਆਸਮਰਥ ਹੈ। ਉਹਨੂੰ ਗੁੜ ਖਿਲਾਇਆ ਜਾਵੇ ਤੇ ਫਿਰ ਉਹਨੂੰ ਪੁੱਛੀਏ ਵੀ ਕਿਸ ਤਰ੍ਹਾਂ ਦਾ ਸਵਾਦ ਹੈ ਇਹਦੇ ਵਿੱਚ,
ਤੇ ਕਬੀਰ ਸਾਹਿਬ ਕਹਿੰਦੇ ਪੁੱਛੇ ਤੇ ਬੋਲ ਦੋ ਜੀ ਅੱਗੇ। ਪੁੱਛੇ ਤੇ ਕਿਆ ਕਹੀਐ। ਫਿਰ ਉਹਨੂੰ ਪੁੱਛਣ ਤੋਂ ਬਾਅਦ ਗੂੰਗਾ ਪੁਰਸ਼ ਕਿਆ ਕਹੀਐ, ਕੀ ਕਹੇਗਾ, ਕਿਉਂਕਿ ਸ਼ਬਦ ਨਹੀਂ ਹੈ ਕੋਲ। ਤੇ ਇਸ ਕਰਕੇ ਫਿਰ ਗੂੰਗਾ ਕੀ ਤੇ ਬੋਲਣਾ ਕੀ। ਕਹਿੰਦੇ ਉਹਨੂੰ ਕੋਈ ਵੀ ਸ਼ਬਦ ਨਹੀਂ ਹੁਣ ਕਹਿ ਨਹੀਂ ਸਕਦਾ। ਹਾਂ, ਖੁਸ਼ੀ ਜ਼ਾਹਰ ਕਰ ਸਕਦਾ ਹੈ, ਉਹ ਚਿਹਰੇ ਦੀ ਮੁਸਕਰਾਹਟ ਬੁੱਲ੍ਹਾਂ ਦੀ, ਜਾਂ ਉਸ ਦੇ ਖੁਸ਼ੀ ਦੇ ਵਿੱਚ ਚਿਹਰੇ ਦਾ ਖਿੜਾਅ ਜਿਹੜਾ ਹੈ ਉਹ ਦੱਸੇਗਾ ਵੀ ਇਹਨੂੰ ਗੁੜ ਖਾਧੇ ਦਾ ਆਨੰਦ ਆਇਆ ਹੈ। ਤੇ ਇਸ ਕਰਕੇ ਪਰਮੇਸ਼ਰ ਦਾ ਜਿਹੜਾ ਆਨੰਦ ਹੈ ਉਹ ਰਸਨਾ ਕਰਕੇ ਦੱਸਿਆ ਨਹੀਂ ਜਾ ਸਕਦਾ। ਜਿਹਨੂੰ ਆਨੰਦ ਆਉਂਦਾ ਹੈ ਸੋ ਰਸ ਉਹੀ ਜਾਣੈ ਜੀਓ। ਉਸ ਰਸ ਨੂੰ ਉਹੀ ਜਾਣ ਸਕਦਾ ਹੈ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ। ਉਹ ਸੋਏ ਅਨੁਭਵ ਦੇ ਕਰਕੇ ਜਾਣਨ ਵਾਲਾ ਜਾਣਿਆ ਜਾਂਦਾ ਹੈ। ਸੋਏ ਅਨੁਭਵ ਕਰਕੇ ਜਾਣਦੇ ਹਨ ਉਸ ਨੂੰ, ਪਰ ਉਹਦਾ ਕੋਈ ਵਿਆਖਿਆ ਨਹੀਂ ਹੈ। ਤ੍ਰੇਤੇ ਦੇ ਪ੍ਰਸੰਗ ਵਿੱਚ ਐਸਾ ਹੁੰਦਾ ਹੈ, ਇੱਕ ਵਾਰੀ ਭਗਵਾਨ ਰਾਮਚੰਦਰ ਜੀ ਨੇ ਆਪਣੇ ਗੁਰਦੇਵ ਵਸਿਸ਼ਠ ਨੂੰ ਪ੍ਰਸ਼ਨ ਕੀਤਾ ਕਿ ਜੀ ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦੀ ਵਿਆਖਿਆ ਕੀ ਹੈ। ਵਸਿਸ਼ਠ ਜੀ ਚੁੱਪ ਰਹੇ ਤੇ ਰਾਮ ਜੀ ਨੇ ਸੋਚਿਆ ਵੀ ਸ਼ਾਇਦ ਮੇਰੀ ਗੱਲ ਗੁਰਦੇਵ ਨੇ ਧਿਆਨ ਨਾਲ ਨਹੀਂ ਸੁਣੀ। ਉਹਨੇ ਫੇਰ ਸਵਾਲ ਕੀਤਾ, ਗੁਰਦੇਵ ਮੈਂ ਆਪ ਜੀ ਨੂੰ ਪੁੱਛਿਆ ਸੀ ਕਿ ਬ੍ਰਹਮ ਦਾ ਆਨੰਦ ਕਿਹੋ ਜਿਹਾ ਹੈ, ਕਿਸ ਤਰ੍ਹਾਂ ਦਾ ਹੈ ਬ੍ਰਹਮ ਦਾ ਸਰੂਪ, ਉਹਦਾ ਆਨੰਦ ਤੇ ਉਹਦਾ ਸਰੂਪ ਕੈਸਾ ਹੈ। ਉਹ ਫੇਰ ਚੁੱਪ ਰਹੇ। ਤੀਸਰੀ ਵਾਰ ਰਾਮ ਜੀ ਕਹਿਣ ਲੱਗੇ, ਗੁਰਦੇਵ ਮੈਂ 2 ਵਾਰ ਪ੍ਰਸ਼ਨ ਪਹਿਲਾਂ ਕਰ ਚੁੱਕਾ, ਮੈਂ ਹੁਣ ਤੀਸਰੀ ਵਾਰ ਪ੍ਰਸ਼ਨ ਕਰਨ ਲੱਗਿਆ ਵੀ ਤੁਸੀਂ ਮੇਰਾ ਉੱਤਰ ਕਿਉਂ ਨਹੀਂ ਦਿੰਦੇ। ਉਹ ਫੇਰ ਚੁੱਪ ਰਹੇ। ਕਹਿਣ ਲੱਗੇ, ਗੁਰਦੇਵ ਜਾਂ ਤਾਂ ਤੁਹਾਡੇ ਕੋਲ ਮੇਰੇ ਸਵਾਲ ਦਾ ਉੱਤਰ ਹੀ ਨਹੀਂ ਹੈ, ਜਾਂ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਸ਼ਿਸ਼ ਦਾ ਕੋਈ ਜ਼ੋਰ ਤਾਂ ਨਹੀਂ ਹੈ ਜੇ ਗੁਰਦੇਵ ਉੱਤਰ ਨਾ ਦੇਣਾ ਚਾਹੇ। ਮੈਨੂੰ ਦੱਸੋ ਦੋਨਾਂ ਗੱਲਾਂ 'ਚ ਵੀ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ ਜਾਂ ਤੁਹਾਡੇ ਕੋਲ ਉੱਤਰ ਹੀ ਨਹੀਂ ਹੈ। ਫਿਰ ਵਸਿਸ਼ਠ ਜੀ ਬੋਲੇ, ਰਿਸ਼ੀ ਮੁਨੀ ਬੈਠੇ ਸੀ ਸਾਰੇ, ਕਹਿੰਦੇ ਹੇ ਰਾਮ ਮੈਂ ਤਾਂ ਇਹਦਾ ਉੱਤਰ ਕਦੋਂ ਦਾ ਦੇ ਚੁੱਕਾ। ਕਹਿੰਦੇ ਜੀ ਹੱਦ ਹੋ ਗਈ, ਤੁਸੀਂ ਤਾਂ ਬੋਲੇ ਹੀ ਹੁਣ। ਕਹਿੰਦੇ ਇਸ ਸਵਾਲ ਦਾ ਜਿਹੜਾ ਉੱਤਰ ਹੈ ਕਿ ਬ੍ਰਹਮ ਕੈਸਾ, ਉਹਦਾ ਆਨੰਦ ਕੈਸਾ ਹੈ, ਕਹਿੰਦੇ ਉਹਦਾ ਉੱਤਰ ਹੀ ਚੁੱਪ ਹੈ। ਇਹ ਮੈਂ ਤੈਨੂੰ ਉੱਤਰ ਦਿੱਤਾ ਵੀ ਚੁੱਪ ਹੈ, ਉੱਥੇ ਵੀ ਆਖਿਆ ਕੋਈ ਨਹੀਂ। ਇਸ ਕਰਕੇ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ। ਇਹ ਗੱਲ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਉਹਦਾ ਆਨੰਦ ਉਹੀ ਜਾਣਦਾ ਹੈ ਜਿਸ ਨੂੰ ਇਹ ਆਨੰਦ ਆਇਆ। ਤੁਸੀਂ ਕੋਈ ਵੀ ਅਭਿਆਸੀ ਅਭਿਆਸ ਕਰਦੇ ਕਰਦੇ ਕਈ ਵਾਰੀ ਉਹ ਆਨੰਦ ਆਉਂਦਾ ਹੈ। ਹੁਣ ਤੁਸੀਂ ਦੱਸੋ ਵੀ ਜਿਸ ਪਰਮੇਸ਼ਰ ਦਾ ਨਾਮ ਲੈਣ ਦੇ ਨਾਲ ਆਨੰਦ ਆ ਰਿਹਾ ਹੈ, ਜਿੱਦਣ ਮਿਲੇਗਾ ਪ੍ਰਤੱਖ ਹੋ ਕੇ, ਫਿਰ ਉਸ ਮਿਲਾਪ ਨੂੰ ਕੋਈ ਹੈ ਕਿਸੇ ਕੋਲ ਵਿਆਖਿਆ, ਉਹੀ ਜਾਣਦਾ ਹੈ। ਸੋ ਰਸ ਸੋਈ ਜਾਣਾ ਜੀਓ। ਇਸ ਕਰਕੇ ਕਬੀਰ ਸਾਹਿਬ ਨੇ ਸ਼ਬਦ ਵਿੱਚ ਕਥਨ ਕੀਤਾ ਹੈ। ਅੱਗੇ ਦੱਸਦੇ ਹਨ ਜੀ, ਰਾਗ ਗੌੜੀ ਪੂਰਬੀ ਕਬੀਰ ਜੀ। ਅੱਗੇ ਰਾਗ ਤਾਂ ਚਲੋ ਰਾਗਣੀ ਤਾਂ ਗੌੜੀ ਹੋਈ ਹੈ, ਤੇ ਪਰ ਪੂਰਬੀ ਜਾਤੀ ਹੈ ਇਹਦੀ, ਜਿਹੜੀ 13 ਕਿਸਮ ਦੀ ਗੌੜੀ ਹੈ, ਜਿਹਦੇ ਵਿੱਚ ਜਿਹੜੇ ਕੁਝ ਪ੍ਰਗਟ ਤੇ ਕੁਝ ਲੋਪ ਇਸ ਤਰ੍ਹਾਂ ਦਾ ਪਿੱਛੇ ਵਿਚਾਰਾਂ ਹੋ ਚੁੱਕੀਆਂ ਜਿੱਥੇ ਰਾਗ ਸ਼ੁਰੂ ਹੋਇਆ। ਤੇ ਕਬੀਰ ਸਾਹਿਬ ਜੀ ਨੇ ਪੂਰਬੀ ਜਾਤੀ ਦੇ ਵਿੱਚ ਇਹ ਕਥਨ ਕੀਤਾ ਹੈ ਜੇ ਅੱਗੇ ਸ਼ਬਦ ਜੋ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ, ਓੰਕਾਰ ਸਰਵ ਕਾ ਪ੍ਰਕਾਸ਼, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਇਹ ਉਹਦਾ ਆਪਣਾ ਸਰੂਪ ਹੈ। ਉਹਦੇ ਵਿਸ਼ੇਸ਼ਣ ਹਨ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਤੇ ਇਸ ਕਰਕੇ ਫਿਰ ਇਹ ਜਿਹੜਾ ਸ਼ਬਦ ਹੈ, ਕਬੀਰ ਸਾਹਿਬ ਜੀ ਇਹ ਇੱਕ ਯੋਗੀ ਸੀ, ਉੱਥੇ ਕਬੀਰ ਸਾਹਿਬ ਉਹਦੀ ਸੰਗਤ ਕਰਦੇ ਰਹੇ, ਬਹੁਤ ਵਿਚਾਰਵਾਨ ਸੀ, ਯੋਗਾ ਅਭਿਆਸ ਦੇ ਵਿੱਚ ਕਾਮਯਾਬ ਸੀ।
ਦਸਮਦਾਰ ਬਿਰਤੀ ਚੜਾ ਲੈਂਦਾ ਸੀ। ਤੇ ਕਬੀਰ ਸਾਹਿਬ ਜੀ ਦਾ ਸਤਸੰਗੀ ਸੀ। ਭਗਤ ਜੀ ਨੇ ਅਸਲ ਦੇ ਵਿੱਚ ਉਹਦੇ ਕੋਲੋਂ ਯੋਗਾ ਅਭਿਆਸ ਸਿੱਖਿਆ ਸੀ। ਜਿਹਦੇ ਕੋਲੋਂ ਕੋਈ ਸਿੱਖੀ ਦਾ ਉਹਦਾ ਫਿਰ ਬੜਾ ਪ੍ਰੇਮ ਤਾਂ ਹੁੰਦਾ ਹੀ ਹੈ ਨਾ, ਵੀ ਮੈਨੂੰ ਸਿਖਾ ਲਈਏ ਨੇ ਚੀਜ਼। ਉਹ ਜੋਗੀ ਦੇ ਅੰਦਰ ਵੀ ਬੜੀ ਭਾਵਨਾ ਸੀ ਕਿ ਇੱਕ ਮਹਾਂਪੁਰਖ ਦਾ ਮੈਨੂੰ ਮਿਲਾਪ ਹੋਇਆ ਹੈ। ਯੋਗ ਅਭਿਆਸ ਤਾਂ ਭਾਵੇਂ ਮੈਂ ਜ਼ਰੂਰ ਮੈਥੋਂ ਹੀ ਸਿੱਖਿਆ ਕਬੀਰ ਨੇ, ਪਰ ਇਹ ਕਮਾਈ ਵਾਲਾ ਮੁਕਤ ਪੁਰਸ਼ ਹੈ, ਇਹ ਮੇਤੋਂ ਉੱਚਾ ਹੈ। ਇਸ ਕਰਕੇ ਉਹ ਜੋਗੀ ਭਗਤ ਜੀ ਦਾ ਬਹੁਤ ਹੀ ਸਤਿਕਾਰ ਵੀ ਕਰਦਾ ਸੀ, ਮਿਲਾਪੀ ਸੀ। ਕੁਝ ਸਮਾਂ ਪਾ ਕੇ, ਸਮਾਂ ਥੋੜਾ ਜਿਹਾ ਲੰਘਿਆ, ਹੁਣ ਜਿਹੜੀ ਘਟਨਾ ਸਾਰਿਆਂ ਤੇ ਘਟਣੀ ਹੈ, ਸਾਰਿਆਂ ਤੇ ਵਾਪਰਨੀ ਹੈ, ਉਹ ਜੋਗੀ ਦੀ ਮੌਤ ਹੋ ਗਈ, ਸਰੀਰ ਤਿਆਗ ਗਿਆ। ਜੋਗੀ ਦੇ ਚੇਲੇ ਕਬੀਰ ਸਾਹਿਬ ਕੋਲ ਗਏ, ਕਹਿਣ ਲੱਗੇ ਜੀ ਤੁਹਾਡਾ ਮਿੱਤਰ ਯੋਗੀ ਸਾਡਾ ਗੁਰੂ ਜੀ ਉਹ ਚੜ੍ਹਾਈ ਕਰ ਗਿਆ ਹੈ। ਆਪਾਂ ਚੜ੍ਹਾਈ ਸ਼ਬਦ ਵਰਤਦੇ ਹਾਂ, ਉਹ ਬ੍ਰਹਮਲੀਨ ਕਹਿੰਦੇ ਆ, ਜਾਂ ਫਿਰ ਵੀ ਉਹ ਬੈਕੁੰਠ ਵਾਸੀ ਹੋ ਗਿਆ ਜੀ, ਸਰੀਰ ਤਿਆਗ ਗਿਆ, ਇਸ ਤਰ੍ਹਾਂ ਦੇ ਸ਼ਬਦ ਆਪਣੇ ਮੂੰਹ ਇਹ ਚੜੇ ਹੋਏ ਨੇ ਵੀ ਚੜ੍ਹਾਈ ਕਰ ਗਏ। ਖਾਲਸੇ ਦਾ ਬੋਲਦਾ। ਕਬੀਰ ਸਾਹਿਬ ਜੀ ਇਹ ਸੁਣ ਕੇ ਉਸ ਦੇ ਕੋਲ ਜਾਣਾ ਕੀਤਾ ਉਹਨਾਂ ਨੇ। ਕਬੀਰ ਜੀ ਉਹ ਮ੍ਰਿਤੂ ਹੋਇਆ ਪਿਆ ਸੀ ਜਿੱਥੇ, ਉਹਦੇ ਘਰ ਪਹੁੰਚੇ, ਉੱਥੇ ਬੈਠ ਗਏ। ਹੁਣ ਕਬੀਰ ਜੀ ਦੇ ਜਾਣ ਦੇ ਨਾਲ ਕਈਆਂ ਨੂੰ ਤਾਂ ਕਬੀਰ ਦੇ ਦਰਸ਼ਨ ਬੜੇ ਦੁਰਲਭ ਸੀ। ਜਿਉਂ ਕਬੀਰ ਸਾਹਿਬ ਗਏ, ਕਈ ਉੱਥੇ ਹੋਰ ਸਤਸੰਗੀ ਉਹ ਵੀ ਜਾ ਪਹੁੰਚੇ। ਸਵਾਮੀ ਜੀ ਆਏ ਨੇ, ਉੱਥੇ ਬੈਠ ਕੇ ਫਿਰ ਕਬੀਰ ਸਾਹਿਬ ਜੀ ਨੇ ਵਿਰਾਗਮਈ ਉਪਦੇਸ਼ ਦੇਣਾ ਸ਼ੁਰੂ ਕੀਤਾ। ਜੋਗੀ ਦੀ ਲਾਸ਼, ਉਹਦੀ ਦੇਹ ਪਈ ਹੈ ਮ੍ਰਿਤਕ ਦੇ, ਉਹਦੇ ਚੇਲੇ ਚਾਟੜੇ ਜਿਹੜੇ ਸੀ ਭਾਵਨ ਵਾਲੇ ਰੋ ਰਹੇ ਨੇ। ਉਹਨੂੰ ਕਹਿੰਦੇ ਵੀ ਰੋ ਨਾ, ਮੈਂ ਤੁਹਾਨੂੰ ਇਹ ਜੋਗੀ ਦੀ ਬਾਬਤ ਦੱਸਦਾ। ਬੈਰਾਗਮਈ ਸ਼ਬਦ ਉਚਾਰਨ ਕੀਤਾ। ਇਹ ਇਸੇ ਜੋਗੀ ਦੇ ਪ੍ਰਥਾਏ। ਦੂਸਰਾ ਸ਼ਬਦ ਆਸਾ ਰਾਗ ਵਿੱਚ ਵੀ ਆਉਂਦਾ ਹੈ, ਗਗਨ ਨਗਰ ਇੱਕ ਬੂੰਦ ਨਾ ਵਰਖ ਹੈ। ਇਹ ਜਿਹੜਾ ਸ਼ਬਦ ਹੈ ਇਹ ਵੀ ਇਸੇ ਜੋਗੀ ਦੇ ਪ੍ਰਥਾਏ, ਉੱਥੇ ਵੀ ਇਹੀ ਉਥਾਨਕਾ ਲੱਗੇ। ਫਿਰ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਵਿੱਚ ਇਹ ਉਹਦੀ ਜਿਹੜੀ ਪੂਰਬੀ ਜਾਤੀ ਹੈ ਪਾਵਨ, ਇਹ ਸ਼ਬਦ ਫਿਰ ਉਸ ਵੇਲੇ ਉਚਾਰਨ ਕੀਤਾ ਹੈ ਜੀ। ਸੁਣੋ। ਜਹ ਕਛ ਆਹਾ ਤਹਾ ਕਿਛ ਨਾਹੀ। ਇੱਕ ਗੱਲ ਭਾਈ ਧਿਆਨ ਦੇ ਨਾਲ ਸਤਸੰਗੀਆਂ ਨੇ ਨਿਸ਼ਚਾ ਕਰਨੀ ਹੈ। ਕਦੇ ਕਦੇ ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਬਹੁਤ ਔਖੇ ਹੁੰਦੇ ਨੇ ਸਮਝਣੇ। ਇਹ ਉਹਨਾਂ ਜਿਹੜੇ ਬਹੁਤੇ ਔਖੇ ਨੇ ਉਹਨਾਂ ਚੋਂ ਹੀ ਆਏ ਵੀ ਸ਼ਬਦ। ਇਸ ਕਰਕੇ ਥੋੜੀ ਜਿਹੀ ਜ਼ਿਆਦਾ ਹੋਰ ਇਕਾਗਰਤਾ ਚਾਹੀਦੀ ਹੈ ਇਹਦੇ 'ਚ। ਜਹ ਕਛ ਆਹਾ ਤਹਾ ਕਿਛ ਨਾਹੀ। ਜਹ ਦਾ ਅਰਥ ਹੈ ਜਿੱਥੇ, ਕਛ ਕੁਝ ਜਾਣੇ ਤਨਕ ਮਾਤਰ। ਜੋਗੀ ਦਾ ਜਿਹੜਾ ਬੋਲਣਾ, ਵਿਵਹਾਰ ਕਰਨਾ, ਇਤਿਆਦਿਕ ਜਿਹੜਾ ਸੀ ਇਹ ਹੋ ਰਿਹਾ ਸੀ। ਆਹਾ ਦਾ ਅਰਥ ਹੈ ਸੀ, ਹੋ ਰਿਹਾ ਸੀ। ਤਹਾਂ ਤੇ ਉੱਥੇ ਹੁਣ ਕਿਛ ਕੁਝ ਵੀ ਨਹੀਂ ਹੋ ਰਿਹਾ। ਭਾਵ ਜੋਗੀ ਦੇ ਨਾ ਹੱਥ ਹਿਲਦੇ ਨੇ, ਨਾ ਪੈਰ ਹਿਲਦੇ, ਨਾ ਜ਼ਬਾਨ ਹਿਲਦੀ ਹੈ, ਨਾ ਅੱਖਾਂ ਹਿਲਦੀਆਂ ਨੇ। ਕਹਿੰਦੇ ਹੁਣ ਕੁਝ ਵੀ ਨਹੀਂ ਹੋ ਰਿਹਾ। ਕਹਿੰਦੇ ਇਹ ਭਾਣਾ ਵਰਤ ਗਿਆ ਹੈ ਪੰਚ ਤਤ ਤਹ ਨਾਹੀ। ਇਹ ਜੋਗੀ ਕਹਿੰਦਾ ਸੀ ਵੀ ਮੈਨੂੰ ਬ੍ਰਹਮੰਡ ਦੀਆਂ ਖਬਰਾਂ ਪ੍ਰਾਪਤ ਹੋ ਜਾਂਦੀਆਂ ਨੇ, ਇਹ ਸਿੱਧੀ ਹੈ। ਦੂਰ ਦੀ ਆਵਾਜ਼ ਸੁਣ ਲੈਣੀ, ਦੂਰ ਦਰਸ਼ਨ ਤੇ ਦੂਰ ਦੀਆਂ ਆਵਾਜ਼ਾਂ ਸੁਣੀਆਂ, ਖਬਰਾਂ ਪ੍ਰਾਪਤ ਹੁੰਦੀਆਂ ਸੀ। ਤੇ ਪੰਜ ਤਤ ਤੈ ਨਾਹੀ, ਇਹ ਜਿਹੜੀਆਂ ਹੁਣ ਤਾਂ ਕੁਝ ਵੀ ਨਹੀਂ ਹੈ। ਪਹਿਲਾਂ ਜੋਗੀ ਕਹਿੰਦਾ ਸੀ ਮੈਨੂੰ ਪੰਜ ਤੱਤਾਂ ਦੀਆਂ ਜਿਹੜੀਆਂ ਉਹਨਾਂ ਪੰਜਾਂ ਤੱਤਾਂ ਦੇ ਰੰਗ ਪ੍ਰਤੀਤ ਹੁੰਦੇ ਨੇ, ਤੇ ਤਹ ਉੱਥੇ ਕੁਝ ਨਾ ਹੀ ਨਹੀਂ ਹੁੰਦਾ। ਹੁਣ ਇੱਥੇ ਕੁਝ ਵੀ ਨਹੀਂ ਹੋ ਰਿਹਾ। ਉਹ ਪੰਜਾਂ ਤੱਤਾਂ ਦੀ ਐਸੀ ਗੱਲ ਹੈ ਵੀ ਆਕਾਸ਼ ਦਾ ਰੰਗ ਹੈ ਨੀਲਾ। ਨੇਤਰ ਬੰਦ ਕਰਕੇ ਇਕਾਗਰ ਹੋਏ ਨੂੰ ਅੰਦਰ ਨੀਲਾ ਚਾਨਣਾ ਦਿਸਦਾ ਹੈ। ਤੇ ਦੂਸਰਾ ਹਵਾ ਦਾ ਰੰਗ ਹੈ ਹਰਾ, ਤੇ ਸਮਾਧੀ ਦੇ ਵਿੱਚ ਹਰਾ ਰੰਗ ਪ੍ਰਤੀਤ ਹੋਣਾ, ਉਹਦੇ ਝਲਕਾਰੇ ਪੈਂਦੇ ਆ। ਇਸੇ ਤਰ੍ਹਾਂ ਅੱਗ ਦਾ ਰੰਗ ਹੈ ਲਾਲ, ਲਾਲ ਰੰਗ ਦਾ ਝਲਕਾਰਾ ਪੈਣਾ। ਪਾਣੀ ਦਾ ਰੰਗ ਚਿੱਟਾ ਹੈ, ਚਿੱਟਾ ਰੰਗ ਦਿਖਣਾ ਸਫੈਦ। ਧਰਤੀ ਦਾ ਰੰਗ ਪੀਲਾ ਹੈ, ਕਦੇ ਕਦੇ ਪੀਲਾ ਰੰਗ ਦਿਸਣਾ।
ਇਹ ਫਿਰ ਯੋਗ ਅਭਿਆਸ ਕਰਨ ਵਾਲਿਆਂ ਨੂੰ ਤੇ ਕੁਝ ਯੋਗ ਅਭਿਆਸ ਤੋਂ ਬਿਨਾਂ ਵੀ ਸਹਿਯੋਗੀਆਂ ਨੂੰ ਵੀ ਦਿਸਦੇ ਨੇ। ਉਹ ਯੋਗ ਅਨੁਸਾਰ ਦਿਸਦੇ ਨੇ, ਇਹ ਉਹ ਤੋਂ ਬਿਨਾਂ ਦਿਸਣ ਲੱਗ ਜਾਂਦੇ ਨੇ। ਨੇਤਰ ਬੰਦ ਹੋਇਆਂ ਤੋਂ ਚਾਨਣਾ ਦਿਸਦਾ ਹੈ। ਇਹ ਸਤੋਮੀ ਬਿਰਤੀ ਦੇ ਝਲਕਾਰੇ ਨੇ। ਇਹ ਸਭ ਕੁਝ ਤੂੰ ਕਹਿੰਦਾ ਸੀ ਵੀ ਮੈਨੂੰ ਦਿਸਦੇ ਹੈ, ਪੰਜੇ ਤੱਤਾਂ ਦੀਆਂ ਮੈਨੂੰ ਇਹਨਾਂ ਦੀਆਂ ਰੋਸ਼ਨੀਆਂ ਦਿਸਦੀਆਂ ਨੇ ਅੰਦਰ, ਤਹਿ ਨਾ ਹੀ ਕਹਿੰਦੇ ਹੁਣ ਤਾਂ ਨਾ ਪੰਜ ਤੱਤ ਰਹੇ ਤੇ ਨਾ ਤੈਨੂੰ ਇਹ ਜਿਹੜਾ ਕੁਝ ਦਿਸਦਾ ਸੀ ਉਹ ਵੀ ਨਹੀਂ ਰਿਹਾ ਜੋਗੀ, ਕੁਝ ਵੀ ਨਹੀਂ ਰਿਹਾ ਹੈ। ਏੜਾ ਪਿੰਗੁਲਾ ਸੁਖ ਮਨ ਬੰਦੇ। ਹੁਣ ਅੱਗੇ ਕਿਉਂਕਿ ਜੋਗਾ ਅਭਿਆਸੀ ਸੀ ਨਾ ਇਹ, ਤਾਂ ਗੂੜੀ ਗੱਲ ਹੋ ਗਈ ਅੱਜ ਦੀ। ਤੂੰ ਪਹਿਲਾਂ ਕਹਿੰਦਾ ਸੀ ਏੜਾ, ਇਹ ਆਪਣੇ ਖੱਬੇ ਪਾਸੇ ਨਾਸਕਾ ਦੇ ਜਿਹੜੀ ਛੇਕ ਹੈ ਨਾ, ਜਿੱਥੇ ਹਵਾ ਆਉਂਦੀ ਜਾਂਦੀ ਹੈ, ਦੋ ਨੇ ਸੁਰਾਖ। ਖੱਬੇ ਪਾਸੇ ਵਾਲਾ ਜਿਹੜਾ ਸੁਰਾਖ ਹੈ ਇਹਦਾ ਨਾਮ, ਇਹਦੇ ਅੰਦਰ ਇੱਕ ਨਾੜੀ ਆ, ਉਹਦਾ ਨਾਮ ਹੈ ਏੜਾ। ਉਹ ਨਾੜੀ ਦਾ ਨਾਮ ਹੈ ਤੇ ਚੰਦਰਮਾ ਦੀ ਸੁਰ ਹੈ ਇਹ। ਇਹਦੇ ਦੁਆਰਾ ਜਦੋਂ ਯੋਗੀ ਪ੍ਰਾਣ ਚੜਾਉਂਦਾ ਹੈ ਅੰਦਰ, ਫਿਰ ਠੰਡ ਵਰਤ ਜਾਂਦੀ ਹੈ ਤੇ ਬੜਾ ਸੌਖਾ ਜਿਹਾ ਤਰੀਕਾ ਹੈ। ਇਹਨਾਂ ਦੋਨੇ ਸੁਰਾਂ ਨੂੰ ਬਦਲਣ ਦਾ ਤਰੀਕਾ ਹੈ। ਤੁਸੀਂ ਜਦੋਂ ਮਰਜੀ ਇਹਨੂੰ, ਇਹ ਵਿਚਾਰ ਨੂੰ ਸੁਣ ਕੇ ਨਾ ਅਜਮਾਇਸ਼ ਕਰ ਲਿਓ। ਤੁਸੀਂ ਸਮਝ ਲਓ ਵੀ ਤੁਹਾਡੀ ਨਾਸਕਾ ਜਿਹੜੀ ਹੈ ਉਹ ਖੱਬੇ ਪਾਸੇ ਵਾਲੀ ਬੰਦ ਹੈ। ਤੁਸੀਂ ਐਨ ਬੱਖੀ ਭਰਨੇ ਸੱਜੇ ਪਾਸੇ, ਇਸ ਤਰ੍ਹਾਂ ਬੱਖੀ ਭਰਨੇ ਲੇਟ ਜਾਓ, ਮਿੰਟ 5 ਨਹੀਂ ਲੱਗਣੇ, ਤੁਹਾਡੀ ਇਹ ਨਾਸਕਾ ਸਹੀ ਸਾਹ ਆਉਣ ਲੱਗ ਜਾਊਗਾ, ਉਹ ਬੰਦ ਹੋ ਜਾਊਗੀ, ਇਹ ਚੱਲ ਪਊਗੀ। ਜੇ ਖੱਬੇ ਪਾਸੇ ਨੂੰ ਕਰਵਟ ਲੈ ਕੇ ਪੈ ਗਏ ਤਾਂ ਸੱਜੀ ਚੱਲੂਗੀ। ਹੁਣ ਕੀ ਹੁੰਦਾ ਹੈ, ਅਣਜਾਣਪਣੇ ਦੇ ਵਿੱਚ ਜਿਹਨੂੰ ਬਲੱਡ ਪ੍ਰੈਸ਼ਰ ਦੇ ਵਿੱਚ ਘਬਰਾਹਟ ਪੈਂਦੀ ਹੋਵੇ, ਤੇ ਜਿਸ ਵੇਲੇ ਉਹ ਘਬਰਾਹਟ ਦੇ ਵਿੱਚ ਜੇ ਖੱਬੇ ਪਾਸੇ ਨੂੰ ਹੋ ਕੇ ਪੈ ਗਿਆ ਨਾ ਕਰਵਟ ਲੈ ਕੇ, ਉਹਦੀ ਘਬਰਾਹਟ ਵੱਧ ਜਾਣੀ ਹੈ। ਜੇ ਸੱਜੇ ਪਾਸੇ ਪਊਗਾ ਤਾਂ ਚੰਦਰਮਾ ਦੀ ਸੁਰ ਚੱਲੂਗੀ ਅੰਦਰ, ਉਹਨੂੰ ਬਲੱਡ ਪ੍ਰੈਸ਼ਰ ਦੀ ਘਬਰਾਹਟ ਬਿਨਾਂ ਦਵਾਈ ਤੋਂ ਕੰਟਰੋਲ ਹੋ ਜਾਂਦੀ ਹੈ। ਇਸ ਕਰਕੇ ਪ੍ਰਸ਼ਾਦਾ ਛਕ ਕੇ ਕਦੇ ਵੀ, ਕਿਉਂਕਿ ਜਿਹੜੇ ਪਾਸੇ ਦਿਲ ਹੈ ਸਾਡਾ, ਖੱਬੇ ਪਾਸੇ ਦਿਲ ਹੈ, ਰੋਟੀ ਰੱਜ ਕੇ ਖਾਧੀ ਤੇ ਖੱਬੇ ਪਾਸੇ ਕਰਵਟ ਲੈ ਕੇ ਪੈ ਗਏ, ਬਾਫੇ ਦਿਲ ਦੇ ਉੱਤੇ ਕੁਝ ਤਾਂ ਅਨਾਜ ਦਾ ਭਾਰ ਹੈ, ਕੁਝ ਤੁਹਾਡਾ, ਉਹ ਸਾਰਾ ਹੀ ਬੋਝ ਉਹਦੇ ਦਿਲ ਦੇ ਉੱਤੇ ਆ ਪੈਂਦਾ, ਦਿਲ ਦਾ ਨੁਕਸਾਨ ਹੋ ਜਾਂਦਾ। ਇਹ ਜੇ ਕਹੀਏ ਵੀ ਇਹ ਤਾਂ ਯੋਗੀਆਂ ਦੇ ਕੰਮ ਨੇ, ਇਹ ਤਾਂ ਮਨੁੱਖ ਨੂੰ ਗਿਆਨ ਦਿੱਤਾ ਸੀ ਸਰੀਰ ਸਾਂਭਣ ਵਾਸਤੇ। ਰੱਬ ਨੂੰ ਮਿਲਣ ਦੀ ਬਾਤ ਜਿਹੜੀ ਹੈ ਉਹ ਨਹੀਂ ਹੈ ਇਹਦੇ ਵਿੱਚ, ਸਰੀਰ ਨੂੰ ਤੰਦਰੁਸਤਨ ਦੀ ਬਾਤ ਹੈ। ਖੈਰ ਆਪਾਂ ਇਹਨੂੰ ਵਧਾਈਏ ਨਾ, ਇਸ ਗੱਲ ਨੂੰ, ਕਾਫੀ ਵੱਧ ਗਿਆ ਕੰਮ। ਇਹ ਚੰਦਰਮਾ ਦੀ ਸੁਰ ਹੈ ਜੀ ਜਿਹੜੀ ਖੁੱਬੀ, ਜਦੋਂ ਗਰਮੈਸ਼ ਵੱਧ ਜਾਏ, ਕਿਉਂਕਿ ਭਿਅੰਗਮਾ ਨਾੜੀ ਸਾਧਣੀ ਹੁੰਦੀ ਹੈ, ਉਹਦੇ 'ਚ ਮਿੱਝ ਭਰੀ ਹੋਈ ਹੈ। ਹੁਣ ਘੀ ਹੈ ਜਿਹੜਾ ਅੱਗ ਤੋਂ ਬਿਨਾਂ ਪਿਘਲਦਾ ਨਹੀਂ, ਸੇਕ ਲੱਗੂਗਾ ਤਾਂ ਹੀ ਪਿਘਲੂਗਾ। ਉਹ ਜਿਹੜੀ ਮਿੱਝ ਹੈ ਚਰਬੀ, ਚਰਬੀ ਤੇ ਘੀ ਦਾ ਕੀ ਫਰਕ ਹੈ? ਚਰਬੀ ਹੋਈ ਹੈ। ਇਹ ਚਰਬੀ ਨੂੰ ਤੁਸੀਂ ਮਾੜਾ ਜਿਹਾ ਸੇਕ ਲਾਓ ਜਦੋਂ ਪਿਘਲ ਜਾਂਦੀ ਹੈ। ਉਹ ਚਰਬੀ ਜਿਹੜੀ ਹੈ ਮਿੱਝ ਭਰੀ ਹੋਈ, ਉਹ ਸੂਰਜ ਦੀ ਜਿਹੜੀ ਨਾੜੀ ਹੈ ਉਹਨੂੰ ਪਿੰਗਲਾ ਨਾੜੀ ਕਹਿੰਦੇ ਨੇ। ਇਹ ਸੱਜੇ ਪਾਸੇ ਹੈ, ਇਹਦੇ ਵਿੱਚ ਨਾੜੀ ਹੈ ਪਿੰਗਲਾ। ਜਦੋਂ ਇਧਰੋਂ ਬੰਦ ਕਰਕੇ ਸੱਜੀ ਨਾੜੀ ਤੋਂ ਪ੍ਰਾਣ ਜਿਹੜੇ ਨੇ ਉਹ ਜੋਗੀ ਖਿੱਚਦਾ ਹੈ, ਉਹ ਪ੍ਰਾਣਾਂ ਦੁਆਰਾ ਫਿਰ ਉਹ ਜਿਹੜੀ ਭਿਅੰਗਮਾ ਨਾੜੀ ਉਹਦੇ 'ਚ ਮਿੱਝ ਪਈ ਹੋਈ ਜਿਹੜੀ ਢਲਣੀ ਸ਼ੁਰੂ ਹੋ ਜਾਂਦੀ ਹੈ। ਮਿੱਝ ਤਾਂ ਢਲ ਜਾਂਦੀ ਹੈ, ਪ੍ਰਾਣ ਉਹਦੇ 'ਤੇ ਹੀ ਜਾਣੇ। ਜਦੋਂ ਪੈਪ ਦੇ ਵਿੱਚ ਪਾਣੀ ਭਰਿਆ ਹੋਇਆ, ਉਹ ਪਾਣੀ ਕੱਢ ਦਿੱਤਾ, ਹਵਾ ਭਰੂਗੀ ਉਹਦੇ 'ਚ। ਉਹ ਜਦੋਂ ਉਹਦੇ 'ਚ ਪ੍ਰਾਣ ਜਾਂਦੇ ਆ, ਪਰ ਉੱਥੇ ਗਰਮੀ ਬਹੁਤ ਵੱਧ ਜਾਂਦੀ ਹੈ, ਕਿਉਂਕਿ ਸੂਰਜ ਦੀ ਸੁਰ ਜਿਹੜੀ ਹੈ ਗਰਮੀ ਹੈ। ਫਿਰ ਜੋਗੀ ਜਿਹੜੀ ਏੜਾ ਨਾਮ ਦੀ ਚੰਦਰਮਾ ਦੀ ਸੁਰ ਹੈ, ਫਿਰ ਇਹਦੇ 'ਤੇ ਪ੍ਰਾਣ ਚੜਾਉਂਦੇ ਆ, ਫਿਰ ਠੰਡੇ ਹੋ ਜਾਂਦੇ ਨੇ। ਇਸ ਕਰਕੇ ਕਹਿੰਦੇ ਏੜਾ ਪਿੰਗਲਾ ਸੁਖਮਨ ਬੰਦੇ। ਇਹਨਾਂ ਦੋਨਾਂ ਦੇ ਸੰਧ ਵਿੱਚ ਸੈਂਟਰ 'ਚ ਦੋਨਾਂ ਨਾੜੀਆਂ, ਇੱਥੇ ਜਿਹੜੀ ਹੈ ਉਹਨੂੰ ਸੁਖਮਨਾ ਨਾੜੀ ਕਹਿੰਦੇ ਨੇ, ਤੇ ਕੁਝ ਗ੍ਰੰਥ ਨੇ ਸ਼ਿਸ਼ਮਾ ਕਹਿੰਦੇ ਨੇ ਨਾੜੀ, ਪਰ ਗੁਰਬਾਣੀ 'ਚ ਇਹਨੂੰ ਸੁਖਮਨਾ ਲਿਖਿਆ ਹੋਇਆ, ਇਸ ਕਰਕੇ ਆਪਾਂ ਉਹੀ ਸ਼ਬਦ ਵਰਤਣਾ। ਇਸ ਕਰਕੇ ਫਿਰ ਇਹ ਉਹਦੇ ਸਵਾਈ ਬੰਦੇ ਇਹਨਾਂ ਪ੍ਰਾਣਾਂ ਨੂੰ ਮੰਨਦੇ ਆ, ਪ੍ਰਾਣਾਂ ਨੂੰ ਚੜਾਉਂਦੇ ਆ। ਕਿਵੇਂ? ਜਿਹੜੀ ਪ੍ਰਾਣ ਚੜਾਉਣ ਦੀ ਇਹਨਾਂ ਦੀ ਕਿਰਿਆ ਹੈ, ਉਹਦੇ ਸਾਥ ਹੀ ਓਮ ਸ਼ਬਦ ਦਾ ਤਾਂ ਜਾਪ ਕਰਨਾ ਹੈ।
ਪਹਿਲਾਂ 16 ਵਾਰ ਸੋਹੰ 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 ਦਾ ਜਾਂ ਓੰਕਾਰ ਦਾ ਜਾਪ ਕਰਦੇ ਆ। ਇਹ ਉਹਨੂੰ ਕਰਦਿਆਂ ਕਰਦਿਆਂ 16 ਵਾਰ ਦੇ ਵਿੱਚ ਪ੍ਰਾਣ ਖਿੱਚੀ ਜਾਣੇ ਨੇ ਉੱਪਰ ਨੂੰ, ਨਾਲੇ ਜਾਪ ਕਰੀ ਜਾਣਾ। ਇਹ ਉਹਨਾਂ ਦਾ ਮਤ ਹੈ। ਤੇ ਫਿਰ ਜਦੋਂ 16 ਵਾਰੀ ਗਿਣਤੀ ਪੂਰੀ ਹੋ ਗਈ, ਇਹ ਤਾਂ ਹੈ ਪੂਰਕ, ਇਹਨੂੰ ਪੂਰਕ ਕਿਰਿਆ ਕਹਿੰਦੇ ਨੇ। ਫਿਰ ਉਦੋਂ ਬਾਅਦ ਆ ਗਈ ਕੁੰਭਕ। ਕੁੰਭਕ ਨਾਮ ਹੈ। ਉੱਥੇ ਫਿਰ ਇਸ ਨੂੰ ਪ੍ਰਾਣਾਂ ਨੂੰ ਉਹਨੂੰ ਬੰਦ ਕਰਕੇ, ਜਾਣੀ ਸੱਜੇ ਖੱਬੀ ਨਾਸਿਕਾ ਦਾ ਹੀ ਫਿਰ ਨਾ ਆਉਂਦਾ ਸਾਹ ਨਾ ਜਾਂਦਾ, ਉਹਨੂੰ ਫਿਰ ਜਿਹੜੀ ਸੁਖਮਨਾ ਨਾੜੀ ਹੈ ਜਿੱਥੇ ਦੋਨਾਂ ਦੀ ਸੰਧ ਹੈ, ਇਹਦੇ ਚ ਪ੍ਰਾਣਾਂ ਨੂੰ ਫਿਰ ਬੰਦ ਕਰ ਲੈਂਦੇ ਨੇ। ਇਹ ਬੰਦ ਲਿਆ ਉੱਥੇ। ਫਿਰ ਉਹਦੇ ਵਿੱਚ 64 ਵਾਰ ਕੁੰਭਕ ਜਿਹੜਾ 64 ਵਾਰ ਜਾਪ ਕਰਨਾ ਹੈ ਓੰਕਾਰ ਦਾ। ਉਸ ਤੋਂ ਬਾਅਦ ਫਿਰ ਰੇਚਕ ਨਾਮ ਹੈ ਉਤਾਰਨ ਦਾ, ਬਾਹਰ ਛੱਡਣ ਦਾ। ਤੇ ਉਹਦੇ ਵਿੱਚ ਜਦੋਂ 32 ਵਾਰ ਕਹਿ ਕੇ ਫਿਰ ਤਾਰਨੇ ਆ। ਇਸ ਦਾ ਮਤਲਬ ਕੀ ਹੋਇਆ ਵੀ ਜਿਹੜਾ 16 ਦੂਣੀ 32, 32 ਦੂਣੀ 64, ਇਹ ਗਿਣਤੀ ਬੜੀ ਟੇਢੀ ਵਿੰਗੀ ਹੈ, ਸਮਝਣ ਵਾਸਤੇ ਹੈ। ਇਹਦੇ 'ਚ ਕਈ ਵਾਰੀ ਉਲਝ ਜਾਈਦਾ। ਤੇ ਸਾਡੇ ਜਿਹੜੇ ਵੀਰ ਦੂਸਰੇ ਪ੍ਰਚਾਰ ਕਰਨ ਵਾਲੇ, ਉਹ ਕਹਿੰਦੇ ਜੀ ਨਾ ਜੀ ਇਹ ਝੰਜਟ 'ਚ ਤਾਂ ਪੈਣ ਦੀ ਲੋੜ ਨਹੀਂ, ਕਿਉਂਕਿ ਔਖਾ ਹੈ ਨਾ ਕੰਮ। ਉਹ ਕਹਿੰਦੇ ਸੌਖੀ ਡੰਡੀ ਫੜ ਲਓ ਤੁਸੀਂ, ਪਹਾੜੀ ਦਾ ਰਸਤਾ ਚੜ੍ਹ। ਜਿਹਨੇ ਲੱਤਾਂ ਕਮਜ਼ੋਰ ਨੇ ਉਹ ਪਹਾੜੀ ਦਾ ਰਸਤਾ ਨਹੀਂ ਚੜੂਗਾ, ਉਹ ਕਹੂਗਾ ਰਸਤਾ ਸੀ। ਇਹ ਪਹਾੜੀ ਦੇ ਰਸਤੇ ਸੰਪਰਦਾ ਦੇ ਗਿਆਨੀ ਉਹ ਚੜ੍ਹਦੇ ਆ, ਜਿਹੜੀ ਕਲਗੀਧਰ ਪਾਤਸ਼ਾਹ ਦੀ ਵਿਦਿਆ ਹੈ। ਇਸ ਕਰਕੇ ਫਿਰ ਇਹ ਜਿਹੜੇ ਇਸ ਪ੍ਰਕਾਰ ਦਾ ਕਹਿੰਦੇ ਆ। ਅਸਲ ਦੇ ਵਿੱਚ ਕਿਉਂਕਿ ਕਦੇ ਕਦੇ ਵਿਚਾਰ ਆਉਂਦੀ ਹੈ, ਉੱਥੇ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ। ਯੋਗਾ ਅਭਿਆਸ ਦੇ ਗ੍ਰੰਥਾਂ ਦੇ ਵਿੱਚ ਮੈਂ ਇਹ 10 ਪ੍ਰਕਾਰ ਦੀਆਂ ਨਾੜੀਆਂ ਪੜ੍ਹੀਆਂ ਨੇ। ਵੈਸੇ ਤਾਂ ਇਹ ਜਿਹੜੀਆਂ ਨਾੜੀਆਂ ਨੇ 72 ਕਰੋੜ 72 ਲੱਖ 10,201 ਨਾੜੀਆਂ, ਉਹਨਾਂ ਵਿੱਚੋਂ 10 ਨਾੜੀਆਂ ਨੇ ਜਿਹੜੀਆਂ ਯੋਗਾ ਅਭਿਆਸ ਦੇ ਕੰਮ ਆਉਂਦੀਆਂ। ਉਹਨਾਂ ਕਰੋੜਾਂ ਨਾੜੀਆਂ ਦੇ ਵਿੱਚੋਂ 10 ਮੁੱਖ ਨੇ, 10 ਦੇ ਵਿੱਚੋਂ 3 ਮੁੱਖ ਨੇ। ਈੜਾ, ਪਿੰਗਲਾ ਤੇ ਸੁਖਮਨ ਹੈ, ਇਹਦਾ ਨਾਂ ਜ਼ਿਆਦਾ ਆਏਗਾ। ਇਹਦੇ ਵਿੱਚ ਜਿਹੜੀ ਆਪ ਜੀ ਨੂੰ ਦੱਸਿਆ ਵੀ ਈੜਾ ਤਾਂ ਖੱਬੇ ਪਾਸੇ ਹੋਗੀ, ਈੜਾ ਤਾਂ ਹੋਗੀ ਜਿਹੜੀ ਹੈ ਇਹ ਚੰਦਰਮਾ ਦੀ ਸੁਰ ਹੋ ਗਈ ਖੱਬੇ ਪਾਸੇ, ਪਿੰਗਲਾ ਹੋ ਗਈ ਸੱਜੇ ਪਾਸੇ ਆਈ, ਸੁਖਮਨਾ ਹੋ ਗਈ ਸੰਧ ਵਿੱਚ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਗੇ ਚੱਲ ਕੇ ਫਿਰ 3 ਇਹ ਹੋ ਗਈਆਂ। ਗੰਧਾਰੀ ਨਾਮ ਦੀ ਨਾੜੀ ਹੈ ਇੱਕ, ਉਹ ਸੱਜੇ ਨੇਤਰ ਦੇ ਵਿੱਚ ਹੈ। ਤੇ ਜਿਹੜੀ ਹਸਤ ਜੇਵਾ ਨਾਮ ਦੀ ਨਾੜੀ ਹੈ ਇਹ ਖੱਬੇ ਨੇਤਰ ਵਿੱਚ ਹੈ। ਤੇ ਪੁਸ਼ਾ ਨਾਮ ਦੀ ਨਾੜੀ ਜਿਹੜੀ ਹੈ ਇਹ ਸੱਜੇ ਕੰਨ ਵਿੱਚ ਹੈ। ਪਯਸਨੀ ਨਾਮ ਦੀ ਖੱਬੇ ਕੰਨ ਦੇ ਵਿੱਚ ਹੈ। ਤੇ ਅਲੰਸਾ ਨਾਮ ਦੀ ਆਪਣੇ ਗੁਪਤ ਅੰਗ ਜਿਹੜਾ ਸ਼ਿਸ਼ਨ ਇੰਦਰ ਹੈ ਇਹਦੇ ਵਿੱਚ ਹੈ, ਲਿੰਗ ਦੇ ਵਿੱਚ। ਤੇ ਲਕਬਾ ਨਾਮ ਦੀ ਜਿਹੜੀ ਨਾੜੀ ਹੈ ਉਹ ਗੁਦਾ ਦੇ ਵਿੱਚ ਹੈ, ਜਿੱਥੋਂ ਮਲ ਤਿਆਗ ਕਿਰਿਆ ਹੁੰਦੀ ਹੈ। ਤੇ ਸੰਖਨੀ ਨਾਮ ਦੀ ਨਾੜੀ ਜਿਹੜੀ ਉਹ ਸਾਡੀ ਨਾਭੀ ਦੇ ਵਿੱਚ ਹੈ। ਇਹ 10 ਨਾੜੀਆਂ ਯੋਗਾ ਅਭਿਆਸ 'ਚ ਕੰਮ ਆਉਂਦੀਆਂ ਨੇ। ਤੇ ਇਸ ਕਰਕੇ ਫਿਰ ਇੱਥੇ ਈੜਾ, ਪਿੰਗਲਾ, ਸੁਖਮਨ ਬੰਦੇ, ਇਹਦੇ 'ਚ ਫਿਰ ਏੜੀ ਬੰਦ ਹੈ, ਜਲੰਧਰ ਬੰਦ ਹੈ, ਇਹ ਬਹੁਤ ਕੁਛ ਹੈ। ਆਪਾਂ ਹੁਣ ਬਹੁਤਾ ਸਮਾਂ ਨਾ ਇਸ ਪਾਸੇ ਹੋਰ ਲਾਈਏ। ਤੇ ਉਹ ਕਬੀਰ ਸਾਹਿਬ ਜੀ ਕਹਿੰਦੇ ਤੂੰ ਆਹ ਕੁਛ ਕਰਦਾ ਰਿਹਾ ਮੇਰੇ ਸਾਹਮਣੇ, ਤੂੰ ਮੈਨੂੰ ਗਿਆਨ ਦਿੰਦਾ ਰਿਹਾ ਇਹ, ਪਰ ਅੱਜ ਜੋਗੀ ਤੇਰੀ ਦੇਹ ਦੀ ਹਾਲਤ ਕੀ ਹੋ ਰਹੀ ਹੈ। ਇਹ ਆਵਗਨ ਕਤ ਜਾਹੀ, ਤੇ ਇਹ ਹੁਣ ਅਬ ਨਾਮ ਹੈ ਹੁਣ ਦਾ ਨਿਸ਼ਚੇ ਕਰਕੇ ਗਨ ਗਿਣਤੀ, ਕਤ ਕਿਥੇ ਜਾਹੀ ਚਲੀ ਗਈ ਤੇਰੀ ਗਿਣਤੀ। ਭਾਵ ਕੁਝ ਵੀ ਨਹੀਂ ਰਿਹਾ, ਕਿਉਂਕਿ ਕਬੀਰ ਸਾਹਿਬ ਨੂੰ ਗੁਰੂ ਨਾਨਕ ਨੇ ਸਹਿਜੋਗ ਵਿੱਚ ਲੈ ਆਂਦਾ ਸੀ। ਜੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ। ਸਹਿਜ ਕੇ ਪਾਵੜੇ ਪੱਗ ਧਰ ਲਈ ਜਾਏ। ਫਿਰ ਤਾਂ ਕਬੀਰ ਸਾਹਿਬ ਕਹਿਣ ਲੱਗੇ ਨੇ, ਗੁਰੂ ਨਾਨਕ ਦਾ ਮਤ ਸਮਝ ਆਇਆ। ਇਸ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਯੋਗਾ ਕਰੋ, ਪਰ ਰੱਬ ਨੂੰ ਮਿਲਣ ਵਾਸਤੇ ਨਹੀਂ। ਯੋਗ ਨਾਮ ਤਾਂ ਬਿਰਤੀ ਜੋੜਨ ਦਾ, ਪਰਮਾਤਮਾ ਦੇ ਨਾਲ ਜੁੜਨ ਦੀ ਬਾਤ ਹੈ।
ਅੱਗੇ ਹੁਣ ਦੱਸਦੇ ਹਨ, ਤਾਗਾ ਟੂਟਾ ਗगन ਬਿਨ ਸਗਿਆ। ਹੇ ਭਾਈ, ਤੇਰੇ ਸਵਾਸਾਂ ਦਾ ਤਾਗਾ ਜਿਹੜਾ ਟੁੱਟ ਗਿਆ, ਹੁਣ ਸਵਾਸ ਨਹੀਂ ਆ ਰਹੇ ਜੋਗੀ। ਤੇ ਫਿਰ ਅੱਗੇ ਹੋਇਆ ਕਿ ਗगन 10ਵਾਂ ਦੁਆਰ, ਇਹਦੇ ਰਾਹੀਂ ਪ੍ਰਾਣ ਕੱਢੇ ਸੀ ਉਹਨੇ। ਇਹ ਜੋਗੀਆਂ ਦਾ ਮਤ ਹੈ, ਜਿਹੜੇ ਪ੍ਰਾਣਾਯਾਮ ਕਰਨ ਵਾਲੇ ਹੈ ਤੇ ਜਿਹੜੇ ਪ੍ਰਾਣ ਤਾਲੂਏ ਦਾ ਜਿਹੜਾ ਹਿੱਸਾ ਹੈ ਨਾ, ਇੱਥੇ ਸਾਡੀ ਸਾਰੇ ਜਿਸਮ ਦੀਆਂ ਹੱਡੀਆਂ ਤੋਂ ਸਖਤ ਹੱਡੀ ਜਿਹੜੀ ਹੈ ਉਹ ਸਿਰ ਦੀ ਹੈ, ਕਿਉਂਕਿ ਇਹਦੇ 'ਚ ਦਿਮਾਗ ਹੈ। ਉਹਦੇ ਉੱਤੇ ਥੋੜਾ ਜਿਹਾ ਹਿੱਸਾ ਐਸਾ ਹੈ ਅਖਰੋਟ ਜਿੰਨਾ ਕੁ, ਉਹਦੇ 'ਚ ਹੱਡੀ ਨਹੀਂ ਹੈ, ਕੱਲੀ ਚਮੜੀ ਹੈ। ਬੱਚੇ ਦਾ ਤਾਂ ਬਾਹਲਾ ਹੀ ਪਤਲਾ ਜਿਹਾ ਹੁੰਦਾ, ਹੱਥ ਲਾ ਕੇ ਦੇਖੋ ਨਾ ਜਮੀ ਨਰਮ ਹੁੰਦਾ। ਜਿਉਂ-ਜਿਉਂ ਚਮੜੀ ਸਖਤ ਹੁੰਦੀ ਹੈ ਉਹ ਫਿਰ ਚਮੜੀ ਕਵਰ ਕਰ ਲੈਂਦੀ ਹੈ, ਪਰ ਹੁੰਦਾ ਨਰਮ ਹੈ। ਜਦੋਂ ਸਿਰ ਦਰਦ ਕਰਨ ਦੇ ਤਾਲੂਏ ਨੂੰ ਤੇਲ ਲਾ ਕੇ ਦੇਖੇ ਨਾ ਵੀ ਆਰਾਮ ਜਾ ਆ ਗਿਆ ਜੀ, ਸਿਰ ਦਰਦ ਹਟ ਗਿਆ। ਤੇ ਉਹ ਜੋਗੀ ਜਨ ਪ੍ਰਾਣ 10ਵਾਂ ਦੁਆਰ ਫੋੜ ਕੇ ਇਹਨੂੰ ਬਰਮ ਰੁਦਰ ਕਹਿੰਦੇ ਨੇ। ਜਿਹੜੇ ਪ੍ਰਾਣ ਇਹਦੇ ਥੀ ਕੱਢਦੇ ਆ ਉਹ ਬਰਮ ਲੋਕ ਨੂੰ ਜਾਂਦੇ ਆ। ਜੋਗੀ ਨੇ ਇਹਦੇ ਥੀ ਪ੍ਰਾਣ ਕੱਢੇ ਸੀ। ਤੋ ਇਸ ਕਰਕੇ ਫਿਰ ਬਰਮ ਰੁਦਰ ਨੂੰ ਫੋੜ ਕੇ ਤੇ ਜੋਗੀ ਜਿਹੜਾ ਸੀ ਉਹਨੇ ਆਪਣੇ ਪ੍ਰਾਣ ਕੱਢੇ ਸਨ। ਇਸ ਕਰਕੇ ਕਹਿੰਦੇ ਨੇ ਵੀ ਤੇਰਾ ਜਿਹੜਾ ਗगन 10ਵਾਂ ਦੁਆਰ ਜਿਹੜਾ ਸੀ ਉਹ ਬਿਨਸ ਗਿਆ ਤੇ ਤੈਂ ਪ੍ਰਾਣ ਉਹਦੇ ਥੀ ਕੱਢ ਦਿੱਤੇ, ਜਿਸ ਕਰਕੇ ਉਹ ਨਾਸ ਹੋ ਗਿਆ। ਹੁਣ ਤੇਰੇ ਪ੍ਰਾਣ ਵਿੱਚੋਂ ਚਲੇ ਗਏ ਹਨ। ਤੇਰਾ ਬੋਲਤ ਕਹਾ ਸਮਾਏ। ਹੇ ਜੋਗੀ, ਤੇਰੇ ਵਿੱਚ ਜਿਹੜੀ ਬੋਲਣ ਦੀ ਸ਼ਕਤੀ ਸੀ, ਤੂੰ ਬੋਲ ਚੱਲ ਸੀ ਤੇਰੀ। ਤੂੰ ਕਹਿੰਦਾ ਸੀ ਆਓ ਜੀ ਕਬੀਰ ਸਾਹਿਬ ਜੀ, ਸੰਤ ਜੀ ਆਓ ਜੀ, ਆਓ ਜੀ ਮਹਾਤਮਾ ਜੀ, ਆਓ ਜੀ ਪਰਮੇਸ਼ਰ ਜੀ, ਇਹ ਸ਼ਬਦ ਕਹਿੰਦਾ ਹੁੰਦਾ ਸੀ। ਤੇ ਹੁਣ ਕਹਾਂ ਕਿੱਥੇ ਸਮਾਈ ਸਮਾ ਗਏ ਤੇਰੇ ਸ਼ਬਦ। ਜੋਗੀ ਹੁਣ ਕੁਝ ਵੀ ਤੂੰ ਬੋਲ ਨਹੀਂ ਰਿਹਾ ਹੈ, ਉਹ ਸਭ ਕੁਝ ਸਮਾਪਤ ਹੋ ਗਿਆ ਹੈ। ਇਹ ਸੰਸਾ ਮੋਕ ਅਨ ਦਿਨ ਵਿਆਪੈ। ਕਬੀਰ ਸਾਹਿਬ ਜੀ ਕਹਿੰਦੇ ਇਹ ਸੰਸਾ ਤੇ ਮੈਨੂੰ ਇਹ ਸ਼ੰਕਾ ਮੇਰੇ ਮਨ ਦੇ ਵਿੱਚ ਅਨ ਦਿਨ ਰਾਤ ਦਿਨ ਵਿਆਪਦਾ ਹੈ, ਲੱਗਿਆ ਹੋਇਆ ਹੈ ਕਿ ਪਹਿਲਾਂ ਤਾਂ ਜੋਗੀ ਮੈਨੂੰ ਹਠ ਯੋਗ ਦੀ ਪ੍ਰਕਿਰਿਆ ਦੱਸਦਾ ਸੀ ਤੇ ਹੁਣ ਮੋਕੋ ਬੋਲੋ ਜੀ। ਮੋਕ ਕੋ ਨਾ ਕਹਿ ਸਮਝਾਈ। ਇਹ ਸੰਸਾ ਮੈਨੂੰ ਵੀ ਮੈਨੂੰ ਹੁਣ ਕੌਣ ਸਮਝਾਊਗਾ ਯੋਗ ਦੀਆਂ ਗੱਲਾਂ ਜਿਹੜੀਆਂ ਤੂੰ ਮੈਨੂੰ ਦੱਸਦਾ ਹੁੰਦਾ ਸੀ। ਕੋਈ ਸਮਝਾ ਕੇ ਦੱਸ ਨਹੀਂ ਰਿਹਾ ਹੈ। ਭਾਵ ਕਿ ਜੋਗੀ ਮੈਨੂੰ ਇਹ ਗੱਲਾਂ ਦੱਸਣ ਵਾਲਿਆ ਤੂੰ ਚੁੱਪ ਕਰਿਆ ਪਿਆ ਹੈ। ਇਹ ਸਾਧ ਸੰਜੀ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਨਾ। ਜਦੋਂ ਕੋਈ ਮਿਰਤਕ ਹੋ ਜਾਂਦਾ ਹੈ, ਉਹਦੇ ਪੁੱਤਰ ਕਹਿੰਦੇ ਨੇ ਬਾਪੂ ਬੋਲਦਾ ਕਿਉਂ ਨਹੀਂ। ਜਿਹੜੇ ਮਹਾਤਮਾ ਨੂੰ ਦੇ ਸ਼ਿਸ਼ ਕਹਿੰਦੇ ਨੇ ਮਹਾਤਮਾ ਜੀ ਕਿਉਂ ਨਹੀਂ ਬੋਲਦੇ, ਉੱਠ ਖੜੋ ਜੀ ਤੁਸੀਂ। ਇਹ ਹੁੰਦੀਆਂ ਪਿਆਰ ਦੀਆਂ ਗੱਲਾਂ। ਸੰਸਾਰ ਮੋਹ ਦੇ ਵਿੱਚ ਹੈ, ਇਹ ਪਿਆਰ ਵਿੱਚ ਕਹਿ ਰਹੇ ਨੇ। ਫਰਕ ਇੰਨਾ ਹੀ ਹੈ, ਮੋਹ ਜੰਮਣ ਮਰਨ ਦਾ ਕਾਰਨ ਹੈ ਤੇ ਜਿਹੜਾ ਪ੍ਰੇਮ ਹੈ ਉਹ ਜੰਮਣ ਮਰਨ ਤੋਂ ਛੁਟਾਉਣ ਦਾ ਕਾਰਨ ਹੈ। ਇਹਨਾਂ ਦਾ ਬਹੁਤਾ ਅੰਤਰਾ ਨਹੀਂ। ਇਉਂ ਅੱਗੇ ਦੱਸਦੇ ਹਨ ਜੇ ਅਸਤਾਈ ਦੇ ਕੇ ਫਰਮਾਉਂਦੇ ਨੇ ਜਹ ਬਰਭੰਡ ਪਿੰਡ ਤਹ ਨਾਹੀ। ਹੇ ਜੋਗੀ, ਅੱਗੇ ਤੂੰ ਜਹ ਜਿੱਥੇ ਬਰਭੰਡ ਬ੍ਰਹਮੰਡ ਦੀਆਂ ਖਬਰਾਂ ਦਿੰਦਾ ਹੁੰਦਾ ਸੀ ਤੂੰ ਕਿ ਫਲਾਣੇ ਤੋਂ ਬ੍ਰਹਮੰਡ ਜ਼ਾਹਰ ਹੋ ਰਿਹਾ, ਫਲਾਣੇ ਤੋਂ ਆਹ ਹੋ ਰਿਹਾ, ਤਹ ਤਿੱਥੇ ਹੁਣ ਤੇ ਤੈਨੂੰ ਆਪਣੇ ਪਿੰਡ ਸਰੀਰ ਦੀ ਖਬਰ ਨਹੀਂ ਰਹੀ। ਹੁਣ ਤੂੰ ਪਿੰਡ ਤਹ ਨਾ ਹੀ, ਅੱਗੇ ਬ੍ਰਹਮੰਡ ਦੀਆਂ ਗੱਲਾਂ ਦੱਸਦਾ ਸੀ, ਹੁਣ ਤੂੰ ਸਰੀਰ ਦੀ ਗੱਲ ਵੀ ਨਹੀਂ ਦੱਸ ਸਕਦਾ। ਭਾਵ ਮਿਰਤਕ ਹੋ ਗਿਆ। ਪਿੰਡ ਨਗਰ ਦੀ ਖਬਰ ਨਹੀਂ ਦੇ ਸਕਦਾ ਤੂੰ ਵੀ ਕਾਂਸੀ ਦੇ ਵਿੱਚ ਕੀ ਹੋ ਰਿਹਾ। ਕਿਉਂਕਿ ਇਹਦਾ ਕਾਰਨ ਇਹ ਹੈ ਰਚਨਹਾਰ ਤਹ ਨਾਹੀ। ਤੇਰਾ ਜਿਹੜਾ ਮਨ ਸੰਕਲਪ ਵਿਕਲਪ ਰਚਦਾ ਸੀ, ਰਚਨਹਾਰ ਕੌਣ ਸੀ? ਮਨ। ਤੇ ਫਿਰ ਪਰੰਤੂ ਤਹ ਤਿੱਥੇ ਉਸ ਰਚਨਹਾਰ ਰਚਨਾ ਬਣਾਉਣ ਵਾਲਾ ਤੇਰਾ ਮਨ ਨਾਹੀ ਨਹੀਂ ਰਿਹਾ। ਹੁਣ ਤੇਰੇ ਤਨ ਦੇ ਵਿੱਚ ਸੂਖਮ ਸਰੀਰ ਚਲਾ ਗਿਆ ਹੈ। ਜੋਗੀ ਦੇ ਜਿਹੜੇ ਚੇਲੇ ਸੀ ਉਹ ਭਗਤ ਜੀ ਨੂੰ ਕਹਿਣ ਲੱਗੇ, ਭਗਤ ਜੀ ਸਾਡਾ ਗੁਰੂ ਜਿਹੜਾ ਸੀ, ਇਹ ਦੱਸੋ ਜੀ, ਤੁਸੀਂ ਤਾਂ ਅੰਤਰਜਾਮੀ ਹੋ ਤੇ ਤੁਸੀਂ ਦੱਸੋ ਵੀ ਸਾਡਾ ਗੁਰੂ ਕਿੱਥੇ ਚਲਿਆ ਗਿਆ।
ਤੇ ਫਿਰ ਇਹ ਸੁਣ ਕੇ ਭਗਤ ਜੀ ਕਹਿੰਦੇ ਨੇ, ਭਾਈ ਸੁਣੋ ਤੁਸੀਂ ਵੀ, ਜੋੜਨ ਹਾਰੋ ਸਦਾ ਅਤੀਤਾ। ਇਹ ਭਾਈ ਜਿਹੜੀ ਬਿਰਤੀ ਨੂੰ ਜੋੜਨ ਹਾਰੋ, ਜੋੜਨ ਵਾਲਾ ਸੀ, ਤੇ ਉਹ ਤਾਂ ਸਦਾ ਹੀ ਹਮੇਸ਼ਾ ਹੀ ਅਤੀਤਾ ਅਸੰਗ ਹੈ। ਫਿਰ ਇਸ ਗੱਲ ਇਹ ਕਹੀ ਹੈ, ਬੋਲੋ ਜੀ। ਇਹ ਕਹੀਐ ਕਿਸ ਮਾਹੀ। ਤੇ ਫਿਰ ਇਹ ਗੱਲ ਕਿਸ ਦੇ ਮਾਹੀ ਵਿੱਚ ਕਹੀਏ, ਦੱਸਣਾ ਕਰੀਏ ਵੀ ਜੋਗੀ ਕਿੱਧਰ ਚਲਿਆ ਗਿਆ, ਮੈਂ ਕੀ ਦੱਸਾਂ। ਪਾਣੀ ਦੇ ਵਿੱਚ ਪਾਣੀ ਸਮਾ ਗਿਆ, ਮੈਂ ਕੀ ਦੱਸਾਂ ਵੀ ਬੂੰਦ ਕਿੱਥੇ ਗਿਆ। ਹੁਣ ਪਾਣੀ ਦੇ ਵਿੱਚ ਜੋ ਪਾਣੀ ਸਮਾ ਗਿਆ ਤਾਂ ਫਿਰ ਉਹਨੂੰ ਕੀ ਦੱਸੂਗਾ ਕੋਈ ਕਿੱਥੇ ਹੈ। ਗਿਆਨਵਾਨ ਕਬੀਰ ਸਾਹਿਬ, ਉਹਨਾਂ ਦੀ ਨਿੱਗਰ ਗੱਲ ਹੈ ਜਿਹੜੀ ਕਰਦੇ ਨੇ। ਐਵੇਂ ਤਾਂ ਨਹੀਂ ਕਾਂਸੀ ਦੇ ਬ੍ਰਾਹਮਣਾਂ ਨੂੰ ਮੂਹਰੇ ਲਾ ਲਿਆ ਕਬੀਰ ਸਾਹਿਬ ਨੇ, ਬੜੇ ਬੜੇ ਜੋਗੀਆਂ ਨੂੰ, ਉਹਨਾਂ ਦੇ ਪੱਲੇ ਪਰਮੇਸ਼ਰ ਦੀ ਸ਼ਕਤੀ। ਉਹ 7 ਵਰਿਆਂ ਦੀ ਉਮਰ ਤੋਂ ਤਾਂ ਭਜਨ ਕਰਨ ਲੱਗੇ, 120 ਵਰਿਆਂ ਦੀ ਉਮਰ ਤੱਕ ਤਾਂ ਉਹਨਾਂ ਦਾ ਭਜਨ ਹੈ। ਫਿਰ ਇਹ ਸਮਰੱਥਾ ਨਾਮ ਦੀਆਂ ਨੇ। ਅੱਗੇ ਦੱਸਦੇ ਹਨ, ਜੋੜੀ ਜੁੜੈ ਨਾ ਤੋੜੀ ਟੂਟੈ। ਪਹਿਲਾਂ ਜੋਗੀ ਉਹਨਾਂ ਦੇ ਸ਼ਿਸ਼ਾਂ ਨੂੰ ਦੱਸ ਰਹੇ ਨੇ। ਕਬੀਰ ਸਾਹਿਬ ਕਹਿੰਦੇ, ਹੇ ਭਗਤ ਜਨੋ, ਤੁਹਾਡਾ ਜਿਹੜਾ ਗੁਰੂ ਜੋਗੀ ਸੀ ਨਾ, ਇਹ ਜਿਹਦੀ ਲਾਸ਼ ਪਈ ਹੈ ਜਿੱਥੇ ਆਪਾਂ ਬੈਠੇ ਹਾਂ ਸਾਰੇ, ਪਹਿਲਾਂ ਹੀ ਜੋਗੀ ਜਦੋਂ ਅਭਿਆਸ ਕਰਨਾ ਨਹੀਂ ਸੀ ਸਿੱਖਿਆ, ਉਦੋਂ ਇਹਦੀ ਬਿਰਤੀ ਜੋੜੀ ਹੋਈ, ਲਾਈ ਹੋਈ, ਉਹ ਜੁੜਦੀ ਨਹੀਂ ਸੀ। ਉਹ ਜੋੜੀ ਹੋਈ ਜੁੜਦੀ ਨਹੀਂ ਸੀ। ਪਰ ਜਦੋਂ ਇਹਨੇ ਜੋਗ ਕਲਾ ਸਿੱਖ ਲਈ, ਫਿਰ ਤੋੜੀ ਹੋਈ, ਭਾਵ ਟੁੱਟਦੀ ਨਹੀਂ ਸੀ। ਜਣੀ ਬਿਰਤੀ ਇੰਨੀ ਲੱਗ ਜਾਂਦੀ ਸੀ, ਤੋੜੀ ਹੋਈ ਨਹੀਂ ਸੀ ਟੁੱਟਦੀ। ਉਹ 10ਵੇਂ ਦੁਆਰ ਦੇ ਵਿੱਚ ਇੰਨਾ ਆਨੰਦ ਮਾਣਦਾ ਸੀ। ਤੇ ਇਸ ਕਰਕੇ ਇਹ ਜਿਹੜੀ ਨਾ 1971 ਵਿੱਚ ਤਪੋਵਨ ਦੇ ਅੰਦਰ ਬਹੁਤ ਸਾਰੇ ਸਮਾਂ ਬਣ ਗਿਆ ਸੀ, ਗੁਰੂ ਨੇ ਬਖਸ਼ਿਆ, ਅਚਾਨਕ ਬਣਿਆ। ਉੱਥੇ ਬਹੁਤ ਸਾਰੇ ਜੋਗੀਆਂ ਦੇ ਦਰਸ਼ਨ ਬੜੇ ਹੋਏ। ਕੁਝ ਸਮਾਂ ਗੁਜ਼ਾਰਨ ਦਾ ਸਮਾਂ ਮਿਲਿਆ। ਇੱਕ ਮਹਾਤਮਾ ਨਿਰਮਲੇ ਸੰਤਾਂ ਦੇ ਵਿੱਚੋਂ ਮਿਲਿਆ, ਪ੍ਰੇਮ ਹੋ ਗਿਆ ਸੀ। ਉਹ ਕੀਰਤਨ ਦੁਆਰਾ ਜਾਂ ਹੋਵੇ, ਮੈਂ ਵੀ ਪ੍ਰੇਮ ਕਰਦਾ ਸੀ ਉਹਦੇ ਨਾਲ। ਉਹਦੇ ਨਾਲ ਇੱਕ ਗੁਰਮੁਖ ਉਹਦੇ ਕੋਲੋਂ ਯੋਗਾਭਿਆਸ ਸਿੱਖਦਾ ਸੀ। ਉਹਦਾ ਨਾਂ ਸੀ ਰਘਵੀਰ ਸਿੰਘ। ਰਾੜੇ ਵਾਲੇ ਮਹਾਂਪੁਰਖਾਂ ਨੂੰ ਕਹਿੰਦਾ, ਜੀ ਮੈਂ ਤਾਂ ਯੋਗ ਅਭਿਆਸ ਸਿੱਖਣਾ ਹੈ। ਸੰਤ ਕਹਿੰਦੇ, ਨਾ ਭਾਈ, ਇਹ ਰਸਤਾ ਨਹੀਂ ਚੰਗਾ। ਕਹਿੰਦਾ, ਮਹਾਰਾਜ ਮੈਂ ਤਾਂ ਸਿੱਖਣਾ ਹੈ। ਕਹਿੰਦੇ, ਫਿਰ ਮੈਂ ਕਿਹੜਾ ਯੋਗਾ ਅਭਿਆਸ ਜਾਣਦਾ। ਕਹਿੰਦੇ, ਮਹਾਰਾਜ ਫਿਰ ਮੈਨੂੰ ਦੱਸੋ। ਕਹਿੰਦੇ, ਜਾ ਤੈਨੂੰ ਕੋਈ ਆਪ ਹੀ ਮਿਲ ਜੂਗਾ ਯੋਗਾ ਅਭਿਆਸ ਸਿੱਖਣ ਨਾਲ। ਉਹ ਰਿਸ਼ੀਕੇਸ਼ ਉਹਨੂੰ ਰਘਵੀਰ ਸਿੰਘ ਨੂੰ ਮਿਲ ਗਿਆ ਤੇ ਉਹ ਉਹਦੇ ਕੋਲੋਂ ਯੋਗਾ ਅਭਿਆਸ ਸਿੱਖਣ ਲੱਗਿਆ। ਮੈਂ ਉਹਨੂੰ ਕਿਹਾ, ਵੀ ਕਿਹੜੇ ਕੰਮ 'ਚ ਪੈ ਗਿਆ ਤੂੰ ਟੇਢਾ ਵਿੰਗਾ ਕੰਮ ਕਰਨ ਲੱਗ ਗਿਆ। ਉਹਨੇ ਮੈਨੂੰ ਆਪਣਾ ਉਹ ਗੁਰੂ ਮਿਲਾਇਆ ਜੀ ਤੋਂ ਯੋਗਾ ਅਭਿਆਸ ਸਿੱਖਣ ਲੱਗਾ। ਕਾਮਯਾਬ ਨਹੀਂ ਹੋਇਆ ਸਿੱਖਣ ਦੇ ਵਿੱਚ। ਮੈਂ ਉਹਨੂੰ ਪੁੱਛਿਆ, ਵੀ ਤੈਨੂੰ ਕਿਹਨੇ ਸਿਖਾਇਆ? ਉਹ ਕਹਿੰਦਾ, ਜੀ ਜਿਹੜਾ ਮੇਰਾ ਗੁਰੂ ਸੀ ਉਹ 8 ਦਿਨ ਪ੍ਰਾਣਾ ਤੋਂ ਬਿਨਾਂ ਸਮਾਧੀ ਲਾ ਲੈਂਦਾ ਸੀ। ਮੈਂ ਕਿਹਾ, ਅੱਛਾ, ਬੜੀ। ਕਹਿੰਦਾ, ਜੀ 8 ਦਿਨ ਬੈਠਾ ਰਹਿੰਦਾ ਸਮਾਧੀ। ਕਹਿੰਦਾ, ਜਿਹੜਾ ਉਹਦਾ ਗੁਰੂ ਸੀ, ਕਹਿੰਦਾ ਉਹ 1 ਸਾਲ ਪ੍ਰਾਣ ਚੜਾ ਕੇ ਬੈਠਾ ਰਹਿੰਦਾ ਸੀ। ਇਹ ਤਾਂ ਅੱਜ ਦੀਆਂ ਗੱਲਾਂ ਨੇ, ਮੇਰੀ ਜ਼ਿੰਦਗੀ ਦੀਆਂ ਗੱਲਾਂ ਨੇ ਇਹ। ਉਹ ਤ੍ਰੇਤੇ ਯੁੱਗ ਦੀਆਂ, ਦੁਆਪਰ ਦੀਆਂ, ਕਲਯੁੱਗ ਦੇ ਅੰਦਰ ਤਾਂ ਭਾਈ ਜੇ ਹੁਣ ਦੇ ਸਮੇਂ ਹੋ ਸਕਦੀਆਂ ਨੇ, ਸਤਯੁੱਗ ਤੇ ਫਿਰ ਗੱਲੇ ਛੱਡੋ। ਫਿਰ ਸੰਤੋਖੇ ਰਿਖੀ ਦੇ ਉੱਤੇ ਸ਼ੰਕਾਵਾਦੀ ਜਿਹੜੇ ਕਰਦੇ ਨੇ, ਉਹ ਦਰੁਸਤ ਨਹੀਂ ਹੈ। ਇਹ ਗੱਲਾਂ ਹੈਗੀਆਂ। ਅੱਜ ਵੀ ਉਹ ਜੋਗੀ ਕਿਤੇ ਨਾ ਕਿਤੇ ਐਸੀ ਕਿਰਿਆ ਕਰਨ ਵਾਲੇ ਲੋਕੇ ਛਿਪੇ ਹੈ। ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸੀ ਦਿਦਾਰ ਸਿੰਘ ਜੀ। ਉਹ ਆਪਣੀ ਸਮਾਧੀ ਤਾਂ ਇੱਕ ਪਾਸੇ, ਦੂਜੇ ਦੀ ਸਮਾਧੀ ਲਵਾਉਣ 'ਚ ਸਮਰੱਥਾ ਰੱਖਦੇ ਸੀ। ਇੱਕ ਜਗਿਆਸੂ ਦੀ ਸਮਾਧੀ ਲਵਾਈ, 8 ਦਿਨ ਨਹੀਂ ਸੀ ਖੁੱਲੀ ਸਮਾਧੀ। ਉਹ ਸ਼ਬਦ ਸੁਰਤ ਦਾ ਅਭਿਆਸ ਕਰਦੇ। ਉਹ ਦੂਸਰੀ ਸਮਾਧੀ ਸੀ ਯੋਗਾ ਅਭਿਆਸੀ ਦੀ। ਉਹਨਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਕੋਲੋਂ ਸਹਿਜ ਯੋਗ ਦੀ ਸਮਾਧੀ ਸਿੱਖੀ ਸੀ। ਇਹਨੂੰ ਕਹਿੰਦੇ ਨਿਰਵਿਕਲਪ ਸਮਾਧੀ। ਮੈਨੂੰ ਦੱਸਿਆ ਉਹਨਾਂ ਨੇ, ਮਹਾਂਪੁਰਸ਼ਾਂ ਨੇ। ਉਦੋਂ ਉਹਨਾਂ ਦੀ ਮੇਰਾ ਖਿਆਲ ਕਹਿ ਵੀ ਲਗਭਗ 90-91 ਸਾਲ ਦੀ ਸੀ, 94 ਸਾਲ ਦੀ, ਪਰ ਵੱਡੀ ਉਮਰ ਸੀ। ਨਾਭੇ ਸਰੀਰ ਛੱਡਿਆ ਫਿਰ ਉਹਨਾਂ ਨੇ। ਉਹਨਾਂ ਨੂੰ ਬਾਬਾ ਜੀ ਕਹਿੰਦੇ ਸੀ। ਹਰਖੋਲੀ ਸੰਤਾਂ ਦੇ ਕੋਲੋਂ ਉੱਥੋਂ ਆਏ ਸੀ, ਬੜੇ ਮਹਾਂਪੁਰਖਾਂ ਦੇ ਕੋਲ। ਉਹ ਮੈਨੂੰ ਕਹਿੰਦਾ, ਵੀ ਜਿਹੜਾ ਮਰਜ਼ੀ ਆ ਜਾਓ, ਕਹਿੰਦੇ ਲਿਆਓ, ਕਹਿੰਦੇ ਮੈਂ ਸਮਾਧੀ ਲਵਾ ਦਿੰਦਾ। ਮੇਰੇ ਨਾਲ ਗੱਲ ਹੋਈ ਉਹਨਾਂ ਦੀ। ਉਹਨਾਂ ਕੋਲ ਕਲਾ ਸੀ, ਇਹ ਕੁਛ ਆਪਣੀ ਸ਼ਕਤੀ ਸੀ ਇਕਾਗਰਤਾ ਦੀ। ਇਸ ਕਰਕੇ ਵੀ ਉਦੋਂ ਬਿਰਤੀ ਫਿਰ ਹੁਣ ਤਾਂ ਲੱਗਦੀ ਨਹੀਂ ਆਪਣੀ, ਜਦੋਂ ਲੱਗਣ ਲੱਗ ਜਾਂਦੀ ਹੈ ਨਾ ਫਿਰ ਟੁੱਟਦੀ ਨਹੀਂ।
ਐਸੀ ਨਿਰਭਕਲ ਸਮਾਧੀ ਲੱਗ ਜਾਂਦੀ ਹੈ। ਜਬ ਲਗ ਹੋਏ ਬਿਨਾਸੀ, ਕਹਿੰਦੇ ਜਬ ਲੱਗਦਾ ਤਦ ਬਿਨਾਸੀ, ਬਿਨਾ ਆਸਾਂ ਤੋਂ ਹੋਏ ਹੋ ਰਿਹਾ ਸੀ। ਮਤਲਬ ਕੋਈ ਇੱਛਾ ਨਹੀਂ ਸੀ। ਜਿੰਨੀ ਦੇਰ ਤੱਕ ਜਦ ਲੱਗਦਾ ਅਰਥ ਹੈ ਤੱਕ, ਬਿਨਾਸੀ ਬਿਨਾ ਆਸਾਂ, ਬਿਨ ਜਮਾ ਆਸੀ, ਬਿਨਾਸੀ ਹੋ ਰਿਹਾ ਸੀ, ਤਦ ਤੱਕ ਦਸਮ ਦੁਆਰ ਵਿੱਚ ਪ੍ਰਾਣ ਟਿਕੇ ਰਹਿੰਦੇ ਸੀ, ਆਸਾ ਹੀ ਨਹੀਂ ਸੀ। ਹੇ ਭਾਈ ਸੱਜਣੋ, ਕਹਿੰਦੇ ਹੁਣ ਬਿਨਾਸੀ, ਹੁਣ ਨਾਸ ਹੋ ਗਿਆ ਇਹਦਾ, ਹੁਣ ਇਹ ਦਸਮ ਦੁਆਰ ਸਮਾਧੀਆਂ ਲਾਉਣ ਵਾਲਾ ਨਹੀਂ ਰਿਹਾ ਹੈ। ਕਾਕੋ ਠਾਕੁਰ ਕਾਕੋ ਸੇਵਕ, ਕੌਣ ਕਹਿੰਦੇ ਕਿਸੇ ਦਾ ਠਾਕੁਰ ਸੁਆਮੀ ਹੈ, ਗੁਰੂ ਹੈ, ਤੇ ਕੌਣ ਕਿਸੇ ਦਾ ਸੇਵਕ ਦਾਸ ਹੈ, ਕੋਈ ਸ਼ਿਸ਼ ਹੈ। ਤੇ ਇਸ ਕਰਕੇ ਭਾਈ ਸੁਣੋ, ਕੋ ਕਾਹੂ ਕਹਿ ਜਾਸੀ, ਤੇ ਕੋ ਕਾਹੂ ਕਿਸੇ ਦਾ, ਕਹਿੰਦੇ ਕਹਿ ਦਾ ਅਰਥ ਹੈ ਦੇ, ਜਾਸੀ ਜਾਵੇਗਾ, ਕੋਈ ਕਿੱਥੇ ਜਾਵੇਗਾ। ਭਾਗ ਜੋਗੀ ਜਿਹੜਾ ਨਾ, ਭਾਵ ਇਹ ਹੈ, ਤੇ ਜੋਗੀ ਨਹੀਂ ਰਿਹਾ। ਫਿਰ ਭਾਈ ਕਹਿੰਦੇ ਹੁਣ ਮੈਂ ਵੀ ਹੁਣ ਕਾਹਨੂੰ ਆਉਂਗਾ ਤੁਹਾਡੇ ਇੱਥੇ, ਅੱਜ ਸੰਸਕਾਰ ਕਰਾਉਣ ਵਾਸਤੇ ਆਇਆ, ਤੇ ਕਾਹੂ ਮੇਰੇ ਵਰਗੇ ਹੁਣ ਕਾਹਨੂੰ ਆਉਣਗੇ, ਜੋਗੀ ਕਰਕੇ ਜਿਹੜੇ ਆਉਂਦੇ ਸੀ, ਕਿੱਥੇ ਜਾਣਗੇ ਉਹ। ਇਹ ਗੱਲਾਂ ਕਬੀਰ ਸਾਹਿਬ ਨੇ ਕਹੀਆਂ ਵੀ ਹੁਣ ਮੈਨੂੰ ਆਉਣ ਦੀ ਇੱਥੇ ਲੋੜ ਨਹੀਂ ਪੈਗੀ। ਕਹੋ ਕਬੀਰ ਲਿਵ ਲਾਗ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਗੀ ਦੇ ਚੇਲਿਓ, ਹੇ ਸ਼ਿਸ਼ੋ, ਆਓ ਮੈਂ ਤੁਹਾਨੂੰ ਦੱਸਦਾ ਕਿ ਜੋਗੀ ਕਿੱਥੇ ਗਿਆ। ਤੁਸੀਂ ਪੁੱਛਿਆ, ਕਹਿੰਦੇ ਇਸ ਦੀ ਲਿਵ ਬਿਰਤੀ ਜਿੱਥੇ ਲਾਗ ਲੱਗ ਰਹੀ ਹੈ, ਜਿਉਂਦੇ ਜਿਉਂਦੇ ਲੱਗ ਰਹੀ ਸੀ, ਜਿੱਥੇ ਕਿਸ ਥਾਂ ਤੇ ਲੱਗ ਰਹੀ ਸੀ ਦੱਸਦੇ ਹਨ। ਜਹਾਂ ਬਸੇ ਦਿਨ ਰਾਤੀ, ਜਹਾਂ ਜਿੱਥੇ ਇਹ ਦਿਨ ਰਾਤੀ, ਰਾਤ ਨੂੰ ਜਾਂ ਦਿਨੇ ਬਸੇ ਬਸਦਾ ਸੀ। ਭਾਵ ਕੀ ਹੈ, ਜੋਗੀਆਂ ਦੇ ਅੰਦਰ ਬ੍ਰਹਮਲੋਕ ਦੀ ਇੱਛਾ ਹੁੰਦੀ ਹੈ। ਇਸ ਕਰਕੇ ਕਹਿੰਦੇ ਇਸ ਨੂੰ ਬ੍ਰਹਮਲੋਕ ਦੀ ਪ੍ਰਾਪਤੀ ਹੋ ਗਈ ਹੈ, ਕਿਉਂਕਿ ਬ੍ਰਹਮਰੋਦਰ ਫੋੜ ਕੇ ਗਿਆ, ਬ੍ਰਹਮਲੋਕ ਨੂੰ ਜਾਂਦਾ ਹੈ। ਇੱਥੇ ਲਿਆ ਕੇ ਗੱਲ ਮੁਕਾਈ ਕਬੀਰ ਸਾਹਿਬ ਨੇ। ਵਾ ਕਾ ਮਰਮ ਉਹੀ ਪਰ ਜਾਣੈ। ਹੇ ਮਹਾਰਾਜ, ਸ਼ੇਸ਼ ਕਹਿੰਦੇ ਨੇ, ਕਹਿੰਦੇ ਉਸ ਜੋਗੀ ਦਾ ਮਰਮ ਭੇਦ ਤਾਂ ਉਹੀ ਜਾਣਦਾ ਹੈ, ਪਰ ਵਿਸ਼ੇਸ਼ ਕਰਕੇ ਜਾਣਦਾ ਹੈ। ਪਰ ਵਿਸ਼ੇਸ਼ ਕਰਕੇ ਉਹੀ ਜਾਣਦਾ ਹੈ। ਪਰ ਤੁਸੀਂ ਉਹ ਜਿਹੜਾ ਹੈ ਉਹ ਕਿਸ ਨੂੰ ਕਿਹਾ ਹੈ, ਉਹ ਪ੍ਰਸ਼ਨ ਕੀਤਾ। ਕਹਿੰਦੇ ਤੁਸੀਂ ਜਿਹੜਾ ਕਹਿੰਦੇ ਉਹ ਕਮਰ ਉਹੀ ਪਰ ਜਾਣਿਆ, ਕਿਹਨੂੰ ਕਹਿੰਦੇ ਹੋ? ਉਹ ਤਾਂ ਸਦਾ ਅਬਨਾਸੀ। ਕਹਿੰਦੇ ਜੀ ਤੁਸੀਂ ਜਿਹੜਾ ਉਹ ਪਦ ਵਰਤਿਆ, ਸ਼ੇਸ਼ ਕਹਿੰਦੇ ਉਹ ਕਿਹਦੇ ਲਈ ਵਰਤਿਆ, ਤੁਸੀਂ ਕਿਹਨੂੰ ਕਿਹਾ ਹੈ? ਉੱਤਰ ਚ ਕਬੀਰ ਸਾਹਿਬ ਕਹਿੰਦੇ ਉਹ ਤਾਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਹਾਂ। ਉਹ ਤਾਂ ਉਸ ਨੂੰ ਕਿਹਾ, ਪਰਮੇਸ਼ਰ ਨੂੰ, ਰੱਬ ਨੂੰ ਕਿਹਾ, ਜਿਹੜਾ ਸਦਾ ਹਮੇਸ਼ਾ ਹੀ ਅਵਨਾਸੀ ਨਾਸ ਤੋਂ ਰਹਿਤ ਹੈ। ਮੈਂ ਉਹਨੂੰ ਕਹਿਣਾ, ਉਹ ਤਾਂ ਸਦਾ ਅਵਨਾਸੀ, ਰੱਬ ਸਦਾ ਹੀ ਨਾਸ ਤੋਂ ਰਹਿਤ ਹੈ। ਤੇ ਇਹ ਜੋਗੀ ਨਾਸੀ ਸੀ, ਇਹਦੀ ਦੇ ਇਹ ਨਾਸ ਹੋ ਗਿਆ, ਉਹ ਅਵਨਾਸੀ ਹੈ, ਤੁਸੀਂ ਉਹਦੇ ਵਿੱਚ ਜੁੜੋ। ਉਹਦਾ ਮਰਮ ਉਹੀ ਭੇਦ ਵਾਹਿਗੁਰੂ ਇਹ ਜਾਣਦਾ, ਆਪਣਾ ਭੇਦ ਕੀ ਹੈ, ਪਰ ਵਿਸ਼ੇਸ਼ ਕਰਕੇ ਉਹੀ ਜਾਣਦਾ। ਕਹਿੰਦੇ ਜੀ ਸੰਤ ਨਹੀਂ ਜਾਣਦੇ, ਕਹਿੰਦੇ ਜਿਹੜੇ ਜਾਣਦੇ ਨੇ ਕਹਿੰਦੇ ਫਿਰ ਉਹ ਕਹਿੰਦੇ ਨਹੀਂ ਹੈ, ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ। ਇਹ ਸ਼ਬਦ ਸੁਣ ਕੇ ਕਬੀਰ ਸਾਹਿਬ ਜੀ ਨੂੰ, ਜੋਗੀ ਦੇ ਜਿਹੜੇ ਸ਼ਿਸ਼ ਸਨ, ਕਬੀਰ ਸਾਹਿਬ ਜੀ ਨੂੰ ਫਿਰ ਉਹ ਇੱਕ ਉਹਨਾਂ ਨੇ ਬੇਨਤੀ ਕੀਤੀ ਹੈ। ਤੇ ਪਰ ਇਹ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਜਿਹੜੇ ਅੰਤ ਸਮੇਂ ਦਾ ਹਾਲਤ ਪਹਿਲਾਂ ਦੱਸ ਦਿੱਤੀ ਹੈ ਵੀ ਕੋਈ ਕਿੰਨਾ ਹੀ ਯੋਗ ਕਮਾ ਲਵੇ, ਕਿੰਨਾ ਹੀ ਯੋਗੀ ਬਣ ਜਾਵੇ, ਕਹਿੰਦੇ ਅੰਤ ਨੂੰ ਭਾਈ ਉਹਦੀ ਸੋਝੀ ਨਹੀਂ ਰਹਿੰਦੀ। ਇਸ ਪ੍ਰਕਾਰ ਪਹਿਲਾਂ ਯੋਗ ਅਭਿਆਸ ਦੱਸ ਕੇ ਹੁਣ ਫਿਰ ਗਿਆਨ ਕਾਂਡ ਦੁਆਰਾ ਗਿਆਨ ਕਾਂਡ ਆਰੰਭ ਕਰਨਗੇ, ਜਿਹੜਾ ਸਹਿਜ ਕੇ ਪਾਵੜੇ ਭਗਤ ਹਰਿ, ਜਿਹੜਾ ਗੁਰੂ ਨਾਨਕ ਤੋਂ ਸਿੱਖਿਆ ਸੀ। ਜਿਹੜਾ ਯੋਗ ਅਭਿਆਸ ਦੀ ਗੱਲ ਸੀ ਇਸ ਜੋਗੀ ਤੋਂ ਸਿੱਖੀ ਸੀ ਕਬੀਰ ਨੇ। ਹੁਣ ਉਹ ਗਿਆਨ ਕਾਂਡ ਸ਼ੁਰੂ ਕਰਨ ਲੱਗੇ ਨਾ, ਇਹ ਫਿਰ ਨਿਰੋਲ ਗੁਰਮਤਿ ਦਾ ਗਿਆਨ ਸਮਝਣਾ, ਉਹ ਹੁਣ ਕਥਨ ਕਰਦੇ ਹਨ, ਸੁਣੋ ਜੀ। ਜਹ ਕਛ ਆਹਾ ਤਾਹ ਕਿਛ ਨਾਹੀ। ਹੇ ਭਾਈ, ਜਿਸ ਅਗਿਆਨ ਕਾਲ ਵਿੱਚ ਇਹ ਸੰਸਾਰ ਕਛ ਕੁਝ ਵੀ ਸੱਤਾ ਭਾਸਦਾ ਸੀ, ਜਣੀ ਸੱਚਾ ਲੱਗਦਾ ਸੀ, ਇਹ ਪ੍ਰਤੀਤ ਹੋ ਰਿਹਾ ਸੀ,
ਤਾਂ ਉੱਥੇ ਹੁਣ ਗਿਆਨ ਕਾਲ ਦੇ ਵਿੱਚ ਕਿਛ ਕੁਝ ਵੀ ਨਹੀਂ ਪ੍ਰਤੀਤ ਹੋ ਰਿਹਾ। ਹੁਣ ਇਹ ਪ੍ਰਤੀਤ ਨਹੀਂ ਹੋ ਰਿਹਾ ਹੈ। ਪੰਚ ਤਤ ਤਹ ਨਾਹੀ। ਇਹ ਫਿਰ ਪੰਜ ਤੱਤਾਂ ਕਿੱਥੇ ਮਹਿਸੂਸ ਹੋਣੇ? ਇਹ ਮਿਥਿਆ ਪ੍ਰਤੀਤ ਹੋ ਰਿਹਾ। ਹੁਣ ਪਹਿਲਾਂ ਜਦੋਂ ਪੰਜ ਤੱਤਾਂ ਦੇ ਧਿਆਨ ਵਿੱਚ ਜੁੜੇ ਰਹਿੰਦੇ ਸੀ ਤਾਂ ਉੱਥੇ ਹੁਣ ਬ੍ਰਹਮ ਗਿਆਨ ਵਿੱਚ ਪੰਜਾਂ ਤੱਤਾਂ ਦੀ ਪ੍ਰਤੀਤੀ ਨਹੀਂ ਹੁੰਦੀ ਹੈ। ਇਹ ਮਿਥਿਆ ਪ੍ਰਤੀਤ ਹੋ ਗਿਆ ਸਾਰਾ। ਅਸਤ ਜੜ ਦੁਖ ਰੂਪ ਪ੍ਰਤੀਤ ਹੋ ਗਿਆ ਸਾਰਾ। ਏੜਾ ਪਿੰਗਲਾ ਸੁਖ ਮਨ ਬੰਦੇ। ਇਹ ਜਿਹੜੀ ਈੜਾ ਖੱਬੀ ਸੁਰ ਦੁਆਰਾ ਪ੍ਰਾਣ ਚੜਾਉਣ ਦੀ, ਪਿੰਗਲਾ ਸੱਜੀ ਸੁਰ ਦੁਆਰਾ ਸੁਖਮਨਾ ਜਿਹੜੀ ਸੰਧ ਦੇ ਵਿੱਚ ਹੈ, ਜਾਂ ਏੜੀ ਬੰਦ ਹੈ, ਜਲੰਧਰ ਬੰਦ ਹੈ, ਇਤਿਆਦਿਕ ਜਿਹੜੇ ਸੀ ਇਹਨਾਂ ਨੂੰ ਰੋਕ ਕੇ ਰੱਖਣੇ ਸੀ। ਜਿਹੜੇ ਇਹ ਕਹਿੰਦੇ ਇਹ ਹੁਣ ਵਿਸ਼ੇਸ਼ ਕਰਕੇ ਇਹਨਾਂ ਦੀ ਜਿਹੜੀ ਗਨ ਗਿਣਤੀ ਕਿੱਥੇ ਚਲੀ ਗਈ? ਗਿਆਨਵਾਨ ਜਿਹੜਾ ਇਹਨਾਂ ਗਿਣਤੀਆਂ 'ਚ ਨਹੀਂ ਪੈਂਦਾ। ਤੇ ਅਵਗਣ ਔਗਣਾਂ ਦਾ ਨਾਮ ਵੀ ਹੈ। ਹੁਣ ਔਗਣ ਜਿਹੜੇ ਨੇ ਇਹ ਅਵਗਣ ਬੋਲੋ ਜੀ। ਇਹ ਅਵਗਣ ਕਤ ਜਾਹੀ। ਕਹਿੰਦੇ ਇਹ ਜਿਹੜੇ ਅਵਗਣ ਔਗਣ ਕਾਮ ਕ੍ਰੋਧ ਆਦਿਕ ਸ਼ਬਦ ਸਪਰਸ ਆਦਿ ਕਿੱਥੇ ਚਲੇ ਗਏ? ਭਾਵ ਬ੍ਰਹਮ ਗਿਆਨੀ ਨੂੰ ਕਿਸੇ ਪ੍ਰਕਾਰ ਦੀ ਗਿਣਤੀ ਮਿਣਤੀ ਜੋਗਾ ਅਭਿਆਸ ਦੀ ਲੋੜ ਹੀ ਨਹੀਂ ਰਹਿੰਦੀ। ਉੱਥੇ ਔਗਣ ਵੀ ਨਹੀਂ ਰਹਿੰਦੇ, ਉਹ ਆਪਣੇ ਆਨੰਦ ਵਿੱਚ ਲੀਨ ਹੋ ਜਾਂਦਾ ਹੈ। ਤਾਗਾ ਟੂਟਾ ਗਗਨ ਬਿਨਸ ਗਿਆ। ਬ੍ਰਹਮ ਗਿਆਨੀ ਦਾ ਮੋਹ ਰੂਪੀ ਤਾਗਾ ਟੁੱਟ ਜਾਂਦਾ ਹੈ। ਮੋਹ ਰੂਪੀ ਤਾਗਾ ਹੈ। ਕਹਿੰਦੇ ਨੇ ਜੀ ਮੋਹ ਦੀਆਂ ਤੰਦਾਂ ਨੇ ਜੀ, ਇਹ ਤਾਂ ਬੱਚੇ ਪਿਆਰੇ ਲੱਗਦੇ ਨੇ। ਗਗਨ ਆਕਾਸ਼, ਆਕਾਸ਼ ਤੋਂ ਗੁਣ ਲੈਣਾ। ਆਕਾਸ਼ ਖਾਲੀ ਹੈ, ਇਹ ਗੌਣੀ ਅਰਥ ਹੁੰਦੇ ਨੇ। ਉੱਥੋਂ ਆਕਾਸ਼ ਹੈ ਖਾਲੀ। ਜਿੱਥੇ ਆਕਾਸ਼ ਤੋਂ ਵਿਆਪਕਤਾ ਦਾ ਅਰਥ ਲੈਣਾ ਹੁੰਦਾ ਹੈ, ਉਹ ਫਿਰ ਦੂਸਰੇ ਅਰਥ ਵਿੱਚ ਲੱਗਦਾ ਹੈ। ਕਹਿੰਦੇ ਜਿਵੇਂ ਆਕਾਸ਼ ਖਾਲੀ ਹੈ, ਜਿਸ ਪ੍ਰਕਾਰ ਇਹ ਜਿਹੜਾ ਲੋਭੀ ਦਾ ਹਿਰਦਾ ਹੈ ਇਹ ਵੀ ਕਿਸੇ ਪਦਾਰਥ ਨਾਲ ਭਰਦਾ ਨਹੀਂ, ਜਿਵੇਂ ਆਕਾਸ਼ ਨਹੀਂ ਭਰਦਾ, ਲੋਭੀ ਦਾ ਹਿਰਦਾ ਹੈ। ਇਸ ਪ੍ਰਕਾਰ ਉਹਨਾਂ ਦਾ ਲੋਭ ਰੂਪੀ ਗਗਨ ਆਕਾਸ਼ ਹਿਰਦਾ ਵਿਸ਼ੇਸ਼ ਕਰਕੇ ਕਹਿੰਦੇ ਬਿਨਸ ਗਿਆ, ਨਾਸ ਹੋ ਗਿਆ ਹੈ। ਅਤੇ ਫਿਰ ਉਸ ਵੇਲੇ ਤੇਰਾ ਬੋਲਤ ਕਹਾ ਸਮਾਈ। ਤੇਰਾ ਨਾਮ ਹੈ ਮੇਰ। ਮੇਰ ਤੇਰ ਜਿਹੜੀ ਸੀ, ਤੇਰ ਤੇਰਾ, ਮੇਰ ਮੇਰਾ। ਆਹ ਚੀਜ਼ ਤੇਰੀ ਹੈ, ਆਹ ਮੇਰੀ ਹੈ। ਇਹ ਮੇਰ ਤੇਰ ਦੇ ਬੋਲਤ ਬੋਲ ਚਾਲ ਜਿਹੜੀ ਸੀ ਉਹ ਹੁਣ ਕਹਾਂ ਕਿੱਥੇ ਹਨ? ਕਹਿੰਦੇ ਨੇ ਕਿ ਉਹ ਤਾਂ ਆਤਮਦਰਸ਼ੀ ਵਿੱਚ ਸਮਾ ਗਈਆਂ। ਉਹ ਤਾਂ ਗੱਲਾਂ ਹੀ ਖਤਮ ਹੋ ਗਈਆਂ। ਕੁਛ ਨਹੀਂ ਰਿਹਾ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਦੂਜਾ ਕੁਛ ਦਿਖਦਾ ਹੀ ਨਹੀਂ। ਸਭ ਹੈ ਕਟ ਰਾਮ ਬੋਲੇ, ਰਾਮਾ ਬੋਲੇ। ਉਹਦੀ ਦ੍ਰਿਸ਼ਟੀ ਇਹ ਹੋ ਗਈ। ਇਹ ਸੰਸਾ ਮੋਕੋ ਅਨਦਿਨ ਵਿਆਪੈ। ਅਗਿਆਨ ਕਾਲ ਵਿੱਚ ਮੈਨੂੰ ਇਹ ਸੰਸਾ, ਕਿਹੜਾ ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ, ਵਿਪਰਜੈ ਆਦਿਕ ਸੰਸੇ, ਇਹ ਜਿਹੜੀ ਸੀ ਅਨਦਿਨ ਰਾਤ ਦਿਨ ਵਿਆਪਦੇ ਸਨ ਉਸ ਵੇਲੇ ਅਗਿਆਨ ਕਾਲ ਦੇ ਵਿੱਚ। ਪਰ ਹੁਣ ਮੋਕੋ ਕੋ ਨਾ ਕਹਿ ਸਮਝਾਈ। ਤੇ ਹੁਣ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਸਮਝਾਉਣ ਕਰਕੇ ਸਮਝਾਈ, ਕਹਿੰਦੇ ਨੇ ਸਮਝਾਈ ਮੈਨੂੰ ਗੁਰੂ ਨੇ ਸਮਝਾ ਦਿੱਤਾ। ਮੋਕੋ ਮੈਨੂੰ ਗੁਰੂ ਦੇ ਉਪਦੇਸ਼ ਦਿੱਤਿਆਂ ਹੋਇਆਂ ਤੇ ਸਮਝ ਆਈ। ਸਮਝਾਈ ਦੇ ਵਿੱਚੋਂ ਅਰਥ ਹੈ ਹੁਣ ਸਮਝ ਆ ਗਈ ਹੈ ਕਿ ਸਾਡਾ ਕੋਈ ਵੀ ਸੰਸਾ ਨਾ ਨਹੀਂ ਰਿਹਾ ਹੈ। ਬ੍ਰਹਮ ਗਿਆਨੀ ਨੂੰ ਕੋਈ ਸੰਸਾ ਨਹੀਂ ਰਹਿੰਦਾ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਹੈ। ਜਹ ਬਰ ਭੰਡ ਪਿੰਡ ਤਹ ਨਾਹੀ। ਪਹਿਲਾਂ ਜਿੱਥੇ ਬਰਭੰਡ ਬ੍ਰਹਮੰਡਾਂ ਦੀ ਕਲਪਨਾ ਕਰਦੇ ਸੀ ਤਾਂ ਉੱਥੇ ਹੁਣ ਪਿੰਡ ਸਰੀਰ ਦਾ ਅਧਿਆਸ ਵੀ ਨਹੀਂ ਰਿਹਾ, ਦੇਹ ਅਧਿਆਸ ਵੀ ਨਹੀਂ ਰਿਹਾ, ਹੁਣ ਨਾ ਹੀ ਨਹੀਂ ਰਿਹਾ ਹੈ। ਇਹ ਵੀ ਮਿਟ ਗਿਆ। ਰਚਨਹਾਰ ਤਹ ਨਾਹੀ। ਤਹ ਉਸ ਰਚਨਹਾਰ, ਰਚਨਾ ਵਾਲਾ ਕੌਣ ਹੈ? ਅਗਿਆਨ ਸੀ। ਅਗਿਆਨ ਰਚਿਓ ਸੰਸਾਰ। ਉਹ ਹੁਣ ਅਗਿਆਨ ਹੀ ਨਹੀਂ ਰਿਹਾ, ਉਹ ਨਾ ਹੀ ਨਹੀਂ ਰਿਹਾ ਹੈ। ਜੋੜਨਹਾਰੋ ਸਦਾ ਅਤੀਤਾ। ਜਿਹੜੇ ਬ੍ਰਹਮਾਕਾਰ ਬਿਰਤੀ ਨੂੰ ਜੋੜਨਹਾਰੋ, ਜੋੜਨ ਵਾਲੇ ਹਨ, ਬ੍ਰਹਮਾਕਾਰ ਬਿਰਤੀ ਨੂੰ ਜੋੜਨ ਵਾਲੇ, ਉਹਨਾਂ ਦੀ ਗੱਲ ਕਰਦੇ ਨੇ। ਉਹ ਫਿਰ ਸਦਾ ਹਮੇਸ਼ਾ ਅਤੀਤਾ ਅਸੰਗ ਰਹਿੰਦੇ ਹਨ, ਅਸੰਗ ਹਨ ਉਹ। ਇਹ ਕਹੀਏ ਕਿਸ ਮਾਹੀ। ਫਿਰ ਇਹ ਜਗਤ ਕਿਸ ਦੇ ਮਾਹੀ ਵਿੱਚ ਕਹੀਏ, ਕਹਿਣਾ ਕਰੀਏ ਵੀ ਜਗਤ ਕਿਹਦੇ ਵਿੱਚ ਹੈ? ਕਹਿੰਦੇ ਭਾਈ ਜਿਹੜੇ
ਅਗਿਆਨ ਕਾਲ ਦੇ ਵਿੱਚ ਜਿਨ੍ਹਾਂ ਦੇ ਅਗਿਆਨ ਦੇ ਵਿੱਚ ਸੁਰਤ ਜੁੜੀ ਹੋਈ ਹੈ, ਉਹਨਾਂ ਦੇ ਮਾਹੀ, ਉਹਨਾਂ ਦੇ ਵਿੱਚ ਜਿਨ੍ਹਾਂ ਦੀ ਸੁਰਤ ਅਗਿਆਨ ਜੁੜੀ ਹੈ, ਅਗਿਆਨ ਰਚੋ ਸੰਸਾਰ, ਸੰਸਾਰ ਉਹਨਾਂ ਦੀ ਸੁਰਤ ਵਿੱਚ ਜੜਿਆ। ਬ੍ਰਹਮ ਗਿਆਨੀਆਂ ਦੀ ਨਹੀਂ ਹੈ। ਬ੍ਰਹਮ ਗਿਆਨੀਆਂ ਦੀ ਸੁਰਤ ਦੇ ਵਿੱਚ ਕੇਵਲ ਬ੍ਰਹਮ ਹੈ। ਜਗਤ ਕੀ ਦੇ ਵਿੱਚ ਹੈ? ਅਗਿਆਨੀਆਂ ਦੇ, ਅਗਿਆਨ ਕਰਕੇ। ਤੇ ਜੋ ਗਿਆਨ ਹੋ ਗਿਆ ਫਿਰ ਕੁਝ ਵੀ ਨਹੀਂ ਹੈ, ਸੰਸਾਰ ਸਮਾਪਤ ਹੋ ਗਿਆ, ਕੇਵਲ ਬ੍ਰਹਮ ਰਹਿ ਗਿਆ। ਰੱਸੀ ਵਾਲਾ ਸੱਪ ਉਹਨਾਂ ਚਿਰ ਜਿਉਂਦਾ ਜਿੰਨੀ ਦੇਰ ਤੱਕ ਚਾਨਣਾ ਨਹੀਂ ਹੋਇਆ। ਚਾਨਣਾ ਹੋਇਆ, ਰੱਸੀ ਦਿਸਣ ਲੱਗ ਗਈ, ਸੱਪ ਗਾਇਬ ਹੋ ਗਿਆ। ਇਸ ਕਰਕੇ ਇਹ ਐਸਾ ਕਥਨ ਕੀਤਾ ਹੈ, ਜਿਹੜੀ ਰੱਸੀ ਦੇ ਅਗਿਆਨ ਕਰਕੇ ਸੱਪ ਪੈਦਾ ਹੋਇਆ ਸੀ, ਰੱਸੀ ਦੇ ਗਿਆਨ ਕਰਕੇ ਸੱਪ ਨਿਵਰਤ ਹੋ ਗਿਆ। ਤੇ ਇਹ ਜਿਹੜਾ ਜਗਤ ਹੈ, ਅਗਿਆਨ ਛਾਇਆ ਹੋਇਆ ਸੀ ਸਾਡੇ ਅੰਦਰ। ਉਦੋਂ ਬ੍ਰਹਮ ਨਹੀਂ ਸੀ ਦਿਸਦਾ, ਜਗਤ ਦਿਸਦਾ ਸੀ। ਹੁਣ ਜਗਤ ਨਹੀਂ ਦਿਸਦਾ, ਹੁਣ ਰੱਸੀ ਦੀ ਨਿਆਈ ਬ੍ਰਹਮ ਦਿਸਦਾ ਹੈ। ਇਹ ਬ੍ਰਹਮ ਗਿਆਨ ਦਾ ਭੰਡਾਰਾ ਕਬੀਰ ਜੀ ਨੇ ਵਰਤਾਇਆ ਜੇ। ਜੋੜੀ ਜੁੜੈ ਨਾ ਤੋੜੀ ਟੂਟੈ। ਪਹਿਲਾਂ ਦੇਹ ਅਧਿਆਸ ਹੰਗਤਾ ਹੋਣ ਕਰਕੇ, ਅਗਿਆਨ ਦੀ ਅੰਸ ਰਹਿਣ ਕਰਕੇ ਜਿਹੜੀ ਬਿਰਤੀ ਜੋੜੀ ਹੋਈ ਜੁੜਦੀ ਨਹੀਂ ਸੀ। ਤੇ ਹੁਣ ਜਦੋਂ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਸਤਿਗੁਰਾਂ ਦੀ ਕਿਰਪਾ ਜਦੋਂ ਹੋ ਜਾਂਦੀ ਹੈ, ਫਿਰ ਤੋੜੀ ਹੋਈ ਨਹੀਂ ਟੁੱਟਦੀ, ਸੁਰਤ ਐਸੀ ਜੁੜਦੀ ਹੈ। ਤੇ ਜਾਂ ਫਿਰ ਜੋੜੀ ਜੁੜੈ ਨਾ ਤੋੜੀ ਟੁੱਟੈ। ਜਿਨ੍ਹਾਂ ਚਿੱਤ ਦੀ ਬਿਰਤੀ ਮਾਇਆ ਦੇ ਮੋਹ ਵਿੱਚ ਲੱਗੀ ਹੋਈ ਸੀ, ਉਨੀ ਦੇਰ ਤੱਕ ਇਹ ਚਿੱਤ, ਉਨੀ ਦੇਰ ਤੱਕ ਇਹ ਜੁੜਦੀ ਨਹੀਂ ਸੀ, ਮਾਇਆ 'ਚ ਜੁੜੀ ਹੋਈ ਸੀ। ਜਦੋਂ ਮਹਾਰਾਜ ਨੇ ਕਿਰਪਾ ਕਰ ਦਿੱਤੀ, ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਮਾਇਆ ਦਾ ਮੋਹ ਤੋੜ ਦੇਣ ਵਾਲੀ ਹੰਗਤਾ ਮਮਤਾ ਮੇਟ ਦਿੱਤੀ ਹੈ। ਤੇ ਫਿਰ ਭਾਈ ਉਹ ਬਿਰਤੀ ਤੋੜੀ ਹੋਈ ਨਹੀਂ ਟੁੱਟਦੀ। ਫਿਰ ਤੇ ਅੱਗੇ ਦੱਸਦੇ ਹਨ, ਜਬ ਲਗ ਹੋਏ ਬਿਨਾਸੀ। ਜਬ ਜਿੰਨਾ ਚਿਰ, ਲਗ ਦਾ ਅਰਥ ਹੈ ਤੱਕ, ਜਿੰਨੀ ਦੇਰ ਤੱਕ ਪ੍ਰਲਬਧ ਹੈ, ਸਰੀਰ ਕਰਕੇ ਖੜੇ ਰਹਿੰਦੇ ਨਾ ਬ੍ਰਹਮ ਬੇਤੇ, ਸਰੀਰ ਇਹ ਦਿਸਦਾ ਹੈ, ਉਹ ਤਾਂ ਬ੍ਰਹਮ ਰੂਪ ਹੋ ਗਏ ਹੋ। ਪਰੰਤੂ ਇਹ ਜਿਹੜੀ ਦੇਹ ਹੈ ਬਿਨਾਸੀ, ਆਸਾ ਤੋਂ ਬਿਨਾਂ ਹੋ ਜਾਂਦੀ ਹੈ। ਕਿਉਂਕਿ ਜਦੋਂ ਬ੍ਰਹਮ ਗਿਆਨ ਹੋ ਗਿਆ, ਉਸ ਦਿਨ ਤੋਂ ਫਿਰ ਦੇਹ ਨਾਸਮਾਨ ਸਮਝ ਲਈ ਹੈ, ਦੇਹ ਅਧਿਆਸ ਹੀ ਖਤਮ ਹੋ ਗਿਆ। ਇਸ ਕਰਕੇ ਫਿਰ ਇਹ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ, ਨਾਸਵਾਦ ਜਾਣ ਲਿਆ ਦੇਹ ਨੂੰ। ਫਿਰ ਕਾਕੋ ਠਾਕੁਰ ਕਾਕੋ ਸੇਵਕ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਕੌਣ ਕਿਸੇ ਦਾ ਕੋਈ ਠਾਕਰ ਮਾਲਕ ਹੈ, ਕੌਣ ਕਿਸੇ ਦਾ ਕੋਈ ਭਾਈ ਉਹਦਾ ਸ਼ਿਸ਼ ਹੈ, ਸੇਵਕ ਹੈ। ਨਾ ਕੋਈ ਸੇਵਕ ਰਿਹਾ, ਨਾ ਕੋਈ ਸੁਆਮੀ ਰਿਹਾ, ਬ੍ਰਹਮੇ ਬ੍ਰਹਮ ਰਹਿ ਗਿਆ। ਤੇ ਉਹਦੀ ਉਪਾਸਨਾ ਕਰਨੀ ਹੈ। ਤੇ ਫਿਰ ਕੌਣ ਕਿਸੇ ਦਾ ਸੇਵਕ ਨੌਕਰ ਹੈ, ਕੌਣ ਕਿਸੇ ਦਾ ਸੁਆਮੀ ਹੈ, ਜਿਸ ਨੇ ਉਪਾਸਨਾ ਕਰਨੀ ਹੈ। ਤੇ ਕੌਣ ਉਹ ਕਿਸੇ ਦਾ ਮੁਰਸ਼ਿਦ ਹੈ। ਤੇ ਉੱਥੇ ਕਿਸੇ ਦੇ ਕਹੇ ਕੋ ਕਾਹੂ ਕਹਿ ਜਾਸੀ। ਤੇ ਕਿਹੜਾ ਕਿਸੇ ਦੇ ਕਹਿ ਦਾ ਅਰਥ ਹੈ ਦੇ ਕੋਲ ਚੇਲਾ ਬਣ ਕੇ ਜਾਸੀ ਜਾਂਦਾ ਹੈ। ਭਾਵ ਉੱਥੇ ਕੁਝ ਵੀ ਨਹੀਂ ਰਹਿੰਦਾ, ਨਾ ਚੇਲਾ ਨਾ ਗੁਰੂ, ਉੱਥੇ ਦਾ ਕੱਲਾ ਬ੍ਰਹਮੇ ਬ੍ਰਹਮ ਰਹਿ ਗਿਆ ਪਰਮੇਸ਼ਰ ਦੇ। ਜੋ ਜਲ ਮੇ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋ ਸਮਾਨਾ। ਪਾਣੀ ਦਾ ਘੜਾ ਉਨਾ ਚਿਰ ਸੀ ਜਿੰਨਾ ਚਿਰ ਘੜੇ ਦੇ ਵਿੱਚ ਸੀ ਪਾਣੀ। ਜਦੋਂ ਸਮੁੰਦਰ 'ਚ ਪੈ ਗਿਆ ਫਿਰ ਘੜਾ ਕਿੱਥੇ ਰਹਿ ਗਿਆ, ਫਿਰ ਤਾਂ ਸਮੁੰਦਰ ਹੀ ਹੋ ਗਿਆ ਨਾ। ਇਉਂ ਹੋ ਜਾਂਦਾ ਹੈ। ਕਹੋ ਕਬੀਰ ਲਿਵ ਲਾਗ ਰਹੀ ਹੈ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਬ੍ਰਹਮ ਬੇਤਿਆਂ ਦੀ ਉੱਥੇ ਉਸ ਸਰੂਪ ਵਿੱਚ ਲਿਵ ਨਾਮ ਹੈ ਬਿਰਤੀ ਦਾ। ਬਿਰਤੀ ਲਾਗ ਲੱਗ ਰਹੀ ਹੈ। ਕਿੱਥੇ ਲੱਗ ਰਹੀ ਹੈ? ਜਹਾਂ ਵਸੇ ਦਿਨ ਰਾਤੀ। ਜਹਾਂ ਜਿੱਥੇ ਦਿਨ ਅਤੇ ਰਾਤ ਦੀ ਬਸ ਹੋ ਗਈ, ਉੱਥੇ ਹੈ ਹੀ ਨਹੀਂ ਦੋਨੇ ਇਹ। ਜਾਂ ਦਿਨ ਦੀ ਨਿਆਈ ਕਿ ਮੈਂ ਤਤ ਗਿਆਨੀ ਹਾਂ, ਮੈਨੂੰ ਚੌਥੀ ਭੂਮਿਕਾ ਦੀ ਪ੍ਰਾਪਤੀ ਹੈ। ਅਵਿਦਿਆ ਰਾਤ ਦੀ ਨਿਆਈ, ਮੈਂ ਜੀਵ ਹਾਂ। ਅਵਿਦਿਆ ਰੂਪੀ ਰਾਤ ਦੋਹਾਂ ਦੀ ਬਸ ਹੋ ਗਈ ਹੈ। ਜਿੱਥੇ ਦਿਨ ਭਾਵ ਗਿਆਨ ਸਰੂਪ ਵਿੱਚ ਵਸੀਦਾ ਹੈ, ਉਤੇ ਅਪਰੋਖ ਗਿਆਨ ਦੇ ਆਨੰਦ ਵਿੱਚ ਲੀਨ ਹੋ ਜਾਈਦਾ। ਅਵਿਦਿਆ ਰੂਪੀ ਰਾਤ ਦੀ ਬਸ ਹੋ ਗਈ ਤੇ ਗਿਆਨ ਰੂਪੀ ਦਿਨੇ ਰਹਿ ਗਿਆ ਉੱਥੇ। ਜਦੋਂ ਰਾਤ ਖਤਮ ਹੋ ਜਾਂਦੀ ਫਿਰ ਦਿਨੇ ਹੁੰਦਾ ਨਾ ਉਸ ਵੇਲੇ। ਇਹ ਫਿਰ ਗਿਆਨ ਦਾ ਦਿਨ ਰਹਿ ਗਿਆ ਹੈ। ਵਾਕਾ ਮਰਮ ਉਹੀ ਪਰ ਜਾਣੈ। ਉਸ ਬ੍ਰਹਮ ਦਾ ਮਰਮ ਭੇਦ ਉਹੀ ਆਪ ਹੀ ਪਰ ਵਿਸ਼ੇਸ਼ ਕਰਕੇ ਉਹੀ ਜਾਣਦਾ ਹੈ, ਹੋਰ ਨਹੀਂ ਕੋਈ ਜਾਣਦਾ ਹੈ। ਉਹ ਤੋ ਸਦਾ ਅਬਨਾਸੀ। ਉਹ ਬ੍ਰਹਮ ਗਿਆਨੀ ਵੀ ਤੋ ਤਾਂ ਸਦਾ ਹਮੇਸ਼ਾ ਹੀ ਪਰਮਾਤਮਾ ਅਬਨਾਸੀ ਹੈ। ਉਹ ਵੀ ਅਬਨਾਸੀ ਦਾ ਰੂਪ ਹੋ ਗਿਆ। ਨਾਸ ਤੋਂ ਰਹਿਤ ਉਹਦੇ ਸਰੂਪ ਵਿੱਚ ਸਥਿਤ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਬ੍ਰਹਮ ਗਿਆਨ
ਜਾਣੀ ਇਹ ਗਿਆਨ ਕਾਂਡ ਕਿਹਾ, ਪਹਿਲਾਂ ਜੋਗਮਤ ਕਿਹਾ ਸੀ। ਅੱਗੇ ਦੱਸਦੇ ਹਨ ਜੀ ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਉਹ ਜਿਹੜਾ ਜੋਗੀ ਦੇ ਜਿਹੜੇ ਸ਼ਿਸ਼ ਸਨ, ਉਹਦੇ ਮਰਨ ਪਿੱਛੋਂ ਚੇਲਿਆਂ ਨੇ ਆਪਸ ਵਿੱਚ ਹੀ ਸੰਮਤੀ ਕਰ ਲਈ ਵੀ ਆਪਾਂ ਕਬੀਰ ਸਾਹਿਬ ਨੂੰ ਕਹੋ। ਉਹਨਾਂ ਨੇ ਕਬੀਰ ਸਾਹਿਬ ਨੂੰ ਬੇਨਤੀ ਕੀਤੀ, ਭਗਤ ਜੀ ਵੀ ਤੁਸੀਂ ਇੱਕ ਸਾਡੀ ਬੇਨਤੀ ਮੰਨ ਲਓ। ਕਹਿੰਦੇ ਕੀ? ਕਹਿੰਦੇ ਸਾਡੇ ਜੋਗੀ ਦੀ ਨਿਆਈ ਤੁਸੀਂ ਵੀ ਕੰਨਾਂ 'ਚ ਮੁੰਦਰਾਂ ਪਾ ਲਓ, ਜੋਗੀ ਵਾਲਾ ਭੇਖ ਧਾਰਨ ਕਰ ਲਓ, ਅਸੀਂ ਤੁਹਾਨੂੰ ਉਹਦੇ ਥਾਂ ਤੇ ਗੱਦੀ ਦਿੰਦੇ ਹਾਂ, ਅਸੀਂ ਆਪ ਨਹੀਂ ਸਾਡੇ 'ਚੋਂ ਕੋਈ ਬੈਠੂਗਾ, ਤੁਸੀਂ ਸਾਡੇ ਗੁਰੂ ਬਣ ਜਾਓ, ਜੋਗੀ ਦੇ ਅਸਥਾਨ ਤੇ ਬੈਠ ਕੇ ਅਸੀਂ ਤੁਹਾਡੀ ਪੂਜਾ ਕਰਿਆ ਕਰਾਂਗੇ। ਕਬੀਰ ਸਾਹਿਬ ਜੀ ਸੁਣ ਕੇ ਹੱਸ ਪਏ, ਕਹਿੰਦੇ ਭਾਈ ਵੀ ਅਸੀਂ ਤਾਂ ਪਹਿਲੀ ਜੋਗ ਧਾਰਨ ਕੀਤਾ ਹੋਇਆ, ਹੁਣ ਹੋਰ ਨਵਾਂ ਜੋਗ ਧਾਰਨ ਕਰਾਂਗੇ। ਅਖੇ ਜੀ ਕਿਵੇਂ? ਕਹਿਣ ਲੱਗੇ ਵੀ ਸਾਡੇ ਕੋਲ, ਕਹਿੰਦੇ ਤੁਹਾਡੇ ਮੁੰਦਰਾਂ ਤਾਂ ਹੈ ਨਹੀਂ ਕੰਨਾਂ 'ਚ, ਕਹਿੰਦੇ ਹੈਗੀਆਂ ਪਰ ਤੁਹਾਨੂੰ ਨਹੀਂ ਦਿਸਦੀਆਂ। ਤੁਹਾਡੀ ਮੁੰਦਰਾਂ ਕਿਹੜੀਆਂ? ਫਿਰ ਭਗਤ ਜੀ ਦੱਸਦੇ ਨੇ ਕਿ ਸਾਰਾ ਕੁਝ ਹੈਗਾ, ਜੋਗੀਆਂ ਦੇ ਸੁਆਹ ਮਿਲੀ ਹੁੰਦੀ ਹੈ ਉਹ ਵੀ ਹੈਗੀ, ਸਾਡੇ ਕੋਲ ਜੋਗੀਆਂ ਵਾਲਾ ਬਟੂਆ ਵੀ ਹੈਗਾ ਸਾਰਾ। ਕਹਿੰਦੇ ਜੀ ਦੱਸੋ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸੁਣੋ। ਸੁਰਤ ਸਿਮਰਤ ਦੋਏ ਕੰਨੀ ਮੁੰਦਾ। ਹੇ ਭਾਈ, ਪਰਮੇਸ਼ਰ ਦੇ ਨਾਮ ਨੂੰ ਜਿਹੜਾ ਸੁਰਤ ਸਰਵਣ ਕਰਨਾ ਹੈ ਤੇ ਸਿਮਰਤ ਸਿਮਰਨ ਕਰਨਾ ਹੈ, ਇਹ ਅਸੀਂ ਮਨ ਤੇ ਬੁੱਧੀ, ਇਹ ਮਨ ਤੇ ਬੁੱਧ ਰੂਪੀ, ਮਨ ਦੇ ਸੰਕਲਪ ਵਿਕਲਪ ਰੂਪੀ ਦੋਨਾਂ ਕੰਨਾਂ ਦੇ ਵਿੱਚ ਇਹ ਚੀਰ ਕੇ ਮੁੰਦਰਾਂ ਪਾ ਲਈਆਂ ਨੇ। ਤੇ ਵੈਸੇ ਵੀ ਸੁਰਤੀ ਸਿਮਰਤੀ ਜਿਹੜੀ ਹੈ, ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਨਾ, ਸੁਰਤੀ ਸਿਮਰਤੀ ਮਮੀ ਆ ਗਿਆ, ਮਮਈ ਆ ਗਿਆ। ਕਹਿੰਦੇ ਸੁਰਤੀ ਸਿਮਰਤੀ ਮਮੀ ਆ ਗਿਆ, ਹੇ ਅਰਜਨ ਸੁਰਤੀ ਸਿਮਰਤੀ ਮੇਰੀ ਹੀ ਆ ਗਿਆ ਹੈ। ਕਹਿੰਦੇ ਇਹ ਜਿਹੜੀਆਂ ਸੁਰਤੀ ਸਿਮਰਤੀ ਹੈ, ਇਹ ਜਿਹੜੀਆਂ ਦੋ ਸੀ, ਪਰਮੇਸ਼ਰ ਦੇ ਨਾਮ ਨੂੰ ਸੁਰਤ ਸਰਵਣ ਕਰਨਾ, ਸਿਮਰਤ ਸਿਮਰਨ ਕਰਨਾ, ਇਹੀ ਸਾਡੀ ਸੁਰਤੀ ਸਿਮਰਤੀ ਹੈ। ਜੋਗੀ ਸੁਰਤੀਆਂ ਸਿਮਰਤੀਆਂ ਪੜ੍ਹਦੇ ਆ। ਅਸੀਂ ਆਪਣੇ ਮਨ ਤੇ ਬੁੱਧ ਰੂਪੀ ਜਾਂ ਮਨ ਦੇ ਸੰਕਲਪ ਵਿਕਲਪ ਰੂਪੀ ਦੋਨਾਂ ਕੰਨਾਂ ਨੂੰ ਚੀਰ ਕੇ ਦੋ ਮੁੰਦਰਾਂ ਪਾਈਆਂ ਹੋਈਆਂ ਹਨ। ਅੱਗੇ ਦੱਸਦੇ ਹਨ ਜੇ ਪਰਮਿਤ ਬਾਹਰ ਖਿੰਥਾ। ਪਰ ਪ੍ਰਕਿਰਤੀ, ਜਿਹੜੀ ਪ੍ਰਕਿਰਤੀ ਦੀ ਮਿਤ ਮਰਿਆਦਾ, ਇਸ ਤੋਂ ਜਿਹੜਾ ਅਸੀਂ ਬਾਹਰ ਹੋ ਗਏ ਹਾਂ, ਬਾਹਰ ਅਸੀਂ ਇਹਦੇ 'ਚ ਫਸੇ ਹੋਏ ਨਹੀਂ ਹਾਂ। ਇਹ ਸਾਡੀ ਕੀ ਹੈ? ਖਿੰਥਾ। ਖਿੰਥਾ ਕਹਿੰਦੇ ਨੇ ਗੋਦੜੀ ਨੂੰ, ਇਹ ਸਾਡੀ ਗੋਦੜੀ ਹੈ। ਹੇ ਪ੍ਰੇਮੀਓ, ਸਾਨੂੰ ਨਵਾਂ ਜੋਗ ਧਾਰਨ ਦੀ ਲੋੜ ਨਹੀਂ ਹੈ। ਸੁਣ ਗੁਫਾ ਮਹਿ ਆਸਣ ਬੈਸਣ। ਤੁਹਾਡਾ ਗੁਰੂ ਸੁਣ ਗੁਫਾ 'ਚ ਆਸਣ ਲਾਉਂਦਾ ਸੀ, ਹੁਣ ਸਾਡੀ ਉਹ ਆ ਪ੍ਰਤੱਖ ਗੁਫਾ ਸੀ, ਉਹਦੀ ਗੁਫਾ ਬਣਾਈ ਹੋਈ ਸੀ ਜੋਗੀ ਦੀ। ਕਹਿੰਦੇ ਅਸੀਂ ਸੁਨ ਅਫੁਰ, ਫੁਰਨਿਆਂ ਤੋਂ ਰਹਿਤ ਗੁਫਾ ਦੇ ਅੰਦਰ, ਉਹਦੇ 'ਚ ਬੈਸਣ ਬੈਠਣ ਰੂਪ ਆਸਣ, ਇਹ ਸਾਡੀ ਇਸਤਤੀ, ਇਹ ਜਿਹੜੀ ਇਸਤਤੀ ਹੋਣੀ, ਇਹੀ ਸਾਡਾ ਆਸਣ ਹੈ। ਬੈਠਣ ਦਾ ਵਸਤਰ ਹੈ ਇਹ, ਜਿੱਥੇ ਆਸਣ ਉਹਨੂੰ ਕਹਿੰਦੇ ਜਿਹੜਾ ਬੈਠਣ ਵਾਸਤੇ ਵਸਤਰ ਵਿਛਾਇਆ ਜਾਵੇ। ਇਹ ਸਾਡਾ ਬੈਸਣ ਦੀ ਜਗ੍ਹਾ ਹੈ। ਨਿਰਵਿਕਲਪ ਹੋ ਕੇ ਬੈਠਦੇ ਹਾਂ ਸੁਨ ਅਫੁਰ ਅਵਸਥਾ ਵਿੱਚ। ਕਲਪ ਵਿਵਰਜਿਤ ਪੰਥਾ। ਕਲਪ ਕਲਪਨਾ ਤੋਂ ਵਿਵਰਜਿਤ ਰਹਿਤ ਹੋਣ ਰੂਪ, ਇਹ ਸਾਡਾ ਆਈ ਪੰਥ ਹੈ। ਇਹ ਸਾਡੇ ਅੰਦਰ ਜੋ ਬ੍ਰਹਮ ਨੂੰ ਨਿਸ਼ਚੈ ਕਰਨ ਦੀ ਮਤ ਆਈ ਹੋਈ ਹੈ, ਇਹੀ ਸਾਡਾ ਆਈ ਪੰਥ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਇਹ ਪੰਥਾ ਨਾ ਭੇਜਦਾ, ਇਹ ਜਿਹੜੇ 12 ਭੇਖ ਨੇ ਜੋਗੀਆਂ ਦੇ, ਉਹਦੇ ਆਈ ਪੰਥ ਨੂੰ ਵੱਡਾ ਮੰਨਦੇ ਆ। ਇਹ ਸ਼ਬਦ ਦਾ ਅਧਿਹਾਰ ਕਰਕੇ ਹੁੰਦਾ ਹੈ ਵੀ ਕੁਝ ਕੋਲੋਂ ਵਿਚਾਰ ਉਹਨੂੰ ਸਪਸ਼ਟ ਕਰਨ ਲਈ ਲਾ ਲੈਣੀ। ਮੇਰੇ ਰਾਜਨ, ਦੁਬਾਰੇ ਬੋਲੋ ਜੀ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਮੇਰੇ ਰਾਜਨ ਪ੍ਰਕਾਸ਼ ਸਰੂਪ ਬ੍ਰਹਮ, ਜਾਂ ਪੇ ਸੰਬਿਰਤੀ ਕਰਕੇ ਕਹਿੰਦੇ ਨੇ ਕਿ ਹੇ ਮੇਰੇ ਰਾਜਨ, ਜਿਵੇਂ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਰਾਜੇ ਆਹ ਕੰਮ ਕਰ ਲੈ, ਹੇ ਮੇਰੇ ਰਾਜਨ ਕੀ ਮੇਰੇ ਸੰਤ ਜਨੋ ਪਿਆਰ ਵਾਲਿਓ। ਇਸ ਤਰ੍ਹਾਂ ਕਿਉਂਕਿ ਜੋਗੀ ਜਿਹੜਾ ਉਹ ਸਤਿਕਾਰ ਕਰਦਾ ਸੀ ਕਬੀਰ ਸਾਹਿਬ ਦਾ, ਉਮਰ ਚੋਂ ਵੀ ਵੱਡੇ ਨੇ ਜੋਗੀ, ਫਿਰ ਇਸੇ ਸੇ ਤਾਂ ਹੀ ਗੁਰੂ ਬਣਾਉਣ ਲੱਗੇ ਸੀ ਨਾ। ਮੇਰੇ ਪਿਆਰ ਵਾਲਿਓ, ਇਸ ਤਰ੍ਹਾਂ ਮੈਂ ਬੈਰਾਗੀ ਵਿਰਾਗਵਾਨ, ਰਾਗ ਮੋਹ ਦਾ ਨਾਮ ਹੈ, ਬੈ ਨਾਮ ਤਿਆਗਦਾ ਹੈ, ਮੈਂ ਮੋਹ ਦਾ ਤਿਆਗ ਕਰਕੇ ਜੋਗੀ ਬਣਿਆ ਹੋਇਆ ਹਾਂ। ਮਰਤ ਨਾ ਸੋਗ ਬਿਯੋਗੀ। ਹੁਣ ਨਾ ਮੈਨੂੰ ਮਰਨ ਦਾ
ਸੋਗ ਫਿਕਰ ਹੈ। ਇਹ ਨਾ ਹੀ ਮੈਨੂੰ ਚੇਤਨ ਬ੍ਰਹਮ ਤੋਂ ਵਿਯੋਗੀ ਵਿਛੋੜਾ ਹੈ, ਹਰ ਵਕਤ ਜੁੜਿਆ ਰਹਿਣਾ ਮੈਂ। ਜਾਂ ਫਿਰ ਇਉਂ ਕਹੋ ਵੀ ਕਿਸੇ ਦੇ ਮਰਨ ਤੋਂ ਮੈਨੂੰ ਨਾ ਕੋਈ ਸੋਗ ਚਿੰਤਾ ਹੈ, ਨਾ ਹੀ ਉਸ ਦੇ ਵਿਯੋਗ ਵਿਛੋੜੇ ਦਾ ਹੁਣ ਮੈਨੂੰ ਦੁੱਖ ਹੈ। ਇਹ ਤਾਂ ਮੈਂ ਲੋਕਾਚਾਰੀ ਜਿਹੜਾ ਇੱਕ ਮਰਿਆਦਾ ਪੂਰੀ ਕਰਨ ਵਾਸਤੇ ਜੋਗੀ ਦੇ ਕੋਲ ਆਇਆ ਸੀ। ਮੈਨੂੰ ਹਰ ਇੱਕ ਸੋਗ ਤੇ ਮੈਂ ਨਿਆਰਾ ਹੋ ਚੁੱਕਾ ਹਾਂ। ਸੰਬਿਰਤੀ ਹੋ ਗਈ, ਆਵਤ ਹਰਖ ਨਾ ਜਾਵ ਦੁਖ ਹੈ ਨਾ ਵਿਆਪੇ ਮਨ ਰੋਗ ਨਹੀਂ। ਅੱਗੇ ਦੱਸਦੇ ਹਨ ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ, ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ। ਇਹ ਵਿਸਰਾਮ ਪਾਈ ਬਟੂਆ ਤੇ ਲੱਗਣਾ, ਧਿਆਨ ਦੇ ਨਾਲ ਪਕਾ ਲਿਓ ਬਾਅਦ ਚ। ਖੰਡ 9 ਖੰਡ ਜਿਹੜੇ ਨੇ ਪ੍ਰਿਥਵੀ ਦੇ 9 ਖੰਡਾਂ ਅਤੇ ਬ੍ਰਹਮੰਡਾਂ ਮੈਂ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ, ਇਹੀ ਮੇਰੀ ਸਿੰਘੀ ਜੋਗੀਆਂ ਦੇ ਕੋਲ ਇੱਕ ਤੁਰੀ ਹੁੰਦੀ ਹੈ। ਇਹ ਹਰਨ ਦੇ ਸਿੰਘ ਦੀ ਬਣੀ ਹੁੰਦੀ ਹੈ, ਉਹ ਖੁਸ਼ੀ ਚਾ ਕੇ ਇਹਨੂੰ ਵਜਾਉਂਦੇ ਆ। ਜਿਹੜਾ ਨਾਦ ਹੁੰਦਾ ਹੈ ਇਹ ਜਿਸ ਵੇਲੇ ਭੰਡਾਰਾ ਵਰਤਦਾ ਉਦੋਂ ਹੀ ਵਜਾ ਸਕਦੇ ਆ। ਤੋ ਇਸ ਕਰਕੇ ਕਹਿੰਦੇ ਇਹ ਮੇਰੀ ਤੁਰੀ ਹੈ। ਮਨ ਨੂੰ ਜਿਹੜੇ ਸਾਰੇ ਪਦਾਰਥਾਂ ਦੀ ਖਿੱਚ ਵੱਲੋਂ ਜਿਹੜਾ ਵੱਟਣਾ ਕੀਤਾ ਹੈ ਉਹਨੂੰ ਰੋਕਿਆ ਹੈ। ਕਹਿੰਦੇ ਇਹ ਮੇਰਾ ਬਟੂਆ ਹੈ। ਬਟੂਆ ਕੀ ਹੁੰਦਾ? ਛੋਟਾ ਥੈਲਾ ਹੁੰਦਾ, ਉਹਨਾਂ ਦੇ ਇੱਥੇ ਕੱਚ ਚ ਪਾਇਆ ਹੁੰਦਾ ਹੈ। ਇਹ ਮੇਰਾ ਥੈਲਾ ਹੈ। ਸਭ ਜਗ ਭਸਮਾ ਧਾਰੀ। ਆ ਮੇਰਾ ਛੋਟਾ ਥੈਲਾ ਬਟੂਆ ਹੋ ਗਿਆ ਤੇ ਸਭ ਸਾਰੇ ਜਗ ਸੰਸਾਰ ਨੂੰ ਭਸਮਾ ਧਾਰੀ, ਸਵਾਹ ਦੀ ਢੇਰੀ ਮੰਨਿਆ ਸੀ ਤਾਂ ਸਾਰਿਆਂ ਨੂੰ। ਤੁਸੀਂ ਤਾਂ ਜੋਗੀ ਨੂੰ ਹੁਣ ਇਹਦਾ ਦਾਹ ਸੰਸਕਾਰ ਕਰਕੇ ਕਹੋਗੇ ਵੀ ਭਸਮ ਹੋ ਗਈ, ਅਸੀਂ ਤਾਂ ਜਿਉਂਦਿਆਂ ਨੂੰ ਹੀ ਭਸਮ ਮੰਨਿਆ ਹੋਇਆ ਸਾਰੇ ਸੰਸਾਰ ਨੂੰ। ਸਾਡੀ ਬਿਰਤੀ ਐਸੀ ਹੋ ਗਈ। ਇਹ ਭਸਮ ਦੀ ਢੇਰੀ ਆ ਸਾਰਾ ਸੰਸਾਰ, ਬਿਨ ਸੰਹਾਰ ਹੈ। ਇਹ ਅਸੀਂ ਹੱਥ ਦੇ ਵਿੱਚ ਇਉਂ ਸਮਝ ਲਓ ਵੀ ਝੋਲੀ ਫੜੀ ਹੋਈ ਹੈ। ਆਧਾਰੀ ਨਾਮ ਇੱਥੇ ਜਿਹੜਾ ਭਸਮਾ ਧਾਰੀ, ਭਸਮ ਆਧਾਰੀ ਵਿਆਕਰਨ ਅਨੁਸਾਰ ਅਰਥ ਹੈ। ਇਹ ਇਸ ਪ੍ਰਕਾਰ ਦੀ ਝੋਲੀ ਫੜੀ ਹੋਈ ਹੈ। ਸਾਰੇ ਜਗਤ ਨੂੰ ਭਸਮਾ ਧਾਰੀ, ਖਾਕ ਦੀ ਢੇਰੀ ਜਾਣਨਾ, ਇਹ ਮੇਰਾ ਬਟੂਆ ਛੋਟਾ ਥੈਲਾ, ਜਾਂ ਇਉਂ ਅਰਥ ਵੀ ਬਣਦਾ ਹੈ। ਤਾੜੀ ਲਾਗੇ ਤ੍ਰਿਪਲ ਪਲਟੀਐ। ਤ੍ਰਿਕੁਟੀ ਆਦਿ ਚ ਜਿਹੜੀ ਤ੍ਰਿਪਲ ਅਵਲਾਖਾ ਇੱਛਾ ਤੋਂ ਬਿਰਤੀ ਪਲਟੀ ਹੈ, ਉਲਟ ਕੇ ਤਾੜੀ ਨਿਰਵਿਕਲ ਸਮਾਧੀ ਲਾਗੀ ਲੱਗ ਗਈ ਹੈ। ਛੂਟੇ ਹੋਏ ਪਸਾਰੇ। ਇਸ ਕਰਕੇ ਅਸੀਂ ਬਾਹਰਲੇ ਪਸਾਰੇ ਵੱਲੋਂ ਛੁੱਟ ਗਏ ਹਾਂ ਭਾਈ, ਅਸੀਂ ਤਾਂ ਸੁਤੰਤਰ ਹੋ ਗਏ। ਕਬੀਰ ਸਾਹਿਬ ਕਹਿੰਦੇ ਮਨ ਪਵਨ ਦੋਏ ਤੂੰਬਾ ਕਰੀ ਹੈ। ਮਨ ਅੰਤਸ਼ਕਰਨ, ਪਵਨ ਸਵਾਸ, ਮਨ ਅੰਤਸ਼ਕਰਨ ਤੇ ਪਵਨ ਸਵਾਸ ਦੋਵੇਂ ਅਸੀਂ ਇਹ ਤੂੰਬਾ ਬਾਜਾ ਕੀਤਾ, ਇਹ ਬਣਾਇਆ ਹੋਇਆ ਹੈ। ਇਹ ਆ ਸਾਡਾ ਤੂੰਬਾ। ਜੋਗੀਆਂ ਕੋਲ ਤੂੰਬਾ ਹੁੰਦਾ ਨਾ ਵਜਾਉਣ ਵਾਸਤੇ, ਬੀਣਾ ਸਾਜ਼ ਜਿਹੜਾ ਹੈ। ਤੇ ਇਸ ਪ੍ਰਕਾਰ ਅੱਗੇ ਦੱਸਦੇ ਹਨ, ਜੁਗ ਜੁਗ ਸਾਰਦ ਸਾਜੀ। ਜੁਗ ਜੁਗ, ਜੁਗਾਂ ਜੁਗਾਂ ਤੱਕ ਜੋ ਪਰਮੇਸ਼ਰ ਦੀ ਜੋਤ ਜਾਣੀਆਂ ਵੀ ਉਹੀ ਰਹੇਗੀ। ਜੋਤ ਉਹੀ ਹੈ ਇੱਕ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਤੂੰਬਿਆਂ ਵਿੱਚ ਅਸੀਂ, ਇਹ ਤੂੰਬਿਆਂ ਵਿੱਚ ਦੇਣ ਵਾਲੀ ਸਾਰਦ ਡੰਡੀ, ਤੂੰਬਾ ਤਾਂ ਹੁੰਦਾ ਨਾ ਉਹ ਵੱਡਾ ਸਾਰਾ ਜਿਹੜਾ ਸਿਰਜਾ ਹੁੰਦਾ, ਉਹਦੇ 'ਚ ਜਿਹੜੀ ਡੰਡੀ ਹੁੰਦੀ ਹੈ ਉਹਨੂੰ ਸਾਰਦ ਕਹਿੰਦੇ ਨੇ। ਸਾਰਦ, ਇਹ ਡੰਡੀ ਸਾਜਣਾ ਕੀਤੀ ਹੈ। ਸਾਰਦ ਕਿਉਂ ਕਹਿੰਦੇ ਨੇ ਉਹਨੂੰ? ਅਸਲ ਦੇ ਵਿੱਚ ਇਹ ਸਾਜ਼ ਜਿਹੜਾ ਹੈ ਇਹ ਸ੍ਰਿਸ਼ਟੀ ਦਾ ਸਾਜ਼ ਹੈ, ਤੇ ਸ੍ਰਿਸ਼ਟੀ ਨੂੰ ਸਾਰਦਾ ਕਹਿੰਦੇ ਨੇ। ਸ੍ਰਿਸ਼ਟੀ ਦਾ ਹੱਥ ਜਿਹੜਾ ਉਹਦੇ ਤੇ ਸਾਰਦਾ ਤੇ ਰਹਿੰਦਾ, ਤੁੰਬਾ ਹੇਠਾਂ ਹੁੰਦਾ ਉਹਦੇ ਤੇ ਵਜਾਈਦਾ, ਤੇ ਇਸ ਕਰਕੇ ਫਿਰ ਇਹਨੂੰ ਫਿਰ ਸਾਰਦ ਕਹਿਣ ਲੱਗੇ ਡੰਡੀ ਨੂੰ। ਇਹ ਨਾਮ ਤਾਂ ਪਿਆ ਹੈ। ਫਿਰ ਪਈ ਤੰਤੀ ਟੂਟਸ ਨਾਹੀ। ਫਿਰ ਜਿਹੜੀ ਬਰਮਾਕਾਰ ਬਿਰਤੀ ਥਿਰ ਇਸਤਤ ਭਈ ਹੋ ਗਈ ਹੈ, ਇਹ ਸਾਡੀ ਫਿਰ ਇਉਂ ਸਮਝ ਲਓ ਇਹ ਬੀਣਾ ਸਾਜ਼ ਦੀ ਤਾਰ ਹੈ ਜਿਹੜੀ ਲਿਵ ਲੱਗੀ ਹੋਈ ਹੈ, ਬਿਰਤੀ ਜਿਹੜੀ ਲੱਗੀ ਹੈ। ਕਦਾਚਿਤ ਵੀ ਕਦੇ ਵੀ ਟੂਟ ਸੇ ਟੁੱਟਦੀ ਨਹੀਂ। ਬਾਹਰ ਦੇ ਸਾਜ਼ਾਂ ਦੀਆਂ ਤਾਰਾਂ ਟੁੱਟ ਜਾਂਦੀਆਂ, ਪਰ ਸਾਡੇ ਵਾਲੀ ਤਾਰ ਨਹੀਂ ਹੁਣ ਟੁੱਟਣ ਵਾਲੀ। ਇਹ ਐਸੀ ਸਾਰਦਾ, ਇਹ ਐਸੀ ਸਾਡੀ ਜਿਹੜੀ ਸਾਜ਼ ਹੈ, ਬੀਣਾ ਸਾਜ਼ ਹੈ, ਇਹ ਸਾਨੂੰ ਪ੍ਰਾਪਤ ਹੋਇਆ ਹੈ। ਅਨਹਦ ਕਿੰਗੁਰੀ ਬਾਜੀ। ਹੱਦ ਤੋਂ ਰਹਿਤ ਬ੍ਰਹਮ ਨੂੰ ਚਿੰਤਨ ਕਰਨਾ, ਇਹ ਸਾਡੀ ਕਿੰਗਰੀ ਬੀਣਾ, ਦੋ ਤੁੰਬਿਆਂ ਵਾਲੀ ਤੰਤਰੀ ਬਾਜੀ ਵੱਜ ਰਹੀ ਹੈ। ਸੁਨ ਮਨ ਮਗਨ ਭਏ ਹੈ ਪੂਰੇ।
ਅਜਿਹੀ ਧੁਨੀ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਸੁਣ ਕੇ ਮਨ ਹਿਰਦੇ ਵਿੱਚ ਪੂਰੇ ਪੂਰਨ ਮਗਨ ਮਸਤ ਹੋ ਗਏ ਹਾਂ। ਤੇ ਸਾਰਿਆਂ ਦੀ ਫਿਰ ਅੱਗੇ ਦੱਸਦੇ ਨੇ ਮਾਇਆ ਮਾਇਆ ਡੋਲ ਨਾ ਲਾਗੀ। ਹੁਣ ਮਾਇਆ ਦਾ ਡੋਲ ਡੋਲਣੀ ਨਾ ਨਹੀਂ ਲਾਗੀ ਲੱਗਦੀ, ਭਾਵ ਸਾਡੇ ਚਿੱਤ ਦੀ ਬਿਰਤੀ ਨੂੰ ਹੁਣ ਮਾਇਆ ਡਲਾ ਨਹੀਂ ਸਕਦੀ ਹੈ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੇ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੀ। ਇਹ ਅਸੀਂ ਕੱਟ ਦਿੱਤੀ ਹੈ, ਉਹ ਹੁਣ ਸਾਨੂੰ ਨਹੀਂ ਲੱਗਦਾ ਇਹਦਾ। ਤੇ ਇਸ ਕਰਕੇ ਕਹਿੰਦੇ ਫਿਰ ਕਿਹਨੂੰ ਲੱਗਦੀ ਹੈ ਫਿਰ ਇਹ ਮਾਇਆ, ਹੁਣ ਕਿਹਨੂੰ ਰੁਕੂਗੀ? ਕਹਿੰਦੇ ਮਾਇਆ ਡੋਲਣ ਲੱਗੀ, ਅਗਿਆਨੀਆਂ ਦੇ ਦੁਆਲੇ ਡੋਲਣ ਭੜਕਣ ਲੱਗ ਪਈ। ਸੰਪਰਦਾਈ ਜਿਹੜਾ ਪਾਠ ਹੈ ਮਾਇਆ ਡੋਲ ਨਾ ਲਾਗੀ, ਵੱਖਰਾ ਵੱਖਰਾ ਹੀ ਸੁੱਧ ਹੈ, ਇਹ ਅਰਥ ਵਾਸਤੇ ਕੀਤਾ ਹੈ। ਅੱਗੇ ਦੱਸਦੇ ਹਨ ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਤਾਕੋ ਉਹਨਾਂ ਨੂੰ ਪੁਨਰਪ, ਤੇ ਫੇਰ ਕਦੀ ਵੀ ਪੁਨਰ ਅਪ ਅਰਥ ਕਰਨ ਵਾਸਤੇ ਵਿਆਕਰਨ ਅਨੁਸਾਰ ਪੁਨਰ ਅਪ ਪੁਨਰ ਪੁਨਾ, ਫਿਰ ਅਪ ਨਿਸ਼ਚੈ ਕਰਕੇ ਅਪਨਾਮ ਨਿਸ਼ਚੈ ਦਾ ਹੁੰਦਾ। ਜਨਮ ਨਹੀਂ ਲੈਣਾ ਪੈਂਦਾ ਹੈ, ਜਨਮ ਨਹੀਂ, ਉਹਨਾਂ ਨੂੰ ਜਨਮ ਨਹੀਂ ਹੈ। ਜਿਹੜਾ ਪੁਰਸ਼ ਖੇਲ ਗਇਓ ਬੈਰਾਗੀ, ਜਿਹੜਾ ਪੁਰਸ਼ ਬੈਰਾਗੀ ਬੈਰਾਗਵਾਨ ਹੋ ਕੇ ਅਗਿਆਨ ਦੇ ਖੇਲ ਖੇਡ ਸੰਸਾਰ ਵਿੱਚੋਂ ਗਇਓ ਚਲਿਆ ਗਿਆ, ਸੰਸਾਰ ਤੋਂ ਉੱਪਰ ਹੋ ਗਿਆ। ਜਿਹੜਾ ਇਸ ਸੰਸਾਰ ਰੂਪੀ ਖੇਲ ਵਿੱਚੋਂ ਗਿਆਨਵਾਨ ਹੋ ਕੇ ਆਤਮਿਕ ਸਰੂਪ ਵਿੱਚ ਗਇਓ ਚਲਿਆ ਗਿਆ, ਉਹ ਫਿਰ ਜੰਮਣ ਮਰਨ ਵਿੱਚ ਨਹੀਂ ਆਉਂਦਾ ਹੈ, ਉਹ ਜਨਮਾਂ ਵਿੱਚ ਨਹੀਂ ਆਉਂਦਾ। ਇਹ ਕਬੀਰ ਸਾਹਿਬ ਨੇ ਐਸਾ ਬ੍ਰਹਮ ਗਿਆਨ ਦਾ ਉਪਦੇਸ਼ ਇਹ ਉਸੇ ਜੋਗੀ ਦੇ ਪ੍ਰਥਾਏ ਕਥਨ ਕੀਤਾ ਜਿੱਥੇ ਉਹ ਬੈਠ ਕੇ ਅਫਸੋਸ ਕਰਨ ਗਏ ਸੀ। ਲੋਕਾਚਾਰੀ ਜਿਵੇਂ ਭਾਈਚਾਰਕ ਸੰਬੰਧ ਚ ਬਣਿਆ, ਨਾਲੇ ਉਹ ਤੋਂ ਜੋਗੇਵਾਦ ਸਿੱਖਿਆ ਸੀ, ਫਿਰ ਚੇਲਿਆਂ ਨੂੰ ਬ੍ਰਹਮ ਗਿਆਨ ਦੇ ਕੇ ਆਏ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਬ੍ਰਹਮ ਗਿਆਨ ਲਿਆ ਸੀ, ਜੋ ਰਾਮਾਨੰਦ ਜੀ ਦੇ ਕੋਲੋਂ ਸਿੱਖਿਆ ਲਈ ਸੀ। ਦੋ ਗੁਰੂ ਸੀ ਕਬੀਰ ਸਾਹਿਬ ਜੀ ਦੇ। ਇੱਥੇ ਸਾਧ ਸਮਝੀ ਆਪਾਂ, ਕਿਉਂਕਿ ਹੁਣ ਸਮਾਂ ਸਮਾਪਤੀ ਦੇ ਨੇੜੇ ਹੀ ਹੈ, ਥੋੜੇ ਜਿਹੇ ਮਿੰਟੇ ਰਹਿੰਦੇ, ਇਸ ਕਰਕੇ ਇੱਥੇ ਸ਼ਬਦ ਸਮਾਪਤ ਹੁੰਦਾ ਹੈ। ਕੱਲ ਨੂੰ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਉਹ ਸ਼ਬਦ ਦੇ ਅਰਥ ਵੀ ਗਹਿਰੇ ਨੇ, ਅਰ ਦੂਰੇ ਤੀਰੇ ਚੌਰੇ ਅਰਥ ਨੇ, ਇਸ ਕਰਕੇ ਕਈ ਅਰਥ ਨੂੰ ਦੇ। ਇਸ ਕਰਕੇ ਅੱਜ ਦੀ ਕਥਾ ਦੀ ਵਿਚਾਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਸੁਨ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।